ਦੱਸਣਾ ਮੈਂ ਕੱਲ ਪਰਸੋਂ ਨਹੀਂ ਤੈਨੂੰ ਅੱਜ ਦੀ ਗੱਲ ਦੱਸਣਾ। ਖਲੋ ਮੈਂ ਤੁਹਾਨੂੰ ਦੱਸਣਾ ਮੈਂ ਤੁਹਾਡੇ ਅੱਜ ਦੀ ਗੱਲ ਦੱਸਣਾ ਸੁਣਨ ਲੱਗਿਆ ਮੈਂ ਤੁਹਾਡੇ ਦੋਹਾਂ ਦੇ ਝੂਠ ਤੈਨੂੰ ਮੈਂ ਅੱਜ ਦੀ ਦੱਸਣਾ ਨਾ ਮੈਂ ਤੇ ਨਾਲ ਕੱਲ ਪਰਸੋਂ ਵੜਿਆ ਕਸਮ ਦਾ ਤੂੰ ਨਾਮ ਲੱਗਾ ਚੰਗਾ। ਮੇਰੀ ਗੱਲ ਹੁਣ ਸੁਣ ਲੈ, ਚੁੱਪ ਕਰ ਜਾ ਜਰਾ 2 ਮਿੰਟ ਬੋਲ ਲਿਆ ਹੀ ਨਾ, ਚੁੱਪ ਕਰ ਜਾ। ਹਾਂ ਅਸਲ ਸਾਹਿਬ ਇਹਨਾਂ ਦੇ ਇੱਕ ਬੰਦੇ ਨੇ ਇਹਨਾਂ ਤਸਵੀਰਾਂ ਲਾਈਆਂ ਸਾਡੀਆਂ ਵਿਗਾੜ ਕੇ, ਠੀਕ ਹੈ। ਫਿਰ ਕੁਝ ਐਸੀਆਂ ਚੀਜ਼ਾਂ ਸਨ ਜਿਹੜੀਆਂ ਨਾ ਮੁਨਾਸਬ ਸਨ, ਜਿਹੜੀਆਂ ਕਾਇਦ ਦੇ ਉੱਤੇ ਆਉਂਦੀਆਂ ਸਨ। ਮੈਂ ਵੱਲਾ ਲੱਜ ਮੈਂ ਕਸਮ ਚੁੱਕ ਕੇ ਆਣਾ, ਮੈਂ ਐਨ ਚੁੱਕਣਾ ਜੇ ਝੂਠੀ ਕਸਮ, ਮੈਂ ਐਨ ਦੀ ਤਸਵੀਰ ਲਾਈ ਹੈ। ਉਹ ਬੰਦੇ ਨੇ ਮੇਰੇ ਕੋਲ ਆ ਕੇ ਮਾਫੀ ਮੰਗੀ, ਵੱਲਾ ਮੇਰੇ ਕੋਲ ਅੱਜ ਵੀ ਮੈਸੇਜ ਪਏ ਹੋਣੇ ਨੇ। ਮੈਂ ਕਸਮ, ਉਹਨੇ ਆਖਿਆ ਮੈਂ ਤਸਵੀਰਾਂ ਡਿਲੀਟ ਕਰਤੀਆਂ ਨੇ, ਸਭ ਕੁਝ ਡਿਲੀਟ ਕਰਤਾ, ਤੂੰ ਵੀ ਡਿਲੀਟ ਕਰ ਦੇ। ਉਹ ਕਿਹਦੀਆਂ ਤਸਵੀਰਾਂ ਸਨ? ਮਿਰਜ਼ਾ ਕਾਦੀਆਨੀ ਦੀਆਂ, ਠੀਕ ਹੈ, ਇਹਨਾਂ ਦੇ ਕਾਬਰੀਨ ਦੀਆਂ ਤਸਵੀਰਾਂ। ਮੈਂ ਉਸੇ ਟਾਈਮ ਤਸਵੀਰਾਂ ਡਿਲੀਟ ਕਰ। ਮੈਨੂੰ ਮੇਰੀ ਗੱਲ ਸੁਣਨਾ ਨਾ ਹੁਣ, ਮੇਰੇ ਨਾਲ ਗੱਲ ਕਰ, ਮਹੱਲਾ ਨਾ ਮੇਰੀ ਗੱਲ ਸੁਣਨਾ ਹੁਣ, ਮੇਰੀ ਗੱਲ ਸੁਣ। ਠੀਕ ਹੋ ਗਿਆ ਬਟ ਸਭ ਇੱਕ ਮਿੰਟ ਤੁਸੀਂ ਗੱਲ ਸੁਣਾਈ, ਉਹਦੀ ਵੀ ਸੁਣ ਲਓ। ਜਿੰਨੀ ਦੇਰ ਤੱਕ ਮੈਨੂੰ ਕੋਈ ਛੇੜੇਗਾ ਨਹੀਂ, ਮੈਂ ਉਨੀ ਦੇਰ ਤੱਕ ਅਗਲੇ ਨੂੰ ਕੱਖ ਨਹੀਂ ਆਖਾਂਗਾ। ਲੋ ਜੀ ਛੋਟਾ ਜਿਹਾ ਕੋਈ ਕਾਲ ਤੇ ਆਣਾ, ਕਾਲ ਤੇ ਆ ਕੇ ਨਾ ਤੁਸੀਂ ਉਹਨਾਂ ਨੂੰ ਛੇੜੋ ਨਾ ਉਹ ਤੁਹਾਨੂੰ ਛੇੜਨਗੇ, ਖਤਮ ਹੋ ਗਈ ਗੱਲ। ਇੱਕ ਮਿੰਟ ਮੇਰੇ WhatsApp ਵਿੱਚ ਆ ਕੇ ਤੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਸਨ ਕਿ ਮੈਂ ਤੇਰੇ WhatsApp ਵਿੱਚ ਗਿਆ ਸਾਂ, ਮੈਂ ਤੁਹਾਨੂੰ ਛੇੜਿਆ ਸੀ। WhatsApp ਮਾਜ਼ੀ ਹੋ ਗਿਆ, ਠੀਕ ਹੈ ਨਾ, ਉਹ ਤੁਹਾਨੂੰ ਤੰਗ ਕਰੇਗਾ ਨਾ ਤੁਸੀਂ ਉਹਨੂੰ ਆਪਣੀ ਗੱਲ ਕਰ। ਤੂੰ ਮੇਰੇ WhatsApp ਤੇ ਬਲੌਕ ਕਿਨੇ ਕੀਤਾ? ਠੀਕ ਹੋ ਗਿਆ, ਹੁਣ ਤੁਸੀਂ ਜ਼ਰੂਰਤ ਹੀ ਨਹੀਂ ਇੱਕ ਦੂਸਰੇ ਦੇ ਨਾਲ ਤੁਹਾਡੀ ਨੂੰ ਅਨਬਲੌਕ ਕਰ। ਮੇਰੇ ਨਾ ਮੈਂ ਇੱਕ ਤੁਹਾਨੂੰ ਛੋਟੀ ਜੀ ਮੇਰੇ ਲਈ ਤੂੰ ਇਹ ਗੱਲ ਜਿਹੜੀ ਹੈ ਨਾ, ਇਹ ਛਾਤੀ ਠੋਕ ਕੇ ਕਰੀ। ਜਿੰਨਾ ਚਿਰ ਇਹਨਾਂ ਨੂੰ ਗੱਲ ਨਹੀਂ ਨਾ ਨਾਲ ਹੋਣੀ, ਮੇਰੇ ਨੂੰ ਗੱਲ ਨਹੀਂ ਹੋਵੇਗੀ। इंशाल्लाह ताला ठीक हो गया, मैंने यकीन है। ठीक है ना नजफ, ना ਤੁਹਾਨੂੰ ਕੋਈ ਜ਼ਰੂਰਤ ਹੈ ਉਹਨਾਂ ਨੂੰ ਮੁਖਾਤਬ ਕਰਨ ਦੀ, ਨਾ ਉਹਨਾਂ ਨੂੰ ਕੋਈ ਦੱਸ ਹੈ ਇਹ ਨਜਫ ਆਬਾਸ ਕਰੇਗਾ। ਮੈਂ ਜਾਣਨਾ ਬਟ ਸਾਹਿਬ ਮੈਂ ਤੁਹਾਨੂੰ ਨਹੀਂ ਜਾਣਦਾ। ਠੀਕ ਹੋ ਗਿਆ ਨਜਫ, ਨਾ ਤੁਸੀਂ ਉਹਨਾਂ ਨੂੰ ਛੇੜੋ। ਮੈਂ ਆਇਆ ਸਾਂ ਕਿ ਇਹਨਾਂ ਦਾ ਝੂਠ ਦੱਸਣਾ ਆਸਾਂ। ਠੀਕ ਹੋ ਗਿਆ, ਕਲੀਅਰ ਹੋ ਗਿਆ। ਕਰਨ ਨਹੀਂ ਨਾ ਤੇ ਚੁੱਪ ਕੇ ਉਹਦੀਆਂ ਗਾਲਾਂ ਸੁਣ। ਚੱਲ ਠੀਕ ਆ, ਓਕੇ, ਅੱਲਾ ਹਾਫਿਜ਼। ओके बस ਹੁਣ ਕਿੱਧਰ ਚੱਲਾਂ? ਖਲੋ ਤੇ ਜਾ, ਬੰਦਾ ਬੁਲਾਇਆ। ਨਜਫ ਮੈਂ ਮੌਜੂਦ ਹਾਂ ਨਾ। ਮੈਂ ਉਹਨੇ ਕਿਹਾ ਜਦੋਂ ਤੁਹਾਡੀ ਨਹੀਂ ਬੰਦੀ ਇੱਕ ਦੂਸਰੇ ਦੇ ਨਾਲ, ਠੀਕ ਹੈ, ਗਾਲੀ ਗਲੋਚ ਤੇ ਕੰਮ ਮੁੱਕਦੇ ਤੇ ਇਹੋ ਜਿਹੇ ਬੰਦੇ ਨੂੰ ਸਲਾਮ ਕਰਕੇ ਅੱਗੇ ਲੰਘ ਜਾਈਦਾ, ਨਹੀਂ ਲੜੀਦਾ। ਨਹੀਂ ਉਹਨੇ ਇੱਕ ਚੀਜ਼ ਦੱਸ, ਆਮਨ ਨਜ਼ੀਰ ਦੀਆਂ ਜੋ ਤਸਵੀਰਾਂ ਲਾ ਰਹੇ ਨੇ, ਡੇਲੀ ਤਸਵੀਰ ਕੋਈ ਨਾ ਕੋਈ ਉਹਨਾਂ ਚਲਾਈ ਹੁੰਦੀ, ਉਹ ਤੇ ਉਹਨਾਂ ਦੀ ਆਪਣੀ ਜਮਾਤ ਦੇ ਅੰਦਰੋਂ ਬੰਦਿਆਂ ਨੇ ਮੁਖਾਲਫਤ ਸ਼ੁਰੂ ਕਰ ਛੜੀ ਹੈ। ਸਾਡੇ ਕਹਿਣ ਨਾਲ ਕੀ ਹੁੰਦਾ ਹੈ, ਇੱਕ ਬੰਦੇ ਨੂੰ ਤੁਸੀਂ ਸੂਰ ਬਣਾ ਕੇ ਲਾ ਦਿਓ, ਕੁੱਤਾ ਬਣਾ ਕੇ ਲਾ ਦਿਓ, ਉਹ ਤੇ ਅੱਲਾਹ ਤਾਲਾ ਕਹਿੰਦਾ अहसन अल मखलूक है, ठीक है, अशरफ अल मखलूक अल्लाह ताला ने बनाया, तुसी बना के ला रहे हो, वो आप ऐसे के खिलाफ है। लेकिन डेली एक ही कम होएगा। उन्होंने देखो लफादिया बीवी दी तस्वीरें किने लाईयां ना शुरू की जिद्दों अमन नजीर या कोई भी बंदा पागल के रहन उस्ताद आ गए। जी जी उस्ताद जी, अस्सलाम वालेकुम रहमतुल्लाहि व बरकातहू। ਗੱਲ ਹੀ ਨਹੀਂ ਸੁਣਦੇ, ਸਬਰ ਹੀ ਨਹੀਂ ਹੈ, ਨਾਲ ਹੀ ਭਾਂਬੜ ਭਲ ਜਾਂਦੇ ਨੇ ਹੋਏ ਕਿ ਇੱਕ ਦੂਸਰੇ ਨੂੰ। ਨਾਸਰ ਬੱਟ ਆਇਆ ਸੀ ਜੀ, ਉਹ ਹੁਣ ਕਿੱਧਰ ਗਿਆ ਜੀ, ਮਾਸੂਮ ਬਣ ਜਾਂਦੇ ਨੇ। WhatsApp ਤੇ ਆਂਦੇ WhatsApp ਚਲੇ ਗਏ ਨੇ, ਉਹ ਆਪਣੀ ਗੱਲ ਕਨਫਰਮ ਕਰਨਾ ਹੈ ਸਨ। ਉਹਨੇ ਆਈ ਕਿ ਜੀ ਦੇਖੋ ਨਾ ਉਸਤਾਦ ਜੀ, ਉਹਨਾਂ ਦਾ ਇਹ ਦਾਅਵਾ ਕਿ ਉਹ ਇਲਮੀ ਸ਼ਖਸੀਅਤ ਨਹੀਂ ਹੈ, ਠੀਕ ਹੈ। ਤੁਹਾਡੀ ਆਵਾਜ਼ ਹੀ ਨਹੀਂ ਆਉਣ ਲੱਗੀ। ਮੇਰੇ ਸਿਗਨਲ ਇੱਥੇ ਘੱਟ ਹੁੰਦੇ ਨੇ, ਮੈਂ ਇਹ ਵੇਖ ਕੇ ਆ ਗਿਆ ਵਾਂ ਇੱਥੇ। ਮੈਂ ਨਾਰਮਲ ਸਵੇਰ ਨਹੀਂ ਜੁਆਇਨ ਕਰਦਾ ਟਿਕਟੌਕ, ਸਿਗਨਲ ਘੱਟ ਹੁੰਦੇ ਨੇ ਜੀ। ਮੈਂ ਲੇਕਿਨ ਮੈਂ ਤੁਹਾਨੂੰ ਵੇਖ ਕੇ ਆ ਗਿਆ, ਨਾਲੇ ਨਜ਼ਰ ਕੈਮਰਾ ਤੇ ਮੈਂ ਕਹਿ ਰਿਹਾ ਵੀ ਉਹ ਕਹਿ ਰਹੇ ਸੀ ਕਿ ਮੇਰੀ ਤਰਫੋਂ ਪਹਿਲ ਨਹੀਂ ਹੋਏਗੀ। ਚਲੋ ਪਤਾ ਲੱਗ ਜਾਂਦਾ ਪਹਿਲ ਕੌਣ ਕਰਦਾ ਹੈ, ਬੁਲਾਓ WhatsApp ਗੱਲ ਕਰੀਏ। ਨਹੀਂ ਖਤਮ ਹੋ ਗਈ। ਉਹ ਇੱਕ ਬੰਦਾ ਤੁਹਾਨੂੰ ਮੁਖਾਤਿਬ ਹੀ ਨਹੀਂ ਕਰਨਾ ਚਾਹ ਰਿਹਾ, ਔਰ ਤੁਸੀਂ ਉਹਨਾਂ ਨੂੰ ਮੁਖਾਤਿਬ ਨਾ ਕਰੋ ਨਾ ਕਿ ਸਾਡੀ ਤਰਫੋਂ ਪਹਿਲ ਨਹੀਂ ਹੋਏਗੀ। ਤੇ ਤੁਸੀਂ ਇਹ ਜਿਹੜਾ ਸ਼ਾਰਪ ਸ਼ੂਟਰ ਬੈਠਾ ਜਾ ਕੇ ਜਦੋਂ ਮੈਂ ਉੱਤੇ ਬੈਠਾ ਥੱਲੇ ਜਾ ਕੇ ਸਬੂਈ ਬੇਗਮ ਦੀ ਫਲਾਣੀ ਢੀਂਗਣੀ ਤੇ ਮੇਰੀ ਘਰ ਵਾਲੇ ਨੂੰ ਲਿਖਿਆ ਤੇ ਮੈਂ ਉਹਦੀ ਸਬੂਈ ਦੀ ਫੁੱਦੀ ਨਾ ਮਾਰਾਂ। ਉਹਦੀ ਫੁੱਦੀ ਕੋ ਕਹਿਣ ਕੀ ਹੈ? ਇਹ ਜ਼ਬਾਨ ਇਸਤੇਮਾਲ ਸਬੂਈ ਦੀ ਫੁੱਦੀ ਮੈਂ ਮਾਰ ਕੇ ਉਹਦੇ ਮੂੰਹ ਵਿੱਚ ਲੋਲੇ ਮਾਰਾਂਗਾ ਭੈਣ ਖੁਸ਼ੀ ਦੇ। ਇਹ ਵੇਖੋ ਸੁਣੋ ਥੱਲੇ ਲਓ ਯਾਰ ਨਜਫ, ਮੈਂ ਅਗਰ ਚਾਹੁੰਦਾ ਕਿ ਤੁਸੀਂ ਵੀ ਮੋਟਰ ਮੇਰੇ ਘਰ ਵਾਲਿਆਂ ਨੂੰ ਮੇਰੇ ਕੋਲ ਆਪਸ਼ਨ ਨਹੀਂ ਆ ਰਿਹਾ, ਆਪਸ਼ਨ ਨਹੀਂ ਆ ਰਿਹਾ। ਉੱਤੇ ਉੱਠ ਕੇ ਅੱਛੇ ਮਾਹੌਲ ਨੂੰ ਗੰਦ ਕਰਨਾ, ਖਰਾਬ ਕਰਨਾ, ਗਾਲਾਂ ਦੇਣਾ ਫਾਇਦਾ ਕੋਈ ਨਹੀਂ। ਜੀ ਉਸਤਾਦ ਜੀ ਬੋਲ। ਮੈਂ ਕਿਹਾ ਨਵੀਂ ਬਰਾਡ ਹੋਵੇ, ਨਵਾਂ ਬੰਦਾ ਹੋਵੇ ਹੋਸਟ, ਤੇ ਪਿਛਲੀਆਂ ਗੱਲਾਂ ਨੂੰ ਪਿੱਛੇ ਕਰਕੇ ਤੇ ਨਵੇਂ ਤਰੀਕੇ ਨਾਲ ਟੁਰਨ ਦੀ ਕੋਸ਼ਿਸ਼ ਕਰੀਦੀ ਏ। ਤੇ ਉਹ ਜਿਹੜੀਆਂ ਗਾਲਾਂ ਨੇ ਜਿੱਥੇ ਜਿੱਥੇ ਕੱਢੀਆਂ ਨੇ ਉਹਨਾਂ ਨੂੰ ਉੱਥੇ ਉੱਥੇ ਧਾਰਾ ਵੋ 1 ਮਿੰਟ ਵਾਸਤੇ।
ਉੱਥੇ ਜਾਓ ਤੇ ਫਿਰ ਚੁੱਕ ਲਿਓ ਉੱਥੋਂ ਹੀ ਜਿਹੜੀਆਂ ਉਹਨੇ ਗਾਲਾਂ ਕੱਢੀਆਂ ਨੇ ਜਾਂ ਤੁਸੀਂ ਜਵਾਬ ਦਿੱਤਾ ਏ, ਉਹ ਉੱਥੋਂ ਹੀ ਜਾ ਕੇ ਦੁਬਾਰਾ ਚੁੱਕ ਲੈਣਾ। ਚੁੱਕ ਲਓ ਸ਼ਾਰਪ ਸ਼ੂਟਰ ਨੂੰ, ਉਹਨਾਂ ਗਾਲ ਕੱਢੀ ਸ਼ਾਰਪ ਸ਼ੂਟਰ। ਅਸਲ ਮੇਰੇ ਕੋਲ ਆਪਸ਼ਨ ਕੋ ਨਹੀਂ ਥੱਲੇ ਲਾਣ ਦਾ, ਮੈਂ ਤੁਹਾਨੂੰ ਦੱਸਦਾ। आमिर भाई मेरे को लेके एक लम्हे दी उसकी रिकॉर्डिंग मौजूद है, ठीक है। असद ते इसलिए मैंने हैरानी हो रही है कि भाई तेन किसी दूसरी गल का पता ही नहीं, दूसरे फेस का तेन पता ही नहीं कि उन्हें मैंने ਜਿਹੜਾ गालां ਮੈਂ ਨਹੀਂ ਕੱਢੀਆਂ ਜਾਣਨਾ ਚਾਹੁੰਦਾ ਤੁਹਾਡਾ ਉਹਨਾਂ ਦੇ ਨਾਲ ਕੀ ਮਾਮਲਾ ਹੈ, ਉਹਨਾਂ ਦਾ ਭਾਈ ਦੇਖ, ਤੁਹਾਡੇ ਨਾਲ ਮੇਰੀ ਕੀ ਗੱਲ ਮਾਮਲਾ, ਮੈਂ ਸੁਣ। ਨਹੀਂ ਜਾਣਨਾ ਚਾਹੁੰਦਾ। ਤੁਸੀਂ कदे तू नहीं जानना चाहना है तो फिर कदे तू नहीं जानना चाहना है, देख मेरी गल सुन, कदे तू नहीं जानना चाहना है तो कि तू मैं मैंने पहल क्या नहीं करूंगा, हूं खत्म हो गई भाई मेरी गल सुन, देख करो इट्स ओके, तू नहीं, मेरी गल सुन, तू नहीं जानना चाहना, इट्स ओके। फिर तू मैंने बार बार क्यों कह रहे, तू नुसरत जहां नु गालां ਕੱਢ ਰਹੇ ਹੈ, तू ਸਬੂਈ ਨੂੰ ਗਾਲਾਂ, ਤੂੰ ਕਿਹਾ ਹੀ ਨਾ, ਇਹ ਤੇ ਮੇਰੇ ਸਾਹਮਣੇ ਦੀ ਗੱਲ ਹੈ ਕਿ ਜਦੋਂ ਤੁਸੀਂ ਪੈਰ ਰੱਖਿਆ ਹੈ ਤੇ ਤੁਸੀਂ ਕਿਹਾ ਸਬੂਈ ਬੇਗਮ ਦੀ ਉਸ ਬਰਾੜ ਤੇ ਅਸਦ ਉਸ ਬਰਾੜ ਤੇ, ਇੱਕ ਮਿੰਟ, ਉਸ ਬਰਾੜ ਤੇ ਜਿਹੜੀ ਬਰਾੜ ਤੇ ਉਹ ਇਹਨਾਂ ਨੂੰ ਗਾਲਾਂ ਪੇ ਕੱਢਦੇ ਨੇ, ਸਾਡੀਆਂ ਪਿਕਚਰਾਂ ਲਾਈਆਂ ਨੇ, ਉੱਥੇ ਜਾ ਕੇ ਅਗਰ ਇਹ ਵੜਦੇ ਹੀ ਕੋਈ ਇਹੋ ਜੀ ਗੱਲ ਕਰਦੇ ਨੇ ਤੇ ਅੱਗੇ ਤੇ ਆਲਰੇਡੀ ਉੱਥੇ ਤੇ ਤੰਦੂਰ ਭਖੇ ਆ ਨਾ। ਤੇ ਇਹ ਸ਼ਾਇਦ ਉਸਤਾਦ ਜੀ ਤੁਹਾਡੇ ਸਾਹਮਣੇ ਅਹਿਮਦੀਆ ਨੇ ਮੁਖਾਲਫਤ ਕੀਤੀ ਹੈ, ਨਹੀਂ ਕੀਤੀ। ਇੱਥੇ ਅਗਰ ਸ਼ਾਰਪ ਸ਼ੂਟਰ ਗਾਲ ਕੱਢੇਗਾ ਤਾਂ ਮੈਂ ਉਹਨੂੰ ਰੋਕ ਦਿਆਂਗਾ, ਕਿਉਂ ਗਾਲ ਕੱਢਣੀ ਹੈ? ਠੀਕ ਹੋ ਗਿਆ, ਉੱਥੇ ਵਾਲੀ ਗੱਲ ਉੱਥੇ ਕਰ ਦਿਓ ਜਿੱਥੇ ਹੈ। ਲੇਕਿਨ ਮੈਂ ਹੀ ਕਹਿ ਰਿਹਾ, ਉਹਨੇ ਹੁਣ ਵੀ ਕਿਹਾ ਕਿ ਮੇਰੀ ਤਰਫੋਂ ਸੀਨਾ ਠੋਕ ਕੇ ਕਹਿ ਦੇਂ ਕਿ ਇਹ ਅਗਰ ਨਹੀਂ ਕੱਢਣਗੇ ਅਸੀਂ ਇਹਨਾਂ ਨੂੰ ਨਹੀਂ ਕੱਢਦੇ, ਖਤਮ ਹੋ ਗਿਆ। ਫਿਰ ਵੀ ਜਾ ਕੇ ਵਿੱਚ ਵਜਣਾ ਉਹਨਾਂ ਦੇ ਤੇ ਫਿਰ ਉਹ ਬੋਲਣੀ ਪੈਣੀ ਉਹਨਾਂ ਨੂੰ, ਬਹੁਤ ਅੱਛੀ ਬਾਤ ਹੈ। ਉਹ ਤੋਂ ਬੁਲਾਓ ਬੋਲਣੀ ਜਿੰਨੀ ਗੱਲ ਪੈਣੀ, ਉੱਥੋਂ ਇਹੋ ਜਿਹੀ ਸ਼ੈ ਪੈਣੀ। ਬੁਲਾਓ ਕਿਸੇ ਬਸ ਬੰਦੇ ਠੀਕ ਨੂੰ ਹੋ ਜਿਹਨੇ ਗੱਲ ਕਰਨੀ। ਚੁੱਕ ਲੋ, ਕੋਈ 20 ਬੰਦੇ ਹੈ ਨੇ, ਕੋਈ ਅਹਿਮਦੀਜ਼ ਵੀ ਬੈਠੇ ਨੇ। ਰਾਤੀ ਕੀ ਬਣਿਆ, ਮੈਂ ਟੁਰ ਗਿਆ ਤੇ ਕੋਈ ਬੰਦੇ ਨੇ ਪੁੱਛਿਆ, ਕੋਈ ਰਾਤ ਮੈਂ ਹੁਣ ਆਇਆ 10-12 ਘੰਟੇ ਬਾਅਦ, ਕੀ ਰਿਪੋਰਟ ਹੈ ਰਾਤ ਦੀ, ਕੋਈ ਖੈਰ ਖਰੀਅਤ ਗੁਜ਼ਰ ਗਈ ਰਾਤ? ਮੈਂ ਸੌਂ ਗਿਆ ਸੀ। आमिर भाई ਅਸੀਂ ਥੱਲੇ ਚਲੇ ਜਾਣੇ ਆ, ਮੇਰੀ ਗੱਲ ਸੁਣ ਬੈਰੀ, ਤੂੰ ਨਾਸਰ ਭੱਟ ਦੀ ਗੱਲ ਕਰਾ ਦੇ ਆਮਿਰ ਭਾਈ ਨਾਲ। ਆਹ ਦੇਖ ਲੈਣੇ ਕਿਹੜਾ ਪਹਿਲ ਕਰਦਾ ਹੈ। ਹਾਂ ਅਸੀਂ ਥੱਲੇ ਚਲੇ ਜਾਣੇ ਆ, ਜਾ ਅਸੀਂ ਥੱਲੇ ਬਹਿ ਕੇ ਸੁਣਨੇ ਆ, ਉਹਨੂੰ ਬੁਲਾ। ਉਹ ਬੜੀਆਂ ਕਹਿੰਦਾ ਨਾ ਕਿ 3 ਸਾਲ ਤੋਂ ਮੇਰੇ ਕੋਲੋਂ ਨਸਿਆ ਹੋਇਆ ਆਮਰ ਨਜ਼ੀਰ, ਮੈਂ ਜਿੱਥੇ ਜਾਣਾ ਤੇ ਨਸ ਜਾਂਦਾ ਹੈ। ਇਹ ਰਿਕਾਰਡਿੰਗ ਸਾਰੀਆਂ ਮੌਜੂਦ ਨੇ, ਤੇਰੇ ਸਾਹਮਣੇ ਉਹਨੇ ਗੱਲਾਂ ਜਦੋਂ ਕੀਤੀਆਂ। ਇੱਕ ਬੰਦਾ ਦੋ ਬੰਦਿਆਂ ਦੀ ਬੰਦੀ ਨਹੀਂ ਆਪਸ ਦੇ ਅੰਦਰ, ਜਦੋਂ ਅੱਗ ਪਾਣੀ ਦਾ ਵੈਰ ਹੈ ਤੇ ਉਹ ਬੁਲਾ ਕੇ ਕੀ ਕਰਨਾ ਉਹਨਾਂ ਦਾ? ਕਿਉਂ ਅਸੀਂ ਪਹਿਲੇ ਦੇਖੋ, ਦੱਸੋ ਕੀ ਹੋਇਆ, ਕੀ ਅਸਦ ਨਹੀਂ? ਇੱਕ ਚੀਜ਼ ਦੱਸ, ਅਸਦ ਇੱਕ ਚੀਜ਼ ਦੱਸ, ਆਪਣੀ ਤਰਫੋਂ ਉਸਤਾਦਾਂ ਦੇ ਉਹ ਨਹੀਂ ਆ ਸਕਦੇ, ਡਾਕਟਰ ਨਹੀਂ ਆ ਸਕਦੇ, ਹੋਰ ਕਿਸੇ ਨੂੰ ਭੇਜ ਦੇਣ, ਜਿਹੜਾ ਬੰਦਾ ਉਹਨਾਂ ਚ ਇਲਮੀ ਉਹਨਾਂ ਨੂੰ ਅੱਗੇ ਕਰ ਦੇਣ। हाँ वो कोई इल्मी होगा तो हाशे का मन नहीं लगता कि मेरी ब्लॉड तक कोई आएगा। मैं तो सुबह खाली एक ही किया है ਨਹੀਂ ਉਹ ਬਾਰ-ਬਾਰ ਕਹਿੰਦਾ ਹੈ ਨਾ, ਉਹ ਬਾਰ-ਬਾਰ ਕਹਿੰਦਾ ਹੈ ਕਿ ਆਮਰ ਨਜ਼ੀਰ ਮੇਰੇ ਕੋਲੋਂ 3 ਸਾਲ ਤੋਂ ਨਸਿਆ ਹੋਇਆ, ਮੈਂ ਉਹਦੇ ਨਾਲ ਮੁਨਾਜ਼ਰਾ ਕੀਤਾ ਸੀ, ਮੈਂ ਉਹਨੂੰ ਕੋਈ ਹਵਾਲਾ ਦਿੱਤਾ ਸੀ, ਉਹ 3 ਸਾਲ ਤੋਂ ਨਸਿਆ ਹੋਇਆ, ਮੇਰੇ ਸਾਹਮਣੇ ਨਹੀਂ ਆਉਂਦਾ, ਜਿੱਥੇ ਮੈਨੂੰ ਵੇਖਦਾ ਨਸ ਜਾਂਦਾ ਹੈ। ਇਹ ਸਾਰੀਆਂ ਗੱਲਾਂ ਉਹਦੀਆਂ ਮੌਜੂਦ ਨੇ ਤੇ ਹੁਣ ਮੈਦਾਨ ਵੀ ਹਾਜ਼ਰ ਤੇ ਘੋੜਾ ਵੀ ਹਾਜ਼ਰ। ਇਹ ਗੱਲ ਦੇਖੋ ਇਹ ਗੱਲ ਮੌਜੂਦ ਹੈ ਕਿ 49 ਦੇ ਨਾਲ ਕੋਈ ਬਰੋਡ ਦੇ ਤੇ ਕੋਈ ਮੁਨਾਜ਼ਰਾ ਸੀ ਤੇ ਤੁਸੀਂ ਜਿਹੜਾ ਟਾਈਮ ਦੇ ਕੇ ਆਏ ਨਹੀਂ, ਉਹ 2-3 ਘੰਟੇ ਬੈਠੇ ਰਹੇ ਤੇ ਤੁਸੀਂ ਬਾਅਦ ਚ ਬਹਾਨਾ ਕੀਤਾ ਕਿ ਤੁਸੀਂ ਕੋਈ ਦੰਦਾ ਦੀ ਅਪਾਇੰਟਮੈਂਟ ਸੀ ਤੇ ਇਹ ਤੇ ਯੂਰਪ ਇੱਥੇ ਤੇ 2-3 ਮਹੀਨੇ ਵੇਟ ਕਰਨਾ ਪੈਂਦਾ ਹੈ। ਤੁਸੀਂ ਮੁਨਾਜ਼ਰੇ ਵਾਲੇ ਦਿਨ ਦੰਦਾ ਦੀ ਅਪਾਇੰਟਮੈਂਟ ਅਸੀਂ ਕਿਤੇ ਟੁਰ ਗਏ। ਇਸ ਤਰ੍ਹਾਂ ਗੱਲ ਨਹੀਂ ਹੋਈ ਜਿਸ ਤਰ੍ਹਾਂ ਤੁਸੀਂ ਤੇ ਦੱਸਦੇ ਹੋ। ਇਸ ਤਰ੍ਹਾਂ ਗੱਲ ਕਦੇ ਵੀ ਨਹੀਂ ਹੋਈ ਜ਼ਿੰਦਗੀ 'ਚ। ਮੈਂ ਕਿਸੇ ਨੂੰ ਨਹੀਂ ਸੁਣ ਲਓ, ਇੱਕ ਤਰਫਾ ਸੁਣੀ, ਮੈਂ ਖਾਲੀ ਉਹ ਦੱਸ ਰਿਹਾ, ਤੁਸੀਂ ਆਪਣੀ ਸਾਈਡ ਕਲੀਅਰ ਕਰ ਦਿਓ। ਮੈਂ ਸੁਣ ਰਿਹਾ, ਥੋੜਾ ਜਿਹਾ ਬਿਜ਼ੀ ਹਾਂ, ਮੈਂ ਸੁਣ ਰਿਹਾ, ਤੁਸੀਂ ਕਲੀਅਰ ਕਰੋ। ਮੁਨਾਜ਼ਰੇ ਦਾ ਟਾਈਮ ਦੇ ਕੇ 2-3 ਘੰਟੇ ਮੈਂ ਨਹੀਂ ਆਇਆ, ਡੈਂਟਿਸਟ ਦੀ ਅਪਾਇੰਟਮੈਂਟ ਦੀ ਵਜ੍ਹਾ ਤੋਂ। ਇਸ ਤਰ੍ਹਾਂ ਦਾ ਵਾਕਿਆ ਮੇਰੀ ਜ਼ਿੰਦਗੀ 'ਚ ਕਦੇ ਵੀ ਨਹੀਂ ਹੋਇਆ। ਹਾਂ ਇਹ ਹੋਇਆ ਕਿ ਗੁਫ਼ਤਗੂ ਕਰਦੇ ਸੀ ਪਏ, ਜਿੱਥੋਂ ਤੱਕ ਮੈਨੂੰ ਯਾਦ ਆ ਰਿਹਾ, ਤੇ ਮੈਂ ਬਿਜ਼ੀ ਹੋ ਗਿਆ ਵਾਂ। ਇਹਨਾਂ ਨੂੰ ਮੈਂ ਕਿਹਾ ਮੈਂ ਥੋੜੀ ਦੇਰ ਨੂੰ ਆਉਣਾ ਵਾਂ, ਉੱਥੇ ਅਪਾਇੰਟਮੈਂਟ ਸੀ ਤੇ ਉੱਥੋਂ ਮੈਂ ਲੇਟ ਹੋ ਗਿਆ ਵਾਂ। ਲੇਕਿਨ ਮੁਨਾਜ਼ਰੇ ਦਾ ਟਾਈਮ ਤੈਅ ਕਰਕੇ ਕਦੇ ਵੀ ਮੈਂ ਕਿਸੇ ਕੋਲ, ਮੈਂ ਡੈਂਟਿਸਟ ਦੀ ਅਪਾਇੰਟਮੈਂਟ ਮਿਸ ਕਰ ਦਿਆਂਗਾ, ਲੇਕਿਨ ਮੈਂ ਅਗਰ ਕਿਸੇ ਨਾਲ ਗੱਲ ਕੀਤੀ ਹੈ ਨਾ, ਤੇ ਜਿੰਨਾ ਵੀ ਦੰਦ ਨੂੰ ਦਰਦ ਹੋਵੇ, ਇੱਥੇ ਐਸੀਆਂ ਗੋਲੀਆਂ ਨੇ, ਇੱਕ ਗੋਲੀ ਖਾ ਲਈ ਦੰਦ ਨੂੰ ਤੇ ਦਰਦ ਠੀਕ ਹੋ ਜਾਂਦਾ ਹੈ। ਤੇ ਪਹਿਲਾਂ ਮੁਨਾਜ਼ਰਾ ਕਰਕੇ ਤੇ ਡੈਂਟਿਸਟ ਦੀ ਅਗਲੀ ਅਪਾਇੰਟਮੈਂਟ ਤੇ ਜਾ ਕੇ ਬੰਦਾ ਡੀਲ ਕਰ ਲੈਂਦਾ ਤਾਂ ਕੋਈ ਮਸਲਾ ਨਹੀਂ। ਇਸ ਤਰ੍ਹਾਂ ਦਾ ਵਾਕਿਆ ਨਹੀਂ ਹੋਇਆ ਜਿਸ ਤਰ੍ਹਾਂ ਤੁਸੀਂ ਬਿਆਨ ਕਰ ਰਹੇ ਹੋ। ਇਹ ਕਿਸੇ ਨੇ ਗਲਤ ਗੱਲ ਦੱਸੀ ਤੁਹਾਨੂੰ। ਇਹ ਮੁਹੰਮਦ ਹੁਸੈਨ ਸਾਹਿਬ ਆਏ ਨਹੀਂ, ਇਲਮੀ ਸ਼ਖਸੀਅਤ ਨੇ, ਕਿੱਧਰ ਗਏ ਨੇ? ਮੈਨੂੰ ਇੱਕ ਨਿਕਲ ਗਏ ਨੇ ਜੀ, ਨਜ਼ਰ ਨਹੀਂ, ਉਹਦੀ ਪ੍ਰਾਈਵੇਟ ਆਈਡੀ ਹੋਣੀ ਹੈ। ਬੱਟ ਸਾਹਿਬ ਵੀ ਵੇਖ ਕੇ ਨਿਕਲ ਗਏ ਨੇ। ਕੀਤਾ ਸੀ ਵੀ ਤੁਹਾਡੀ ਜਮਾਤ ਵਾਲੇ ਉਹਦੇ ਤੋਂ ਮੁੱਕਰਦੇ ਜਾਂਦੇ ਨੇ। ਰਾਤੀ ਉਹ ਸਾਫ਼ ਹੀ ਜਵਾਬ ਦੇ ਕੇ ਬਹਿ ਗਏ ਸੀ। ਚੌਹਾਨ ਸਾਹਿਬ ਨੇ ਸਾਰੇ ਨਾਲ ਲਾ ਲਏ ਸੀ ਤੇ ਕਹਿੰਦੇ ਸੀ ਛੱਡ ਦਿਓ, ਇਹ ਜਿਹੜੀਆਂ ਸੀਰਤ ਅਲ ਮਹਿਦੀ 'ਚ ਗੱਲਾਂ ਲਿਖੀਆਂ ਨੇ,
ਇਹਨਾਂ ਨੂੰ ਮੰਨਣ ਦੀ ਕੋਈ ਨਹੀਂ ਲੋੜ ਹੈ। ਤੇ ਇਹਨਾਂ ਨੂੰ ਮੈਂ ਕਾਲਾਂ ਕੀਤੀਆਂ, ਮੈਸੇਜ ਕੀਤਾ, ਨਾ ਇਹਨਾਂ ਮੈਸੇਜ ਦਾ ਜਵਾਬ ਦਿੱਤਾ, ਨਾ ਕਾਲ ਦਾ ਜਵਾਬ ਦਿੱਤਾ। ਇਹ ਪਰਸੋਂ ਬੜਾ ਝੰਡਾ ਚੁੱਕਿਆ ਸੀ, ਇਹਨਾਂ ਨੇ ਆਖਿਆ ਸੀ ਕਿ ਜਿਹੜੀਆਂ ਕਿਤਾਬਾਂ ਜਮਾਤ ਨੇ ਸ਼ਾਇਆ ਕੀਤੀਆਂ ਨੇ ਅਸੀਂ ਉਹਨਾਂ ਨੂੰ ਆਨ ਕਰਨੇ ਆ। ਤੇ ਰਾਤੀ ਤਾਰਕ ਚੌਹਾਨ ਸਾਹਿਬ ਨੇ ਸਾਰੇ ਲੰਮੇ ਪਾ ਲਏ ਸਨ, ਕਿਉਂਕਿ ਇਹਨਾਂ ਦਾ ਕੋਈ ਦੀਨ ਇਮਾਨ ਤੇ ਹੈ ਨਹੀਂ। ਇਹਨਾਂ ਨੂੰ ਜਿਹੜਾ ਵੀ ਬੰਦਾ ਮਰਜ਼ੀ ਆ ਕੇ ਤੇ ਲੰਮਿਆਂ ਪਾ ਲੇ ਤੇ ਇਹ ਉੱਥੇ ਹੀ ਸਾਰੇ ਲਾਸ਼ਾਂ ਬਣ ਜਾਂਦੇ ਨੇ। ਉਹਨੇ ਤਾਰਕ ਚੌਹਾਨ ਨੇ ਆਖਿਆ ਬਈ ਇਹ ਮਿਰਜ਼ਾ ਸਾਹਿਬ ਦੀ ਸ਼ਾਨ ਦੇ ਖਿਲਾਫ ਨੇ ਇਹ ਰਵਾਇਤਾਂ, ਤੇ ਇਹ ਬਿਲਕੁਲ ਫਜ਼ੂਲ ਨੇ। ਉਹ ਜਮੀਲ ਵੀ ਨਾਲ ਰਲ ਗਿਆ, ਪਤਾ ਨਹੀਂ ਹੋਰ ਕਿਹੜਾ ਸੀ ਨਾਲ, 2-3 ਉਹ ਵੀ ਹਾਂ ਚਾਹ ਮਿਲਾਉਣ ਲੱਗ ਪਏ, ਚਲੋ ਜੀ ਇਹਨਾਂ ਕਿਤਾਬਾਂ ਨੂੰ ਛੱਡ ਦਿਓ ਜੀ। ਤੇ ਗੱਲ ਇਹ ਹੈ ਕਿ ਇਹਨਾਂ ਨੂੰ ਮੈਂ ਰਾਤੀ ਆਂਦਾ ਸੀ ਵੀ ਆ ਜਾਓ, ਤੁਹਾਡਾ ਜਿਹੜਾ ਨਾ ਤਖਤਾ ਚੁੱਕਿਆ ਗਿਆ ਪਿੱਛੋਂ ਸਾਰਾ, ਜਿਹੜਾ ਘਰ ਨੂੰ ਅੱਗ ਲੱਗਣ ਲੱਗੀ। ਇਹ ਆਏ ਕੋਈ ਨਹੀਂ, ਤਾਂ ਹੁਣ ਮੈਨੂੰ ਇਹਨਾਂ ਦੀ ਆਈਡੀ ਨਜ਼ਰ ਆਈ ਹੈ, ਅਗਰ ਉਹ ਆਉਂਦੇ ਨੇ ਤਾਂ ਬੁਲਾ ਲਓ। ਇਹ ਥੱਲੇ ਸੋਨੀ ਸਾਹਿਬ ਕਹਿਣ ਲੱਗੇ ਨੇ ਕਿ ਬਈ ਆਪਣੇ ਸੈਣੀ ਸਾਹਿਬ ਦੀ ਤੇ ਮੇਰੀ ਪਿਕਚਰਾਂ ਲਗਾ ਕੇ ਆਪਣੀ ਬਰਾਤ ਦੇ ਉੱਤੇ ਤੇ ਉਹ ਗਾਲਾਂ ਕੱਢਦੇ ਨੇ। ਤੇ ਹਾਲਾਂਕਿ ਗੱਲ ਕਰਨ ਵਾਸਤੇ, ਗਾਲਾਂ ਤੋਂ ਹਟ ਕੇ ਗੁਫ਼ਤਗੂ ਕਰਨ ਵਾਸਤੇ ਸਾਰੀ ਜਮਾਤ ਦੇ ਤਮਾਮ ਮਰਬੀਆਂ ਨੂੰ, ਮਿਸ਼ਨਰੀਆਂ ਨੂੰ, ਮੁਬੱਲਗਾਂ ਨੂੰ, ਮੁਅੱਲਿਮੀਨ ਨੂੰ, ਸਭ ਨੂੰ ਚੈਲੰਜ ਹੈ, ਜਿਹੜਾ ਮਰਜ਼ੀ ਬੁਲਾ ਕੇ ਲੈ ਆਵੋ। ਸਾਡੀ ਤਰਫੋਂ ਪਹਿਲ ਹੋਈ ਤੇ ਬੇਸ਼ੱਕ ਗੱਲ 'ਚ ਸਾਡੇ 'ਚ ਰੱਸਾ ਪਾ ਲਿਆ ਜੀ। ਪਹਿਲ ਵੀ ਇਹ ਕਰਨਗੇ ਤੇ ਗੱਲ ਵੀ ਨਹੀਂ ਕਰਨਗੇ। ਗੱਲ ਤੋਂ ਵੀ ਦੌੜੇ ਨੇ ਤੇ ਪਹਿਲ ਵੀ ਗਾਲਮ ਗਲੋਚ 'ਚ ਵੀ ਇਹ ਪਹਿਲ ਕਰਦੇ ਨੇ। ਤੁਸੀਂ ਅੱਜ ਬਰਾੜ ਲਾਈਏ, ਜਿਹਨੂੰ ਮਰਜ਼ੀ ਬੁਲਾ ਲਓ। ਅਸਲ ਸਾਹਿਬ ਤੁਹਾਨੂੰ ਵੀ ਪਤਾ ਹੋਗਾ, ਗਾਲ ਜਿਹਦੇ ਵਸ ਕੱਖ ਨਹੀਂ ਨਾ ਰਹਿੰਦਾ ਉਹ ਗਾਲ ਹੀ ਕੱਢਦਾ, ਜਿਹਦੇ ਪੱਲੇ ਕੱਖ ਨਹੀਂ ਨਾ ਰਹਿੰਦਾ ਉਹ ਗਾਲ ਕੱਢਦਾ। ਤੁਹਾਡੀ ਆਵਾਜ਼ ਘੱਟ ਰਹੀ ਹੈ ਅਮਰ ਭਾਈ। ਆਪਣੀ ਜ਼ਾਤ ਨੂੰ ਸਭ, ਮੈਂ ਕਿਹਾ ਵੀ ਮੈਂ ਆਪਣੀ ਜ਼ਾਤ ਨੂੰ ਪੇਸ਼ ਕਰਕੇ ਕਹਿਣਾ ਵਾਂ ਕਿ ਮੈਨੂੰ ਗਾਲਾਂ ਕੱਢਣ ਤੇ ਮੈਨੂੰ ਕੋਈ ਮਸਲਾ ਨਹੀਂ, ਲੇਕਿਨ ਅੰਬੀਆ ਨੂੰ ਗਾਲਾਂ ਨਾ ਕੱਢਣ, ਨਬੀ ਅਲੈਹਿ ਸਲਾਮ ਨੂੰ, ਸਹਾਬਾ ਨੂੰ, ਅਹਿਲ ਬੈਤ ਨੂੰ, ਮਹਾਤੁਲ ਮੁਮੀਨ ਤੋਂ ਇੰਨਾ ਕਰਨ, ਗੁਸਤਾਖੀ ਨਾ ਕਰਨ। ਤੇ ਮੈਨੂੰ ਗਾਲਾਂ ਕੱਢ ਵੀ ਲੈਣਗੇ ਤੇ ਕੋਈ ਮਸਲਾ ਨਹੀਂ, ਮੈਂ ਤੇ ਉਹ ਇਗਨੋਰ ਕਰ ਦੇਣਾ। ਅੱਛਾ ਅਮਰ ਭਾਈ, ਮੁਬਾਰਕ ਜਦੋਂ ਇਟਲੀ ਆਇਆ ਸੀ ਉਦੋਂ ਕੀ ਵਾਕਿਆ ਹੋਇਆ ਸੀ? ਇਹ ਥੱਲੇ ਮਰਦਈ ਇੱਕ ਕਹਿ ਰਹੇ ਸੀ, ਉਹ ਵੀ ਜ਼ਰਾ ਇੱਕ ਵਾਰੀ ਕਲੀਅਰ ਕਰ ਦਿਓ। ਇੱਥੇ ਬੈਠਾ ਹੈ ਬਾਰ-ਬਾਰ ਇਹ ਗੱਲ, ਬੜੀ ਵਾਰੀ ਮੈਂ ਦੱਸ ਬੈਠਾ ਕਿ ਇਹ ਧੋਖੇਬਾਜ਼ ਤੇ ਝੂਠੇ ਤੇ ਨੌਸਰਬਾਜ਼ ਤੇ ਠੱਗਾਂ ਦਾ ਟੋਲਾ ਹੈ। ਇਹਨੇ 9 ਨੰਬਰ ਤੋਂ, ਯਾਨੀ ਕਿ ਅਨਨੋਨ ਨੰਬਰ ਤੋਂ ਮੈਨੂੰ 2-3 ਦਿਨ ਮੈਸੇਜ ਕੀਤੇ ਨੇ ਕਿ ਮੈਂ ਤੁਹਾਡੀ ਸ਼ਖਸੀਅਤ ਤੋਂ ਬਹੁਤ ਮੁਤਾਸਰ ਹਾਂ, ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਜ਼ਿੰਦਗੀ 'ਚ ਕਦੇ ਮੁਲਾਕਾਤ ਕਰਨ ਦਾ ਮੌਕਾ ਦਿਓ। ਮੈਂ ਕਿਹਾ ਵੀ ਜਦੋਂ ਮੁਲਾਕਾਤ ਤੁਸੀਂ ਕਰਨਾ ਚਾਹੋ ਕਰ ਲੈਣਾ, ਲੇਕਿਨ ਇਹ ਮੈਸੇਜ ਕਰਨ ਤੋਂ 2 ਹਫ਼ਤੇ ਪਹਿਲੇ ਇਹ ਇੱਥੇ ਕਿਸੇ ਸਾਲਾਨਾ ਜਲਸੇ ਤੇ ਸੀ ਤੇ ਇਹਨੇ ਮੈਨੂੰ ਆਖਿਆ ਮੈਂ ਇਟਲੀ ਆਉਣਾ ਹੈ। ਮੈਂ ਕਿਹਾ ਮੈਨੂੰ ਇਟਲੀ ਦੱਸ ਕੇ ਆਵੀਂ, ਮੈਂ ਤੁਹਾਨੂੰ ਵੈਲਕਮ ਕਰਾਂਗਾ। ਅੱਛੀ ਗੱਲ ਹੈ। ਉਹ ਪਤਾ ਹੈ ਕਹਿੰਦਾ ਸੀ ਮੈਂ ਟੂਰ ਤੇ ਜਾਣਾ ਹੈ, ਤੀਸਰੀ ਆਲਮੀ ਜੰਗ ਰੋਕਣ ਜਾਣਾ। ਇਹ ਇਹਦੀ ਮੇਰੀ ਸਾਲਾਨਾ ਜਲਸੇ ਤੇ ਗੱਲ ਹੋਈ। ਇਟਲੀ ਆਉਣ ਤੋਂ 2-3 ਦਿਨ ਪਹਿਲੇ ਅਨਨੋਨ ਨੰਬਰ ਤੋਂ ਕੋਈ ਬੰਦਾ ਮੈਨੂੰ ਮੈਸੇਜ ਕਰੇ ਤੇ ਆਖੇ ਤੇਰੀ ਸ਼ਖਸੀਅਤ ਤੋਂ ਮੈਂ ਬਹੁਤ ਮੁਤਾਸਰ ਹਾਂ, ਮੈਂ ਤੈਨੂੰ ਮਿਲਣਾ ਚਾਹੁੰਦਾ। ਤੇ ਮੈਂ ਕਿਹਾ ਅੱਛੀ ਗੱਲ ਹੈ, ਹੋ ਜਾਏਗੀ ਮੁਲਾਕਾਤ। ਮੈਨੂੰ ਪਤਾ ਤੇ ਐਸੀ ਕੋਈ ਬੰਦਾ ਝੂਠ ਬੋਲਣ ਲੱਗਿਆ, ਡਰਾਮਾ ਕਰਨ ਲੱਗਿਆ। ਇੱਕ ਦਿਨ ਅਚਾਨਕ ਮੈਨੂੰ ਸਵੇਰ ਇਸ ਟਾਈਮ ਤੋਂ ਬਾਅਦ, ਜਿਸ ਵੇਲੇ ਮੈਂ ਜੌਬ ਤੇ ਨਿਕਲ ਗਿਆ ਘਰੋਂ, ਤੇ ਮੈਨੂੰ ਫੋਨ ਆਉਂਦਾ ਕਿ ਮੈਂ ਤੁਹਾਡੇ ਨਾਲ ਪਤਾ ਨਹੀਂ ਮੁਲਾਕਾਤ ਕਰਨੀ। ਤੇ ਨਾ ਉਹ ਬੰਦੇ ਦਾ ਉਸੇ ਦਾ ਮੈਸੇਜ ਆਇਆ, ਕਹਿੰਦਾ ਮੈਂ ਮੁਲਾਕਾਤ ਕਰਨੀ। ਯਾਰ ਕਾਫੀ 2-3 ਸਾਲ ਹੋ ਗਏ ਹੁਣ ਗੱਲ, ਮੈਨੂੰ ਲਫ਼ਜ਼ ਬਲਫ਼ਜ਼ ਅਗਰ ਕੋਈ ਗਲਤੀ ਹੋ ਜਾਏ ਤੇ ਮਾਫ ਕਰਨਾ। ਤੇ ਉਹਨੇ ਕਿਹਾ ਮਿਲਾਨ ਆਏ ਆ ਤੇ ਮੁਲਾਕਾਤ ਹੋ ਸਕਦੀ। ਮੈਂ ਕਿਹਾ ਜੇ ਤੁਸੀਂ ਬਰੇਸ਼ੀਆ ਆਓਗੇ ਮੈਨੂੰ ਦੱਸ ਦੇਣਾ। ਰਾਤ ਨੂੰ ਮੇਰੇ ਖਿਆਲ ਉਹਨੇ ਮੈਸੇਜ ਕੀਤਾ। ਮੈਂ ਕਿਹਾ ਜਿਸ ਵੇਲੇ ਤੁਸੀਂ ਬਰੇਸ਼ੀਆ ਆਓਗੇ, ਉਹਨੇ ਕਿਹਾ ਬਰੇਸ਼ੀਆ ਆਣਾ ਹੈ। ਉਹ ਮੈਂ ਬੰਦਾ ਉਹਨੂੰ ਜਾਣਦਾ ਵੀ ਨਹੀਂ ਜਿਹੜਾ ਬੰਦਾ ਮੈਨੂੰ ਮੈਸੇਜ ਕਰਨ ਲੱਗੇ, ਅਨਨੋਨ ਨੰਬਰਾਂ ਤੋਂ ਮੈਸੇਜ ਆਉਣ ਲੱਗੇ। ਕਹਿੰਦਾ ਜੀ ਤੁਹਾਡੇ ਨਾਲ ਮੁਲਾਕਾਤ ਕਰਨੀ। ਮੈਂ ਕਿਹਾ ਵੀ ਕਿੱਥੇ ਹੈ? ਮੈਂ ਬਰੇਸ਼ੀਆ ਆਣਾ। ਤੇ ਮੈਂ ਕਿਹਾ ਅੱਛੀ ਗੱਲ, ਜਦੋਂ ਬਰੇਸ਼ੀਆ ਆਓਗੇ ਮੈਨੂੰ ਦੱਸ ਦੇਣਾ।
ਤੇ ਲੇਕਿਨ ਮੈਨੂੰ ਪਹਿਲਾਂ ਦੱਸ ਕੇ ਆਣਾ, ਮੈਂ ਜੌਬ ਕਰਨਾ ਵਾ, ਮੈਂ ਘਰ ਨਹੀਂ ਹੁੰਦਾ, ਯਾਨੀ ਮਲੇਸ਼ੀਆ ਮੈਂ ਹੁੰਦਾ ਨਹੀਂ ਹਰ ਵਕਤ, ਸਵੇਰ ਮੈਂ ਨਿਕਲਣਾ ਸ਼ਾਮ ਨੂੰ ਵਾਪਸ ਆਉਣਾ। ਇਹਨਾਂ ਮੈਨੂੰ ਸਵੇਰ ਦੇ ਟਾਈਮ ਫੋਨ ਕੀਤਾ, ਕਿਹੜਾ ਟਾਈਮ ਸੀ, ਦੁਪਹਿਰ ਦਾ ਟਾਈਮ ਹੋਣਾ 10-11 ਦਾ। ਤੇ ਇਹਨਾਂ ਕਿਹਾ ਜੀ ਅਸੀਂ ਆਏ ਹਾਂ ਤੁਹਾਡੇ ਨਾਲ ਮੁਲਾਕਾਤ ਕਰ। ਉਹ ਬੰਦਾ ਪਿਆ ਕਵੇ ਮੈਸੇਜ ਪਾ ਕਰੇ ਜਾਂ ਫੋਨ ਪਾ ਕਰੇ, ਇਹ ਤਾਂ ਮੁਬਾਰਕ ਦਾ ਵਿੱਚ ਕੋਈ ਜ਼ਿਕਰ ਨਹੀਂ ਹੈ, ਅਨਨੋਨ ਨੰਬਰ ਤੋਂ ਕੋਈ ਬੰਦਾ ਮੈਸੇਜ ਪਿਆ ਕਰਦਾ। ਦੁਪਹਿਰ ਨੂੰ ਜਿਸੇ ਫੋਨ ਕੀਤਾ ਕਿ ਅਸੀਂ ਮੈਂ ਆ ਗਿਆ ਬਰੇਸ਼ੀਆ, ਮੈਂ ਕਿਹਾ ਮੈਂ ਬਰੇਸ਼ੀਆ ਨਹੀਂ ਆ, ਤੇ ਤੁਹਾਨੂੰ ਮੈਂ ਪਹਿਲੇ ਕਿਹਾ ਸੀ ਕਿ ਜਦੋਂ ਤੁਸੀਂ ਆਣਾ ਹੋਇਆ ਦੱਸ ਕੇ ਆਣਾ, ਭਾਈ ਜੀ ਤੁਸੀਂ ਕੌਣ ਹੋ ਕੌਣ ਨਹੀਂ। ਐਨੀ ਦੇਰ ਨੂੰ ਇਹਨੇ ਫੋਨ ਫੜ ਲਿਆ, ਉਹ ਭਾਬੀਆ ਉਹ ਤੇਰੇ ਨਾਲ ਮੁਲਾਕਾਤ ਕਰਨੀ ਸੀ। ਉਹ ਮੈਂ ਕਿਹਾ ਬੇ ਸ਼ਰਮਾ, ਤੂੰ ਮੁਲਾਕਾਤ ਕਰਨੀ ਸੀ ਤੇ ਮੈਂ ਤੈਨੂੰ ਤੇਰੇ ਸਾਲਾਨਾ ਜਲਸੇ ਤੇ ਕਿਹਾ ਸੀ ਵੀ ਜਦੋਂ ਤੂੰ ਇਟਲੀ ਆਣਾ ਹੋਇਆ ਮੈਨੂੰ ਦੱਸ ਕੇ ਆਵੀਂ, ਇਹ ਤੂੰ ਅਨਨੋਨ ਨੰਬਰਾਂ ਤੋਂ ਮੈਸੇਜ ਕਰਨ ਲੱਗੇ ਹੈ। ਨਹੀਂ ਹੁਣ ਮੁਲਾਕਾਤ ਕਰ। ਮੈਂ ਕਿਹਾ ਮੈਂ ਬਰੇਸ਼ੀਆ ਨਹੀਂ ਆ, ਆਪਣੇ ਸ਼ਹਿਰ ਨਹੀਂ ਆ, ਮੈਂ ਸ਼ਹਿਰ ਤੋਂ ਦੂਰ ਆ 200 ਕਿਲੋਮੀਟਰ ਤੋਂ। ਦੂਜਾ ਕਿ ਮੈਂ ਜੌਬ ਤੇ ਆ। ਕਹਿੰਦਾ ਸੀ ਉਸੇ ਸ਼ਹਿਰ ਨੂੰ ਆ ਰਹੇ ਹਾਂ, ਅਸੀਂ ਉਸੇ ਸ਼ਹਿਰ ਦੇ ਕਰੀਬ ਆ, ਵਰੋਨਾ ਸ਼ਹਿਰ ਦਾ। ਮੈਂ ਕਿਹਾ ਵੀ ਮੈਂ ਜੌਬ ਤੇ ਆ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਮੈਂ ਇੱਥੇ ਰੁਕ ਨਹੀਂ ਸਕਦਾ, ਉੱਥੋਂ 200 ਕਿਲੋਮੀਟਰ ਦੂਰ ਹੈ ਤੇ ਮੈਂ ਸਫ਼ਰ ਕਰਨਾ ਹੈ। ਤੇ ਤੂੰ ਬਰੇਸ਼ੀਆ ਅਗਰ ਆਇਆ ਸੈਂ ਤੇ ਮੈਨੂੰ ਬਰੇਸ਼ੀਆ ਕਿਉਂ ਨਹੀਂ ਤੂੰ ਰਾਬਤਾ ਕੀਤਾ, ਮੈਂ ਉੱਥੇ ਤੈਨੂੰ ਮਿਲ ਕੇ ਆਉਂਦਾ, ਜਾਂ ਸ਼ਾਮ ਨੂੰ ਵਾਪਸ ਬਰੇਸ਼ੀਆ ਆ ਜਾ ਤੇ ਉੱਥੇ ਮੁਲਾਕਾਤ ਕਰ ਲਾਂਗੇ। ਨਹੀਂ ਇੱਥੇ ਹੀ ਵਰੋਨਾ ਹੀ ਰੁਕ, ਅਸੀਂ ਇੱਥੇ ਤੇਰੇ ਨਾਲ ਮੁਲਾਕਾਤ ਕਰਨੀ, ਇੱਥੇ ਹੀ ਮੁਲਾਕਾਤ ਕਰਨੀ। ਮੈਂ ਕਿਹਾ ਤੁਸੀਂ ਮੈਨੂੰ ਇੱਥੇ ਘਰ ਤੋਂ 200 ਕਿਲੋਮੀਟਰ ਦੂਰ, ਜਿੱਥੇ ਕਿ ਮੈਂ ਰੁਕ ਵੀ ਨਹੀਂ ਸਕਦਾ ਆਪਣੀ ਜੌਬ ਦੀ ਵਜ੍ਹਾ ਤੋਂ, ਇੱਥੇ ਤੁਸੀਂ ਮੁਲਾਕਾਤ ਕਿਉਂ ਕਰਨੀ ਹੈ? ਤੁਸੀਂ ਉੱਥੇ ਜਿੱਥੇ ਬਰੇਸ਼ੀਆ, ਮਿਲਾਨ ਤੋਂ ਬਰੇਸ਼ੀਆ ਲੰਘ ਕੇ ਅੱਗੇ ਵਰੋਨਾ ਜਾਈਦਾ, ਯਾਨੀ ਜਿਸ ਤਰ੍ਹਾਂ ਇਸਲਾਮਾਬਾਦ ਤੋਂ ਗੁਜਰਾਤ ਲੰਘ ਕੇ ਲਾਹੌਰ ਜਾਈਦਾ, ਇਸ ਤਰ੍ਹਾਂ ਗੁਜਰਾਤ ਮੇਰਾ ਸ਼ਹਿਰ ਹੋਵੇ ਤੇ ਮੈਂ ਲਾਹੌਰ ਗਿਆ ਵਾਂ ਤੇ ਬੰਦਾ ਆਖੇ ਅਸੀਂ ਗੁਜਰਾਤ ਤੋਂ ਲੰਘ ਗਏ ਆ ਤੇ ਅਸੀਂ ਲਾਹੌਰ ਹੀ ਤੇਰੇ ਪਿੱਛੇ ਪਿਆਵਨੇ ਆ। ਤੇ ਮੈਂ ਕਿਹਾ ਤੁਸੀਂ ਅਗਰ ਟੂਰ ਤੇ ਆਏ ਹੋ ਤੇ ਦੁਬਾਰਾ ਗੁਜਰਾਤ ਹੀ ਸ਼ਾਮ ਨੂੰ ਆਣਾ ਜੇ ਨਾ, ਤੇ ਉੱਥੇ ਮੁਲਾਕਾਤ ਕਰ ਲਾਂਗੇ। ਨਹੀਂ ਭਾਬੀਆ ਦੌੜਨਾ। ਮੈਂ ਕਿਹਾ ਇਨਸਾਨ ਦੇ ਪੁੱਤਰਾਂ ਵਾਲਾ ਕੰਮ ਕਰ, ਬੱਚੇ ਦੇ ਬੰਦੇ ਦਾ ਬੱਚਾ ਬਣ। ਤੂੰ ਅਗਰ ਮੁਲਾਕਾਤ ਕਰਨੀ ਸੀ ਤੇ ਤੂੰ ਪਹਿਲਾਂ ਇਹ ਜਿਹੜੇ ਅਨਨੋਨ ਨੰਬਰਾਂ ਤੋਂ ਮੈਸੇਜ ਦਾ ਡਰਾਮਾ ਕਰਦੇ ਦੀ ਕੀ ਜ਼ਰੂਰਤ ਸੀ? ਤੈਨੂੰ ਮੈਂ ਉਦੋਂ ਕਿਹਾ ਸੀ ਕਿ ਤੂੰ ਜਦੋਂ ਆਏਗਾ ਇਟਲੀ ਤੇ ਮੈਨੂੰ ਦੱਸ ਕੇ ਆਈ, ਤੇ ਮੈਨੂੰ ਖੁਸ਼ੀ ਹੋਏਗੀ ਤੇਰੇ ਨਾਲ ਇੱਥੇ ਮੁਲਾਕਾਤ ਕਰਕੇ, ਮੈਂ ਤੁਹਾਨੂੰ ਚਾਹ ਪਿਆਂਗਾ, ਰੋਟੀ ਸ਼ੋਟੀ ਖਵਾਵਾਂਗਾ, ਤੁਹਾਨੂੰ ਵੈਲਕਮ ਕਰਾਂਗਾ। ਤੁਸੀਂ ਤੇ ਨਿਕਲੇ ਹੋ ਟੂਰ ਤੇ ਉਹ ਜਿਹੜੀ ਤੀਸਰੀ ਆਲਮੀ ਜੰਗ ਨੂੰ ਰੋਕਣ ਵਾਸਤੇ, ਇਹਦੇ ਵਾਸਤੇ ਇਹ ਡਰਾਮਾ ਕਰਨ ਦੀ ਕੀ ਲੋੜ ਸੀ? ਐਨੀ ਗੱਲ ਹੋਈ ਏ। ਇਹਦੇ ਤੋਂ ਬਾਅਦ ਚਲੋ ਥੋੜੀ ਜੀ ਤਲਕ ਗੁਫ਼ਤਗੂ ਹੋਈ ਏ। ਮੈਂ ਕਿਹਾ ਵੀ ਜੇ ਪੁੱਤਰ ਦੱਸ ਕੇ ਆਵੇਂ ਜਾਂ ਇੱਥੇ ਵਾਪਸ ਆ ਬਰੇਸ਼ੀਆ, ਤੇ ਜੇ ਤੇਰੇ ਮੱਥੇ ਰੰਗ ਕੇ ਨਾ ਮੈਂ ਟੋਰੇ ਤੇ ਆਖੀ ਗੁਜ਼ਰ ਹੀ ਨਹੀਂ ਹੈ। ਇੰਜ ਦੀ ਕੋਈ ਗੱਲ ਹੋਈ, ਥੋੜੀ ਬਹੁਤੀ ਤਲਕੀ ਤੁਲਕੀ ਹੋਈ ਏ, ਲੇਕਿਨ ਨਾ ਉਹਨੇ ਮੈਨੂੰ ਗਾਲ ਕੱਢੀ ਨਾ ਮੈਂ ਉਹਨੂੰ ਗਾਲ ਕੱਢੀ। ਉਹਦੇ ਬਾਅਦ ਸਾਡਾ ਰਾਬਤਾ ਕੱਟਿਆ ਗਿਆ। ਬਸ ਇਹ ਉਹ ਟੋਟਲ ਸਟੋਰੀ ਹੈ ਜਿੱਥੇ ਮੈਨੂੰ ਯਾਦ ਹੈ, ਲੇਕਿਨ ਇਹ ਮੇਰਾ 2 ਜਾਂ 3 ਆਮਰ ਬਈ ਉਹਦੇ ਨਾਲ ਮੁੰਡਾ ਸੀ, ਉਹ ਦਾੜੀ ਵਾਲਾ ਗਰਾਜ ਗਾਏ ਦੀ ਆਈਡੀ, ਮੈਂ ਤੁਹਾਨੂੰ ਉਹਦੇ ਫੋਟੋ ਵੀ ਭੇਜੇ ਸਨ ਕਿ ਜਿਸ ਟਾਈਮ ਇਹ ਤੁਹਾਨੂੰ ਕਹਿ ਰਹੇ ਨੇ ਇਹ ਝੂਠ ਕਹਿ ਰਹੇ ਨੇ, ਇਹ ਉੱਥੇ ਮੌਜੂਦ ਨਹੀਂ ਨੇ। ਇਹ ਵੇਖੋ ਇਸ ਚਾਈ ਮੌਜੂਦ ਨੇ, ਕਦੇ ਤੁਹਾਨੂੰ ਯਾਦ ਹੋਵੇ ਤੇ। ਉਹ ਗਰਾਜ ਗਾਏ ਲੰਬੀ ਦਾੜੀ ਵਾਲਾ ਮੁੰਡਾ, ਉਹ ਆਪਣੇ ਨੰਬਰ ਤੋਂ ਤੁਹਾਨੂੰ ਮੈਸੇਜ ਕਰਦਾ ਰਿਹਾ, ਠੀਕ ਹੈ। ਤੇ ਇੱਥੇ ਵੀ ਇਸਨੇ ਹੁਣ ਇਹ ਡਰਾਮਾ ਕੀਤਾ ਮੇਰੇ ਨਾਲ, ਇਹਨੂੰ ਬੁਲਾਓ ਹੁਣ। ਮੈਨੂੰ ਕਹਿੰਦਾ ਮੈਂ ਆਸਟ੍ਰੇਲੀਆ ਆਇਆ ਹੋਇਆ, ਇਹ ਹੁਣ 3 ਹਫ਼ਤੇ ਪਹਿਲੇ। ਮੈਂ ਕਿਹਾ ਆ ਜਾ। ਕੌਣ ਕਹਿੰਦਾ? ਆ ਜਾ। ਹੈ ਮੁਬਾਰਕ। ਮੈਨੂੰ ਕਹਿੰਦਾ ਮੈਂ ਆਸਟ੍ਰੇਲੀਆ ਆਇਆ ਹੋਇਆ, ਠੀਕ ਹੈ। ਮੈਂ ਕਿਹਾ ਮੋਸਟ ਵੈਲਕਮ, ਆ ਜਾ, ਰੋਟੀ ਖਿਲਾਣੀ ਆ ਤੈਨੂੰ, ਕੋਈ ਪ੍ਰੋਬਲਮ ਨਹੀਂ, ਆ ਜਾ। ਮੈਂ ਐਡਰੈਸ ਸੈਂਡ ਕੀਤਾ ਇਹਨੂੰ, ਠੀਕ ਹੈ। ਤੇ ਬਸ ਮੈਂ ਆਣਾ। ਮੈਂ ਕਿਹਾ ਠੀਕ ਹੈ। ਫਿਰ ਮੈਨੂੰ ਕਹਿੰਦਾ ਮੈਂ ਮੈਲਬਰਨ ਵਿੱਚ ਆ। ਮੈਂ ਕਿਹਾ ਯਾਰ ਕੁਛ ਨਹੀਂ, ਤੂੰ ਕਦੇ ਮੈਨੂੰ ਕਹਿੰਦੇ ਮੈਂ ਉਧਰ ਆ ਜਾਣਾ, ਤੂੰ ਇੱਥੇ ਆਣਾ ਤੇ ਇੱਥੇ ਆ ਜਾ, ਤੂੰ ਕੋਈ ਟੈਨਸ਼ਨ ਨਹੀਂ ਹੈ, ਖਾਣਾ ਹੀ ਹੈ, ਬਹਿ ਕੇ ਗੱਪਸ਼ਪ ਲਾਣੀ ਹੈ, ਕੋਈ ਪ੍ਰੋਬਲਮ ਨਹੀਂ। ਅਲਾ ਮੈਂ ਤੈਨੂੰ ਦੱਸਣਾ, ਇਹ ਹੁਣ ਬੁਲਾਓ ਇਹਨੂੰ ਇੱਥੇ। ਮੈਂ ਕਿਹਾ ਠੀਕ ਹੈ, ਮੈਨੂੰ ਦੱਸ। ਫਿਰ 2-3 ਦਿਨ ਬਾਅਦ ਮੈਨੂੰ ਮੈਸੇਜ ਕਰਦਾ ਥੱਲੇ ਉਸ ਤੇ ਆਪਣਾ ਬਰॉड ਤੇ, मैं सिडनी में हूँ। मैं कहा ठीक है, आ जा, 10 किथे में? कोई नहीं दसिया। झूठा आदमी है, झूठा। ਵੇ ਕਸਮ ਖੁਦਾ ਦੀ ਇਹ ਕਦੀ ਇੰਜ ਦਾ ਕੋਈ ਮੈਨੂੰ ਟੱਕਰੇ ਨਾ, ਮੈਂ ਨੌਕਰੀ ਛੱਡ ਕੇ ਉੱਥੇ ਤੱਕ ਆਪਣਾ ਜਿੱਥੇ ਆਖੇ, ਕਸਮ ਬਿਲਾ ਮੈਂ ਆਪਣਾ। ਅੱਛਾ ਜੀ, ਜਿਹੜਾ ਉਹ ਆਲਮੀ ਜੰਗ ਵਾਸਤੇ ਇਹਨਾਂ ਦੀ ਉਹ ਨਿਕਲਿਆ ਸੀ ਮੁਬਾਰਕ ਦੀ, ਵੈਸੇ ਤੁਹਾਨੂੰ ਹਰੇ ਪਤਾ ਕਿ ਨਹੀਂ, ਇੱਕ ਅੱਖ ਬੈਠੀ ਹੈ ਗੱਡੀ ਵੀ ਉਹਦੀ ਹੈਡਲਾਈਟ ਨਹੀਂ ਸੀ ਏਡੀ ਸਹੀ, ਤੇ ਅੱਖ ਵੀ ਉਹਦੀ ਬੈਠੀ ਨੇ। ਯਕੀਨ ਕਰ ਲਓ ਕਿਹੜਾ ਜੀ ਚੋਈ ਸਾਹਿਬ, ਪਹਿਲਾਂ ਦੱਸੋ ਸਬੂਤਾ ਕਿਹੜਾ? ਤੇ ਜਦੋਂ ਇਹ ਸਾਰਾ ਆਲਮੀ ਜੰਗ ਰੋਕਣ ਵਾਸਤੇ ਇਹ ਨਿਕਲਿਆ ਮੁਬਾਰਕ, ਆਖਰ ਦੇ ਉੱਤੇ ਹੁੰਦਾ ਨਾ ਜਿਵੇਂ ਉਹ ਪ੍ਰੈਸ ਰਿਲੀਜ਼ ਹੁੰਦੀ ਹੈ, ਜਾਂ ਆਖਰ ਦੇ ਉੱਤੇ ਜਦੋਂ ਬੰਦਾ ਇੱਕ ਪ੍ਰੋਗਰਾਮ ਫਿਨਿਸ਼ ਕਰਦਾ ਤੇ ਫਿਰ ਆਪਣਾ ਉਹ
ਇਹਨਾਂ ਨੇ ਫਿਰ ਫਾਈਨਲ ਜਮਾਤ ਨੇ ਹੁਣ ਕੀ ਦੱਸਦੇ ਨੇ ਕਿ ਨਹੀਂ ਹੁਣ ਲੱਗਣੀ ਆਲਮੀ ਜੰਗ, ਰੋਕ ਛੱਡੀ ਉਹਨੇ ਕਿ ਕੋਈ ਹੈ ਚਾਂਸ ਅਜੇ? ਰੋਕ ਦਿੱਤੀ। ਇਹਦੇ ਦੌਰੇ ਨੇ ਪੂਰੇ तमाम ਮੁਲਕਾਂ ਨੂੰ ਵਾਰਨ ਕਰ ਦਿੱਤਾ ਹੈ ਕਿ ਖਲੀਫਾ ਮਸਰੂਰ ਨੇ ਆਖਿਆ ਆਲਮੀ ਜੰਗ ਤੋਂ ਬਚ ਜਾਓ, ਇਸ ਤਬਾਹੀ ਤੋਂ ਬਚ ਜਾਓ। तमाम ਮਮਾਲਕ ਨੇ ਤਵੱਜੋ ਕੀਤੀ ਹੈ ਔਰ ਉਹਨਾਂ ਨੇ ਆਪਣੇ ਆਪਣੇ ਜਿਹੜੇ ਮਿਜ਼ਾਈਲ ਮਿਸ਼ਨ ਤੇ ਐਟੋਮਿਕ ਮਿਸ਼ਨ ਸੀ ਉਹਨਾਂ ਨੂੰ ਰੋਕ ਦਿੱਤਾ ਇਹਨਾਂ ਦਾ। ਇਹ ਨਾ ਤੁਸੀਂ ਅਗਰ ਇਹਦੀ ਤੇ ਮੈਨੂੰ ਹੁਣ ਆਈਡੀ ਦਾ ਵੀ ਨਹੀਂ ਪਤਾ ਕਿੱਥੇ ਵੇ, ਜੇ ਇਹਦੀ ਕੋਈ ਆਈਡੀ ਕਿਸੇ ਨੂੰ ਤੁਹਾਨੂੰ ਪਤਾ ਹੈ ਨਾ ਤੇ ਇਹ ਨਾ ਇੱਕ ਦਿਨ ਵਹਾਨ ਡਿਆ ਸੀ ਕਿ ਮੇਰੇ ਕੋਲ ਸਮਾਨ ਕੀ ਹੈ। ਮੈਂ ਜਦੋਂ ਇਹ ਜੰਗ ਰੋਕਣ ਵਾਸਤੇ ਜਿਹੜਾ ਨਿਕਲਿਆ ਨਾ, ਇਹ ਜਦੋਂ ਇਹ ਆਪਣਾ ਕਾਦੀਆਨੀ ਇਹ ਥੱਲੇ ਇੱਕ ਮਿੰਟ ਵੇਖ ਲੈ, ਇਹਦੇ ਤੇ ਰਿਬਰਟਲ ਦੇ ਸਕਣਾ ਕਿ ਨਹੀਂ ਦੇ ਸਕਦਾ। ਇੱਕ ਸਿਰਫ ਤੇਰੀ ਬਰਾਡ ਚੱਲ ਤੇਰੀ ਇਜਾਜ਼ਤ ਲੈ ਕੇ ਉਹ ਨਾ ਇਹਨੇ ਨਾ ਉਹਦੀ ਗੱਡੀ ਦੀ ਆਪਣੀ ਦੀ ਸਾਰੀ ਉਹਦੇ ਚ ਵੀਡੀਓ ਵਿਖਾਈ। ਇੱਕ ਹੈਂਗਰ, ਯਕੀਨ ਕਰੋ ਇਸ ਤਰ੍ਹਾਂ ਦਾ ਹੋਮਲੈਸ ਇੱਥੇ ਸੂਟ ਨਹੀਂ ਪਾਉਂਦੇ ਕੈਨੇਡਾ 'ਚ। ਉਹ ਹੈਂਗਰ ਉਹਨਾਂ ਨੇ ਰੇਹੜੀ ਤੋਂ ਟੰਗੇ ਹੁੰਦੇ ਨੇ ਹੋਮਲੈਸਾਂ ਨੇ, 2-3 ਆਪਣੇ ਕੋਟ, ਇੱਕ ਹੈਂਗਰ, ਇੱਕ ਸ਼ਹਿਦ ਦੀ ਸ਼ੀਸ਼ੀ, ਇੱਕ ਸਟੱਪਣੀ ਉਹ ਖੁੱਲੀ ਪਈ ਉੱਤੇ। ਮੇਰਾ ਮੱਟ ਡਿੱਗੀ ਦੇ ਵਿੱਚ ਉਹ ਪਤਾ ਨਹੀਂ ਕਿਹੜੇ ਡਿਜ਼ਾਈਨ ਦੀ ਗੱਡੀ ਹੈ, ਉਹਦੇ ਟਾਇਰ ਉੱਪਰ ਪਿਆ ਹੈ ਨਾ ਫ੍ਰੀ। ਤੇ ਇੱਕ ਪੇਚਕਸ ਆਂਦਾ ਜੀ ਜਿਹੜਾ ਉੱਤੋਂ ਸੈਨ ਲੱਗਾ ਨਾ ਵਰਲਡ ਵਾਰ ਨੂੰ ਰੋਕਣ ਵਾਸਤੇ, ਜਿਹੜਾ ਉੱਤੇ ਲਿਖਿਆ ਮਸਲਨ ਪਤਾ ਨਹੀਂ ਮਿਰਜ਼ੇ ਦੀ ਫੋਟੋ ਟੰਗੀ ਹੈ ਜਾਂ ਕੀ ਲਿਖਿਆ, ਉਹ ਇਹ ਜੇ ਢਿੱਲਾ ਰਾਹ ਚ ਹੋ ਜੇ ਚਲਦਿਆਂ ਤੇ ਉਹ ਮੈਂ ਕੱਸਣਾ ਹੋਏ ਤੇ ਇੱਕ ਇਹ ਮੈਂ 2 ਸਕਰੂ ਡਰਾਈਵਰ, ਇੱਕ ਹੈਂਗਰ ਤੇ ਸ਼ਹਿਦ ਦੀ ਸ਼ੀਸ਼ੀ ਤੇ ਬੈਠੀ ਅੱਖ ਇਹਦੀ ਤੇ ਟੁੱਟੀ ਗੱਡੀ। ਇਹ ਹੈ ਜੀ ਦੁਨੀਆ ਜਿਹੜੀ ਏ ਉਹ ਵਰਲਡ ਵਾਰ ਰੋਕਣ ਵਾਸਤੇ ਕੀ ਪੇ ਕਰਦੀ ਹੈ। ਦੁਨੀਆ 'ਚ ਜਿਹੜੇ ਵੱਡੇ ਵੱਡੇ ਝਗੜੇ ਨੇ, ਵੱਡੇ ਵੱਡੇ ਇਸ਼ੂ ਨੇ, ਉਹਨਾਂ ਨੂੰ ਲੋਕੀ ਡਿਸਕਸ ਕਰਦੇ ਨੇ, ਉਹਨਾਂ ਦੇ ਫੈਸਲੇ ਕਰਦੇ ਨੇ ਕੌਮਾਂ ਬਹਿ ਕੇ ਕਿ ਬਈ ਇੱਥੋਂ ਜਿੱਥੋਂ ਲੜਾਈ ਦਾ ਡਰ ਉਹ ਨਾ ਹੋਵੇ। ਨੰਬਰ 1 ਤੇ ਜੇ ਲੜਾਈ ਹੋ ਪਏ ਤੇ ਫਿਰ ਕੀ ਕਰਨਾ ਹੈ? ਉਹਦੇ ਵਾਸਤੇ ਦੁਨੀਆ ਮਿਜ਼ਾਈਲ ਬਣਾ ਰਹੀ ਹੈ, ਕੋਈ ਐਟਮ ਬਣਾ ਰਿਹਾ ਹੈ, ਕੋਈ ਜਹਾਜ਼ ਬਣਾ ਰਿਹਾ। ਲਓ ਜੀ ਕਾਦੀਆਨੀ ਮਲੰਗਾਂ ਦੀ ਜੰਗ ਰੋਕਣ ਵਾਸਤੇ ਵੇਖੋ, ਟੁੱਟੀ ਗੱਡੀ, ਕਾਣਾ ਬੰਦਾ, ਇੱਕ ਹੈਂਗਰ, ਇੱਕ ਹੈਂਗਰ। ਤੇ ਜੇ ਜੰਗ ਹੋ ਪਏ ਤੇ ਉਹਦੇ ਵਾਸਤੇ ਜੀ ਮਿਰਜ਼ਾ ਸਾਹਿਬ ਨੇ ਕਿਹਾ ਜੀ 2-2 ਕਿਲੋ ਸਾਰੇ ਦਾਲ ਲੈ ਲਓ। ਇੱਕ ਦਿਨ ਨਾ ਮੈਂ ਇੱਕ ਵੀਡੀਓ ਵੇਖੀ, ਉਹਦੇ ਚ ਯਕੀਨ ਕਰੋ ਕਾਦੀਆਨੀ ਮਲੰਗਾਂ ਦੇ ਨਿਆਣਿਆਂ ਨੇ ਪੁੱਛਿਆ ਨਾ ਕਿ ਹਜ਼ੂਰ ਸ਼ੈਵਾਂ ਦੇ ਨਾਲ ਹੋਰ ਕੀ ਲਈਏ? ਤੇ ਯਕੀਨ ਕਰੋ ਜਿਵੇਂ ਪਾਗਲ ਨਹੀਂ ਬੰਦਾ ਆਂਦਾ ਉੱਚੀ ਹਰੇ ਆਂਦਾ ਅੰਦਰ ਦਾਲ ਵੀ ਲਵੋ ਉੱਚੀ ਸਾਰੀ। ਜੇ ਜੰਗ ਹੋ ਪਏ ਤੇ ਸਾਹਿਬ ਦੀ ਗੱਡੀ ਪਾਕਿਸਤਾਨ ਨਾਲ ਕਿਉਂ ਨਹੀਂ ਆਈ? ਨਹੀਂ ਪਾਕਿਸਤਾਨ ਤੋਂ ਨਹੀਂ ਨਾ ਲੱਗਣੀ, ਰੂਸ ਦੇ ਵਿੱਚ ਬੰਬ ਪਿਆ ਬਣਦਾ। ਉਹ ਮਿਰਜ਼ੇ ਤਾਹਰ ਦੱਸਿਆ ਨਾ, ਰੂਸ ਉਹ ਬੰਬ ਦੇ ਮੈਨੂੰ ਲੱਗਦਾ ਚਫੇਰੇ ਹੀ ਇਹਨੇ ਸਰਕਲ ਕੱਟਿਆ। ਬੰਬ ਆਪਣਾ ਜਿਹੜਾ ਸੀ ਨਾ ਉਹ ਮਿਰਜ਼ੇ ਤਾਹਰ ਨੇ ਕਿਹਾ ਸੀ। ਉਹ ਹੈ ਤੇ ਵਰਲਡ ਟੂਰ ਸੀ ਲੇਕਿਨ ਇੱਥੋਂ ਹੀ ਫਿਰ ਟੁਰ ਕੇ ਆ ਗਿਆ ਨੇੜੇ ਜਿਹੜੇ 2-3 ਮੁਲਕ ਨੇ ਨਾ। ਨਹੀਂ ਜਿੱਥੋਂ ਜੰਗ ਲੱਗਣੀ ਅਸਲ ਉੱਥੇ ਗਿਆ ਨਾ ਉਹ। ਰੂਸ ਦੇ ਵਿੱਚ ਬੰਬ ਪਿਆ ਬਣਦਾ ਤੇ ਉਸ ਬੰਬ ਦੇ ਇਹ ਚਫੇਰੇ ਰਿਹਾ ਏ, ਇਹਨੇ ਘੇਰਾ ਪਾਈ ਰੱਖਿਆ ਹੈ। ਤੇ ਤਾਂ ਮੈਂ ਪੁੱਛਣਾ ਹੈ ਵੀ ਬੰਬ ਜ਼ਾਇਆ ਕਰ ਆਇਆ ਹੈ ਕਿ ਅਜੇ ਚਾਂਸ ਹੈ ਉਹਦੇ ਚੱਲਣ ਦੇ? ਰੂਸ ਨਹੀਂ ਗਿਆ, ਕਦੋਂ ਰੂਸ ਗਿਆ? ਇਹ ਤੇ ਇੱਥੋਂ ਹੀ ਕੋਈ ਜਿਹੜੇ ਨੇ ਮੇਰੇ ਖਿਆਲ ਇਟਲੀ ਦੇ ਨਾਲ ਅੱਗੇ ਜਿਹੜੀ ਪਤਾ ਨਹੀਂ ਪੋਲੈਂਡ ਵੜਿਆ ਤੇ ਉੱਥੋਂ ਕਿੰਨੇ ਨਿਕਲ ਕੇ ਘੱਟ ਹੁੰਦੇ ਮੈਨੂੰ ਤੇ ਚਲੋ ਜੀ ਬਹਰਲ ਇਹ ਲਓ ਜੀ। ਜਦੋਂ ਦਾ ਇਹ ਤੁਹਾਡੇ ਅਗਰ ਤੁਸੀਂ ਪੜ੍ਹੋ ਨਾ ਇਹਨਾਂ ਦੀ ਹਿਸਟਰੀ ਕਾਦੀਆਨੀ ਪੀਰਾਂ ਦੀ, ਇਹਨੂੰ ਨਾ ਮਿਰਜ਼ਾ ਨਾਸਰ ਨੂੰ ਕਿਹਾ ਕਾਦੀਆਨੀ ਮਲੰਗਾ ਨੇ ਅੱਲਾ ਹੀ ਹੱਥ ਰੱਖਿਓ। ਹੈ ਬੰਦਾ ਜਿਹੜਾ ਨਾ ਉਹ ਹੋਸਟ ਜਿਹੜਾ ਉਹ ਉਹਨਾਂ ਦਾ ਵੀ ਤਲਕ ਵਾਲਾ ਹੈ ਤੇ ਜਾਇਜ਼ ਹੀ ਗੱਲ ਕਰੇ। ਨਹੀਂ ਮੈਂ ਤੇ ਜਿਹੜੀ ਸੱਚੀ ਗੱਲ ਹੈ, ਬਾਕੀ ਉਹ ਹੋਸਟ ਨੂੰ ਗੁੱਸਾ ਚੜ ਜੇ ਤੇ ਮੈਂ ਕੀ ਕਰ ਸਕਣਾ। ਤਾਂ ਹੀ ਤੇ ਉਹਨਾਂ ਨੇ ਮਤਲਬ ਮਿਰਜ਼ੇ ਤਾਹਰ ਨੂੰ ਉਹਨਾਂ ਨੇ ਕਿਹਾ, ਨਾਸਰ ਨੂੰ ਉਹਨਾਂ ਕਿਹਾ ਵੀ ਗੱਲ ਇਸ ਤਰ੍ਹਾਂ ਕਿ ਮਿਰਜ਼ਾ ਸਾਹਿਬ ਘੋੜੇ ਨਾ ਲੈ ਆਈਏ, ਚੰਦਾ ਬੜਾ ਹੈ ਤੇ ਘੋੜੇ ਪਾਲਨੇ ਆ ਇੱਥੇ ਵਧੀਆ। ਉਹਨੇ ਆਖਿਆ ਇਹ ਕਿਹੜਾ ਕੰਮ ਹੈ, ਇਹ ਤਾਂ ਮੌਜਾਂ ਨੇ। ਲਓ ਜੀ ਉਹਨੇ ਨਾ ਐਲਾਨ ਕਰ ਦਿੱਤਾ ਕਿ ਘੋੜਾ ਇੱਕ ਐਸੀ ਸਵਾਰੀ ਜਿਹੜਾ ਤੀਸਰੀ ਆਲਮੀ ਜੰਗ ਦਾ ਖਤਰਾ ਹੈ,
ਤੇ ਘੋੜਾ ਇੱਕ ਐਸੀ ਸਵਾਰੀ ਹੈ ਕਿ ਜਿਹੜਾ ਜੰਗ ਦੇ ਵਿੱਚ ਇਹਦੀ ਜ਼ਰੂਰਤ ਰਹਿੰਦੀ ਹੈ। ਲਿਹਾਜ਼ਾ ਜਮਾਤ ਨੂੰ ਟਾਪ ਕਲਾਸ ਜਿਹੜੇ ਘੋੜੇ ਨੇ ਨਾ ਉਹ ਪਾਲਣੇ ਚਾਹੀਦੇ ਨੇ। ਸ਼ਾਇਦ ਤੁਸੀਂ ਦੇਖਿਆ ਹੁਣ ਵੀਡੀਓ ਮਿਰਜ਼ੇ ਨਾਸਰ ਦੇ ਦੌਰ 'ਚ ਜਿਹੜਾ ਤੀਜਾ ਕਾਦੀਆਨੀ ਪੀਰ ਸੀ ਨਾ, ਇਹਦੇ ਦੌਰ ਦੇ ਵਿੱਚ ਘੋੜਿਆਂ ਦਾ ਬਕਾਇਦਾ ਦੌੜਾ ਹੁੰਦੀਆਂ ਸਨ ਉੱਥੇ ਰਵੇ। ਪੂਰਾ ਤਮਾਸ਼ਬੀਨ ਸੀ ਉਹ। ਲਓ ਜੀ, ਉਹਨੇ ਨਾ, ਮੈਂ ਖੁਦ ਇੱਥੇ ਗਿਆ ਜਿੱਥੇ ਕਾਦੀਆਨੀ ਪੀਰ ਦੀ ਕੋਠੀ ਹੈ ਨਾ, ਰੁੱਟੇ ਚੰਦੇ ਨਾਲ 36, ਜਿਹਨੂੰ ਕਸਰੇ ਖਿਲਾਫਤ ਜੋ ਨਿਦਾ ਨਹੀਂ ਆਂਦੀ ਕੰਜਰਖਾਨਾ, ਉਹ ਚੌਧਰੀ ਕਸਰੇ ਸਾਹਿਬ ਮੈਂ ਅਵੇਸ ਹਾਂ, ਹੁਣੇ ਆਇਆ, ਲੇਕਿਨ ਅਗਰ ਤੁਸੀਂ ਗੁਫ਼ਤਗੂ ਕਰਨੀ ਹੈ ਅੱਛੇ ਅੰਦਾਜ਼ ਨਾਲ ਕਰੋ, ਠੀਕ ਹੈ। ਤੁਹਾਡੇ ਮੂੰਹ 'ਚੋਂ ਕੋਈ ਗਾਲ ਨਹੀਂ ਨਿਕਲਣੀ ਚਾਹੀਦੀ। ਨਿਦਾ ਨਾਸਰ ਕੀ ਕਹਿੰਦੀ ਹੈ, ਨਹੀਂ, ਠੀਕ ਹੈ, ਮੈਂ ਉਹ ਗਲਤ ਗੱਲ ਤੁਸੀਂ ਕੀਤੀ ਤੇ ਫਿਰ ਇੱਥੇ ਨਹੀਂ ਬੈਠੋਗੇ। ਮੈਂ ਭਰਾਵਾ ਏਡੇ ਕਿਸੇ ਵੀ ਪਕੀਜ਼ਾ ਅਕਾਦਰ ਦਾ ਹਿਆ ਪ੍ਰੋਗਰਾਮ ਕਰੋਗੇ ਤੇ ਤੁਹਾਡਾ ਕਾਬਰੀ ਦਾ ਕੋਈ ਕਰੇਗਾ। ਮੈਂ ਏਡੇ ਪਕੀਜ਼ਾ ਪ੍ਰੋਗਰਾਮ 'ਚ ਵੀਰ ਜੀ ਬਹਿੰਦਾ ਹੀ ਨਹੀਂ। ਥੈਂਕ ਯੂ, ਬਾਏ। ਠੀਕ ਹੋ ਗਿਆ, ਬਿਸਮਿਲ੍ਲਾ। ਤੁਸੀਂ ਜਾ ਸਕਦੇ ਹੋ, ਫਿਰ ਤਸ਼ਰੀਫ ਲੈ ਕੇ ਜਾ ਸਕਦੇ ਹੋ। ਕਿਸੇ ਦੇ ਕਾਬਰੀ ਤੁਸੀਂ ਦਾ ਤੁਸੀਂ ਟੱਟੀ ਮੂਤਰ ਦੀ ਤਾਰੀਫ ਕਰੋ ਇੱਥੇ ਬਹਿ ਕੇ। ਮਿਰਜ਼ੇ ਦਾ ਟੱਟੀ ਮੂਤਰ ਤੁਸੀਂ ਵੀ ਥੋੜਾ ਚੱਟੋ ਨਾਲ। ਤੁਹਾਡੇ ਨਾਲ ਅਸੀਂ ਫਿਰ ਨਾ ਗਟਰ ਬਣਾਇਆ, ਹਾਂਜੀ, ਤੁਹਾਡੇ ਸਿਰ ਗਟਰ ਬਣਾਇਆ, ਤੁਸੀਂ ਉੱਥੇ ਰਹੋ। ਛੱਡੋ। ਮੈਂ ਪਹਿਲਾਂ ਹੀ ਆਖਿਆ ਵੀ ਚੌਧਰੀ ਸਾਹਿਬ ਹੱਥ ਖੋਲਾ ਹੀ ਰੱਖਿਓ। ਉਸਤਾਦ ਜੀ, ਤੁਸੀਂ ਤੇ ਆਖਿਆ ਸੀ ਕਿ ਸਾਡੀ ਤਰਫੋਂ ਪਹਿਲ ਨਹੀਂ ਹੋਏਗੀ, ਤੇ ਕੀ ਕਰਨ ਲੱਗਾ? ਯਾਰ ਮੈਂ ਪਹਿਲਾਂ ਹੀ ਮਨਾ ਕੀਤਾ ਹੈ ਵੀ ਨਾਲ ਵੀ ਐਸੀ ਗੱਲ ਕਰਿਆ ਜੇ। ਅਗਰ ਕੋਈ ਬੰਦਾ ਇਹ ਪਹਿਲ ਕਰਦਾ ਬੇਸ਼ੱਕ ਥੱਲੇ ਲਾ ਦਿਓ। ਮੈਂ 24 ਘੰਟੇ ਨਾਲ ਨਹੀਂ, ਥੋੜਾ ਜਿਹਾ ਬਿਜ਼ੀ ਹੋ ਜਾਵਾਂਗਾ, ਲੇਕਿਨ ਮੈਂ ਕਹਿਣਾ ਕਿ ਤੁਸੀਂ ਜਿਹੜਾ ਆਪ ਉਹਨਾਂ ਨੂੰ ਮਨਾ ਕਰੋ। ਮੋਡਰੇਟਰ ਨਹੀਂ ਹੈ ਨਾ, ਮੈਂ ਮੋਡਰੇਟਰ ਨਹੀਂ ਹਾਂ। ਮੇਰੇ ਵੱਲੋਂ ਜਿਹੜਾ ਬੰਦਾ ਸਾਡੀ ਤਰਫੋਂ ਪਹਿਲ ਕਰੇ, ਗਾਲ ਕੱਢੇ, ਬੇਸ਼ੱਕ ਉਹਨੂੰ ਥੱਲੇ ਲਾ ਦਿਓ। ਨਜਫ ਕਰੇ, ਸ਼ਾਰਪ ਸ਼ੂਟਰ ਕਰੇ, ਇਵਨ ਮੈਂ ਕੋਈ ਲਫ਼ਜ਼ ਐਸਾ ਬੋਲਾਂ ਜੀ ਬਿਲਕੁਲ, ਮੈਨੂੰ ਥੱਲੇ ਲਾ ਦਿਓ। ਗਾਲ ਕਿਉਂ ਕੱਢਣੀ? ਜਿਸ ਤਰ੍ਹਾਂ ਸਾਡਾ ਕਾਬਰੀ ਨੇ ਕੋਈ ਸਾਡੇ ਕਾਬਰੀ ਨੂੰ ਗਾਲਾਂ ਕੱਢੇਗਾ, ਸਾਨੂੰ ਤਕਲੀਫ ਹੁੰਦੀ ਹੈ। ਉਹ ਵੀ ਇਨਸਾਨ ਨੇ, ਤੁਸੀਂ ਨਾ ਸਮਝੋ ਮੁਸਲਮਾਨ, ਇਨਸਾਨ ਸਮਝੋ ਉਹਨਾਂ ਨੂੰ। ਨਾਲੇ ਇਹਨਾਂ ਕੋਲੋਂ ਤੇ ਉਸੇ ਵੇਲੇ ਜਿਉਂ ਹੀ ਅਸੀਂ ਕੋਈ ਗੱਲ ਕਰਨੀ ਹੈ ਨਾ, ਤੇ ਸਾਡੇ ਕਾਬਰੀ ਨੂੰ ਤੇ ਇੰਜ ਪੈਣਾ ਨਾ ਜਿਵੇਂ ਉਖੜੀ ਕੁਹਾੜੀ ਆਰਾਮ ਦੇ ਨੇ। ਨਬੀ ਪਾਕ ਨੂੰ, ਉਮਹਾਤੁਲ ਮੋਮਿਨੀਨ ਨੂੰ, ਸਾਹਬਾ ਨੂੰ, ਅਹਿਲੇ ਬੈਤ ਨੂੰ, ਇਹਨਾਂ ਬਾਸ਼ੁਰ ਹੱਥ ਬੈਠੇ ਨਾ, ਚੰਗਾ ਭਲਾ ਇਹਨਾਂ ਦਾ। ਅੱਛਾ, ਬਹਰਹਾਲ ਉਹ ਮੈਂ ਪਿਆਂਦਾ ਸਾਂ। ਆਪਣਾ ਕੀ ਨਾਂ ਤੁਹਾਡਾ? ਇਹ ਤੁਹਾਨੂੰ ਮੈਂ ਇੱਕ ਕੱਲ ਮੈਸੇਜ ਕੀਤਾ ਸੀ, ਪਤਾ ਨਹੀਂ ਉਹ ਕਿ ਤੇਰੇ ਬਰਾੜ ਤੇ ਦਿੱਤਾ ਸੀ। ਉਹ ਮੈਂ ਕਿਹਾ ਸੀ ਬਈ ਇਹ ਸਹੀ, ਤੁਹਾਡੀ ਆਵਾਜ਼ ਬਿਲਕੁਲ ਘੱਟ ਹੋ ਜਾਂਦੀ, ਸਮਝ ਨਹੀਂ ਆ ਰਹੀ ਹੈ। ਮੇਰੇ ਬਰੋਡ ਦਾ ਮਸਲਾ ਹੈ। ਮੈਂ ਇੱਕ ਮਿੰਟ ਨਾ ਇੱਥੋਂ ਇਹ ਚੱਲਾਂ ਮੈਂ ਉੱਪਰ ਜਾਣਾ, ਸਹੀ ਹੋ ਜਾਂਦੀ। ਮੈਂ ਕਹਿ ਰਿਹਾ ਉਹ ਜਿਹੜਾ ਸਕੈਨ ਮੈਂ ਕੱਲ ਦਿੱਤਾ ਸੀ, ਉਹਦੇ ਵਿੱਚ ਜਿਹੜੀ ਮਿਰਜ਼ਾ ਸਾਹਿਬ ਨੇ ਗੱਲ ਆਖੀ ਹੈ ਕਿ ਮੋਤਬਰ ਤਫਸੀਰਾਂ 'ਚ ਲਿਖਿਆ ਹੈ, ਉਹ ਕਿਹੜੀ ਤਫਸੀਰ 'ਚ ਲਿਖਿਆ ਹੈ ਜੀ? ਕਿਸੇ ਗੈਰ ਮੋਤਬਰ ਦਾ ਹਵਾਲਾ ਦੇ ਦਿਓ। जनाब वो ठीक है, सवाल पहुंच गया है, सही हो गया, सवाल पहुंच गया है। उनको अहमदी आएगा तो उन्हें सवाल पूछ सकते हैं। बस दुआ करो ए ना जवाब आए कि जो मफकूद होगी, ठीक है, नहीं तो फिर बड़ा मसला पै जाना ढूंढने से कि अगर वो मफकूद होगी तो फिर तो की पता है कि जिस तरह ओली हदीस मफकूद होगी कि नबी ने फरमाया कि हिंद के अंदर एक नबी आया तो ना जड़ा क्रिश्चन सी, ठीक है, वो कहते हैं भाई अद्धी हदीस मिल गई है तो अद्धी मफकूद है, तो वो समझो बारे कम वो कितने लिखी है। वो जी है बुखारी के अंदर लिखा है, बुखारी खोलो तो जी उत्थे हदीस नहीं दी, वो जी उन्होंने बुखारी पढ़ी तो वो मफकूद हो। हुण ऐसा बंदा की जवाब दे सकता है? हुण शाही मफकूद ना 9 मन 3 तो ना इरादा नाचेगी, ਇਹਦਾ ਕੀ ਜਵਾਬ ਬੰਦਾ ਕੋ ਦੇਵੇ, ਕੀ ਸਵਾਲ ਕਰੇ? ਉਹ ਤੇ ਮੰਨਣਾ ਨਾ ਮਿਰਜ਼ਾ ਸਾਹਿਬ ਨੂੰ, ਤੇ ਕਹਿੰਦਾ ਬਈ ਸਾਡੇ ਮਿਰਜ਼ਾ ਸਾਹਿਬ ਨੇ ਕਿਹਾ, ਅਸੀਂ ਮੰਨਦੇ ਹਾਂ, ਭਾਵੇਂ ਮਫਕੂਦ ਹੋ ਗਈ ਹੈ, ਮਿਰਜ਼ਾ ਸਾਹਿਬ ਨੇ ਇਸ ਸ਼ੈਅ ਤਰਫ ਇਸ਼ਾਰਾ ਕੀਤਾ ਤੇ ਸਾਨੂੰ ਮਨਜ਼ੂਰ ਹੈ। ਅਮਰ ਭਾਈ ਤੁਹਾਡਾ ਮਾਈਕ ਮਿਊਟ ਹੈ। एक मिनट में आने लगा, मैं आप ही म्यूट किया, मैं आने लगा। ओके। सूरह तहरीम की पहली 4 आयत का तर्जुमा पढ़ो जी शाह अपना बहरीन साहब, तो दियो जवाब इन्होंने। सवाल दसो जी, सवाल पहला दस दवो, फिर पढ़ांगे तर्जुमा। ਇਹਨਾਂ ਕੋਲ ਸਵਾਲ ਪੁੱਛ ਲਵੋ, ਫਿਰ ਇਹ ਨਾ ਹੋਵੇ ਕਿ ਗੱਲ ਪੁੱਠੀ ਸਿੱਧੀ ਹੋ ਜਾਏ, ਕਿਉਂਕਿ ਬਹੁਤ ਵੱਡੇ ਸ਼ਾਤਮ ਪਾਏ ਗਏ ਨੇ। ਉਹ ਮੀਰ ਸਾਹਿਬ ਆ ਗਏ ਨੇ, ਲਤੀਫ ਮੀਰ ਸਾਹਿਬ, ਵੈਲਕਮ ਹੋ ਗਿਆ। ਕੀ ਹਾਲ ਜੇ? ਠੀਕ ਹੋ ਬਜ਼ੁਰਗੋ? ਸਿਹਤ ਵੀ ਠੀਕ ਹੈ ਨਾ?
ਕਿੱਥੇ ਨੇ ਲਤੀਫ ਮੀਰ ਸਾਹਿਬ? ਮੈਂ ਤੇ ਅਗਲੇ ਦਿਨ ਉਹਨਾਂ ਨੂੰ ਸਵਾਲ ਪੁੱਛਿਆ, ਲਤੀਫ ਮੀਰ ਸਾਹਿਬ ਤੁਹਾਨੂੰ WhatsApp ਤੇ ਮੈਂ ਸਵਾਲ ਪੁੱਛਿਆ ਸੀ ਆਪਣੇ ਬਗਾਇਦਾ, ਤੁਸੀਂ ਚੁੱਕ ਕੇ ਸਾਈਆਂ ਦੇ ਨਾਲ ਮਨਾਜ਼ਰਾ ਕਰ ਛੜਿਆ, ਹੈ ਕੀ ਗੱਲ ਹੋਈ? ਸਮਝੋ ਬਾਹਰ WhatsApp ਚੈੱਕ ਕਰ ਲਿਆ ਜੇ ਲਤੀਫ ਮੀਰ ਸਾਹਿਬ। ਥੱਲੇ ਕੌਣ ਹੈ? 12 ਮੁਨਾਫਿਕ ਸਾਹਿਬ ਕੌਣ थे? ਅਗਰ ਤੇ ਹਜ਼ਰਤ ਬਿਨ ਹਿਮਾਨ ਨੇ ਨਾ ਦੱਸੇ ਨੇ ਤੇ ਅਲੀ ਅਕਬਰ ਸਾਹਿਬ ਤੁਸੀਂ ਵੀ ਦੱਸ ਦਿਓ। ਲਤੀਫ ਮੀਰ ਸਾਹਿਬ ਤੁਸੀਂ ਅਗਰ ਉੱਥੇ ਆ ਕੇ ਗੱਲ ਕਰਨਾ ਚਾਹੋ ਤੇ ਆ ਸਕਦੇ ਹੋ। ਤੁਹਾਨੂੰ WhatsApp ਤੇ ਮੈਂ ਕਰ ਲਿਆ ਸੀ ਇਬਨ ਬਗਾਇਆ ਦੇ ਮਿਰਜ਼ਾ ਸਾਹਿਬ ਨੇ ਜਿਹੜੇ ਤਰਜਮੇ ਕੀਤੇ ਨੇ ਤੇ ਤੁਸੀਂ ਚੁੱਕੇ ਮੈਨੂੰ ਉਹ ਸਾਈਆਂ ਵਾਲਾ ਮਨਾਜ਼ਰਾ ਕਰ ਛੜਿਆ, ਉਹ ਤੇ ਮੈਂ ਮੰਗਿਆ ਹੀ ਨਹੀਂ। अच्छा और मेरी बात सही है को नहीं? ਜੀ ਬਿਹਤਰ ਹੈ। हाँ मैं कह रहा सी कि ਜਿਹੜੇ ਲੋਕ ਮਿਰਜ਼ਾ ਸਾਹਿਬ ਨੂੰ ਮੰਨਦੇ ਨੇ ਨਾ, ਅਸਦ ਸਾਹਿਬ ਉਹ ਜੋ ਮਰਜ਼ੀ ਮਿਰਜ਼ਾ ਸਾਹਿਬ ਉਹਨਾਂ ਨੂੰ ਕਹੀ ਜਾਣ ਤੇ ਉਹ ਮੰਨੀ ਜਾਣ, ਸਾਡਾ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ। ਉਹਨਾਂ ਵਾਸਤੇ ਹੁਜਤ ਹੋਣਗੇ, ਉਹਨਾਂ ਦੀ ਹਰ ਗੱਲ ਹੁਜਤ ਹੋਏਗੀ। ਲੇਕਿਨ ਇਹ ਮੇਰਾ ਲਫ਼ਜ਼ ਗੌਰ ਨਾਲ ਸੁਣਨਾ, ਤਵੱਜੋ ਫਰਮਾਣਾ ਮੇਰੀ ਤਰਫ। ਅਗਰ ਉਹ ਕੋਈ ਨਬੀ ਪਾਕ ਦਾ ਰੈਫਰੈਂਸ ਦਿੰਦੇ ਨੇ, ਸਹਾਬਾ ਦਾ ਰੈਫਰੈਂਸ ਦਿੰਦੇ ਨੇ, ਇਸਲਾਮਿਕ ਸ਼ਰੀਅਤ ਦਾ ਰੈਫਰੈਂਸ ਦਿੰਦੇ ਨੇ, ਕਿਸੇ ਤਫਸੀਰ ਦਾ ਰੈਫਰੈਂਸ ਦਿੰਦੇ ਨੇ, ਕਿਸੇ ਹਦੀਸ ਵੱਲ ਇਸ਼ਾਰਾ ਕਰਦੇ ਨੇ ਕਿ ਨਬੀ ਪਾਕ ਦੀ ਕੋਈ ਇਸ ਤਰ੍ਹਾਂ ਦੀ ਹਦੀਸ ਪਾਈ ਜਾਂਦੀ ਹੈ, ਨਬੀ ਪਾਕ ਦਾ ਕੋਈ ਇਸ ਤਰ੍ਹਾਂ ਦਾ ਕੌਲ ਪਾਇਆ ਜਾਂਦਾ ਹੈ, ਕਿਸੇ ਸਹਾਬੀ ਦਾ ਕੋਈ ਇਸ ਤਰ੍ਹਾਂ ਦਾ ਕੌਲ ਪਾਇਆ ਜਾਂਦਾ ਹੈ, ਲਾ ਮਹੱਲਾ ਉਹ ਸਾਡੇ ਕਾਬਰੀਨ ਨੇ। ਸਾਡਾ ਹੱਕ ਹੈ ਕਿ ਨਹੀਂ ਹੱਕ ਹੈ ਕਿ ਪੁੱਛਣਾ ਵੀ ਇਹ ਗੱਲ ਕਿੱਥੇ ਲਿਖੀ ਹੈ? ਤੁਸੀਂ ਆਪਣੇ ਬੰਦਿਆਂ ਨੂੰ ਤੇ ਜੋ ਮਰਜ਼ੀ ਦੱਸੋ, ਉਹ ਤੁਹਾਡੇ ਕੋਲੋਂ ਸਵਾਲ ਨਾ ਕਰਨ, ਦਲੀਲ ਨਾ ਮੰਗਣ, ਹਵਾਲਾ ਨਾ ਤਲਬ ਕਰਨ, ਕਿਉਂਕਿ ਉਹ ਤੁਹਾਡੇ ਪੈਰੋਕਾਰ ਨੇ। ਅੰਨ੍ਹੇਵਾਹ ਤੁਹਾਨੂੰ ਫਾਲੋ ਕਰੀ ਜਾਵਾਂ। ਲੇਕਿਨ ਜਦੋਂ ਤੁਸੀਂ ਸਾਡੇ ਨਬੀ ਦਾ ਨਾਂ ਲੈ ਕੇ ਗੱਲ ਕਰੋਗੇ, ਫਿਰ ਐਡੀ ਵੱਡੀ ਤੋਹਮਤ ਲਾਓਗੇ ਕਿ ਨਬੀ ਪਾਕ ਨੇ ਫਰਮਾਇਆ ਕਿ ਮੈਨੂੰ ਆਪ ਨਹੀਂ ਪਤਾ ਸਯੁਹਜ਼ਮੁਲ ਜਮੁ व युवल्लून दुबुर ਦਾ ਕੀ ਮਤਲਬ ਹੈ। ਇਹ ਤੇ ਨਬੀ अलैहिस्सलातु वस्सलाम ਦੇ ਉੱਤੇ ਇੱਕ ਗੰਦਾ ਬੁਹਤਾਨ ਹੈ, ਇੱਕ ਗੰਦਾ ਇਲਜ਼ਾਮ ਹੈ। ਕਿਆ ਸਾਡਾ ਹੱਕ ਹੈ ਕਿ ਨਹੀਂ ਅਸੀਂ ਪੁੱਛੀਏ ਕਿ ਸਾਡੇ ਨਬੀ ਦੇ ਜ਼ਿੰਮੇ ਤੁਸੀਂ ਐਡੀ ਗੰਦੀ ਤੋਹਮਤ ਲਾਈ ਹੈ ਕਿ ਨਬੀ ਪਾਕ ਦੇ ਉੱਤੇ ਕੁਰਾਨ ਦੀ ਆਇਤ ਨਾਜ਼ਲ ਹੋਈ ਸਯੁਹਜ਼ਮੁਲ ਜਮੁ व युवल्लून दुबुर, ਤੇ ਨਬੀ ਪਾਕ ਨੇ ਫਰਮਾਇਆ ਮੈਨੂੰ ਆਪ ਨਹੀਂ ਪਤਾ ਇਹਦਾ ਕੀ ਮਤਲਬ ਹੈ। ਯਾਰ ਪੁੱਛਣਾ ਹੱਕ ਹੈ ਸਾਡਾ ਕਿ ਨਹੀਂ ਹੱਕ ਹੈ? ਕਿ ਕਿੱਥੇ ਲਿਖੀ ਇਹ ਗੱਲ, ਕਿੰਨੇ ਇਹ ਗੱਲ ਆਖੀ ਹੈ? बेशक, लेकिन मुझे लगता नहीं कि हो सकता कि किसी गैर मोतबर तफसीर से निकल है। पूछना अगर खालिद जदों आंदा होंदा है ਜੇ ਗੈਰ ਮੈਨੂੰ ਲੱਗਦਾ ਮੋਤਬਰ ਨਹੀਂ ਕਿ ਤਫਸੀਰ ਅੰਦਰ ਵੀ ਨਿਕਲ ਆਉਂਦੀ ਹੈ ਤੇ ਮੈਂ ਤਾਂ ਪਹਿਲਾਂ ਹੀ ਆਖਿਆ ਕਿ ਅਗਰ ਮੋਤਬਰ ਨਹੀਂ ਨਾ, ਉਹਨਾਂ ਤੇ ਕਿਹਾ ਮੋਤਬਰ ਤਫਸੀਰ, ਮੋਤਬਰ ਤਫਸੀਰਾਂ ਛੱਡ ਕੇ ਗੈਰ ਮੋਤਬਰ ਚ ਕਢਾ ਦਿਓ। ਜਿਹੜਾ ਬੰਦਾ ਇਹ ਨਬੀ ਪਾਕ ਦੇ ਬਾਰੇ ਇਹ ਗੱਲ ਆਖਦਾ ਹੈ, ਉਹਨੂੰ ਵੀ ਇੰਝ ਜੁੱਤੀ ਦੇ ਅੱਗੇ ਰੱਖਾਂਗੇ ਜਿੰਜ ਐਸੇ ਹਰ ਇੱਕ ਬੰਦੇ ਨੂੰ ਰੱਖਾਂਗੇ ਜਿਹੜਾ ਨਬੀ ਪਾਕ ਦੇ ਬਾਰੇ ਇਹ ਬਕਵਾਸ ਕਰਦਾ ਹੈ ਕਿ ਨਬੀ अलैहिस्सलाम ਤੇ ਕੁਰਾਨ ਦੀ ਆਇਤ ਨਾਜ਼ਲ ਹੋਈ ਤੇ ਨਬੀ अलैहिस्सलाम ਨੇ ਫਰਮਾਇਆ ਮੈਨੂੰ ਆਪ ਨਹੀਂ ਪਤਾ ਕਿ ਇਹਦਾ ਕੀ ਮਤਲਬ ਹੈ। ਇਹ ਪੇਸ਼ਗੋਈ ਕਿਹੜੇ ਕੰਮ ਵਾਸਤੇ, ਕਦੋਂ ਵਾਸਤੇ? ਇਸ ਤਰ੍ਹਾਂ ਮੁਮਕਿਨ ਹੋ ਸਕਦਾ ਜਿਹੜਾ ਅੱਲਾਹ ਦਾ ਰਸੂਲ ਹੈ, ਅੱਲਾਹ ਤਾਲਾ ਨੇ ਉਹਨੂੰ ਮੁਅੱਲਮ ਬਣਾ ਕੇ ਘੱਲਿਆ, ਨਜ਼ੀਰ ਬਣਾ ਕੇ ਘੱਲਿਆ, ਬਸ਼ੀਰ ਬਣਾ ਕੇ ਘੱਲਿਆ, ਤੇ ਉਹਨੂੰ ਨਹੀਂ ਪਤਾ ਕਿ ਮੇਰੇ ਤੇ ਕੀ ਸ਼ੈ ਨਾਜ਼ਿਲ ਹੋਣ ਲੱਗੀ ਹੈ। ਇਸ ਤਰ੍ਹਾਂ ਇਹੋ ਹੀ ਤਾਂ ਮੈਂ ਕਹਿੰਦਾ ਕਿ ਇਹ ਗੱਲ ਉਹ ਹੈ ਜਿਹੜੀ ਜ਼ੁਲਮ ਦੀ ਇੰਤਹਾ ਹੈ। ਨਬੀ ਪਾਕ ਦਾ ਨਾਂ ਲੈ ਕੇ ਤੇ ਜ਼ੁਲਮ ਕੀਤਾ ਗਿਆ, ਜਿਨ੍ਹਾਂ ਬੰਦਿਆਂ ਨਾਲ ਕੀਤਾ ਗਿਆ ਉਹ ਜਾਣਨ ਤੇ ਤੁਸੀਂ ਜਾਣੋ, ਪਰ ਅਸੀਂ ਤੇ ਆਪਣੇ ਨਬੀ ਦਾ ਜਵਾਬ ਮੰਗਨੇ ਆ ਕਿ ਸਾਡੇ ਨਬੀ ਦੇ ਉੱਤੇ ਤੁਸੀਂ ਤੋਹਮਤ ਲਾਈ ਹੈ, ਕਿਉਂ ਲਾਈ ਹੈ? ਸਬੂਤ ਦਿਓ। ਪੈਰੋਕਾਰ ਤੁਹਾਡੇ ਮੰਨੀ ਜਾਣ। ਉਹ ਕਹਿੰਦੇ ਨੇ ਅਨਸਰ ਰਜ਼ਾ ਕਹਿੰਦਾ ਕਿ ਜੋ ਮਿਰਜ਼ਾ ਸਾਹਿਬ ਕਹਿ ਦੇਣਗੇ ਹਵਾਲਾ ਨਹੀਂ ਤਲਬ ਕੀਤਾ ਜਾਏਗਾ। ਠੀਕ ਹੈ, ਨਾ ਤਲਬ ਕਰੋ, ਤੁਸੀਂ ਤੁਹਾਡੇ ਵਾਸਤੇ ਹੁਜਤ ਹੋਣਗੇ ਨਾ, ਤੁਸੀਂ ਨਾ ਤਲਬ ਕਰੋ। ਸਾਡਾ ਤੇ ਹੱਕ ਹੈ ਸਾਡੇ ਨਬੀ ਦੇ ਉੱਤੇ ਉਹਨਾਂ ਤੋਹਮਤ ਲਾਈ ਹੈ, ਸਾਨੂੰ ਸਬੂਤ ਦਿਓ ਕਿ ਕਿਸ ਬੰਦੇ ਇਹ ਗੱਲ ਲਿਖੀ, ਕਿੱਥੇ ਇਹ ਗੱਲ ਲਿਖੀ। ਅਗਰ ਤੁਸੀਂ ਨਾ ਦਿਓਗੇ ਅਸੀਂ ਕਹਾਂਗੇ ਤੁਸੀਂ ਝੂਠ ਬੋਲਿਆ, ਤੁਸੀਂ ਸਾਡੇ ਨਬੀ ਦਾ ਨਾਮ ਲੈ ਕੇ ਝੂਠ ਬੋਲਿਆ। ਹਜ਼ਰਤ ਬੈਠੇ ਨੇ ਜਨਾਬ ਉੱਤੇ ਅਗਰ ਤੁਸੀਂ ਜਵਾਬ ਦੇਣਾ ਚਾਹੋ ਸੋ ਬਿਸਮਿਲ੍ਲਾ। ਅੱਛਾ, FB ਸਾਹਿਬ ਨੂੰ ਇਹ ਮੈਂ ਇੱਕ ਛੋਟਾ ਜਿਹਾ ਜਵਾਬ ਦੇਣਾ ਚਾਹੁੰਦਾ कि FB साहब बेशक वो तमाम जहाना से नबी और रहमतुल आलमीन ने, ਇਹਦਾ ਮਤਲਬ ਇਹ ਨਹੀਂ ਕਿ ਮਰਜ਼ਈ ਉੱਠ ਕੇ ਤੇ ਉਹਨਾਂ ਦੇ ਬੁਖਤਾਨ ਲਾਣ। रहमतुल आलमीन ਨੂੰ ਬੇਸ਼ੱਕ तमाम ਜਹਾਨਾ ਵਾਸਤੇ ਨੇ, ਬੇਸ਼ੱਕ ਉਹਨਾਂ ਦਾ ਨਾਮ ਲਵੋ, ਲੇਕਿਨ ਇਹ ਬਕਵਾਸੀਆਤ ਨਾ ਕਰੋ ਜਿਹੜੀਆਂ ਤੁਸੀਂ ਕਰਦੇ ਹੋ। मैं नहीं जानता FB साहब कौन है, लेकिन बज़ाहिर कोई अहमदी लग रहे हैं। FB साहब सानू बस इस शायद कमेंट ਦੇ ਅੰਦਰ ਹੀ ਤਸਦੀਕ ਕਰ ਦਿਓ, ਤੁਹਾਡਾ ਦਿਲ ਮੰਨਦਾ ਹੈ ਕਿ ਅੱਲਾਹ ਦੇ ਰਸੂਲ ਦੇ ਉੱਤੇ ਕੋਈ ਵਹੀ ਆਏ ਤੇ ਅੱਲਾਹ ਦਾ ਰਸੂਲ ਉਹਨੂੰ ਨਾ ਜਾਣਦਾ ਹੋ। ਅੱਲਾਹ ਨੇ इस किस्म की वही की कि जरा अल्लाह का रसूल उसको वाकिफ ही नहीं है।
ਤੇ ਫਿਰ ਮੁਅੱਲਮ ਕਿਸ ਤਰ੍ਹਾਂ ਰਿਹਾ, ਮੁਬਸ਼ਰ ਕਿਸ ਤਰ੍ਹਾਂ ਰਿਹਾ, ਨਜ਼ੀਰ ਕਿਸ ਤਰ੍ਹਾਂ ਰਿਹਾ? ਸ਼ਾਰਪ ਸ਼ੂਟਰ ਮੈਂ ਤੁਹਾਨੂੰ ਭੇਜਣਾ ਉਹ ਸਕੈਨ, ਉਹ 21ਵੀਂ ਜਿਲਦ ਹੈ, ਇਬਰਾਹੀਮ ਦਾ ਹਿੱਸਾ 5 ਵਿੱਚ ਗੱਲ ਲਿਖੀ। ਸੂਰਾ ਕਮਰ ਦੀ ਆਇਤ, ਸੂਰਾ ਕਮਰ ਦੀ ਆਇਤ ਹੈ। ਨਬੀ अलैहिस्सलाम ਨੇ ਬਦਰ ਵਾਲੇ ਦਿਨ ਦੀ ਗੱਲ ਹੈ, ਜਿਸ ਦਿਨ ਬਦਰ ਦੀ ਲੜਾਈ ਤੋਂ ਪਹਿਲੇ ਨਬੀ ਪਾਕ ਦੁਆਵਾਂ ਕਰਨ ਲੱਗੇ ਸਨ ਤੇ ਹਜ਼ਰਤ ਅਬੂ ਬਕਰ ਸਦੀਕ ਆਏ ਨੇ ਤੇ ਨਬੀ अलैहिस्सलाम ਨੂੰ ਉਹਨਾਂ ਨੇ यानी तसल्ली तशफ़ी के अल्फाज कहे ने कि या रसूलल्लाह तुसीं अल्लाह ताला को इन्नियां दुआवां कर रहे हो, इन्नी गिरियाजारी कर रहे हो, अल्लाह ताला ज़रूर मदद करेगा। तुसीं रो रो के ते दुआवां कर करके अपना बुरा हाल कर लिया। मफहूम बयान कर नबी पाक उत्थों निकले ने खैमे चों ते नबी अलैहिस्सलाम दी ज़बान उत्ते ए अल्फाज ए कुरान दी आयत जिहड़ी ए तलावत कर रहे सन, सयुहज़मुल जम व युवल्लून अद-दुबुर। ए हुणे जिहड़ा जत्था आया है ना सानू मारन, ਇਹ ਹੁਣੇ ਇਨਸ਼ਾਅੱਲਾ ਪਿੱਠ ਦੇ ਬਲ ਭੱਜੇਗਾ, ਕੰਡ ਦੇ ਕੇ ਭੱਜੇਗਾ ਇੱਥੋਂ ਇਨਸ਼ਾਅੱਲਾ। ਇਹ ਨਬੀ ਪਾਕ ਉਸ ਵੇਲੇ ਤਲਾਵਤ ਕਰ ਰਹੇ ਸੀ। ਇਹਦੇ ਬਾਰੇ ਮਿਰਜ਼ਾ ਕਦੀਨੀ ਨੇ ਸਾਫ਼ ਝੂਠ ਬੋਲਿਆ ਕਿ ਨਬੀ ਪਾਕ ਨੂੰ ਪਤਾ ਹੀ ਨਹੀਂ ਸੀ। ਨਬੀ ਪਾਕ ਨੇ ਫਰਮਾਇਆ ਮੈਨੂੰ ਆਪ ਨਹੀਂ ਪਤਾ ਇਹ ਪੇਸ਼ਗੋਈ ਕਿਹੜੇ ਵਕਤ ਦੀ, ਦੱਸੋ ਕਿੱਥੇ ਲਿਖੀ ਗੱਲ, ਕਿਸ ਮੁਫੱਸਰ ਨੇ, ਕਿਸ ਮੁਜੱਦਦ ਨੇ, ਕਿਸ ਮੁਹੱਦਿਸ ਨੇ ਗੱਲ ਲਿਖੀ। ਤੁਸੀਂ ਆਪਣਿਆਂ ਬੰਦਿਆਂ ਨੂੰ ਜੋ ਮਰਜ਼ੀ ਆਖੋ ਜੀ ਉਹ ਕ੍ਰਿਸ਼ਨ ਨਬੀ ਸੀ, ਤੁਸੀਂ ਆਖੋ ਜੀ ਰਾਮ ਵੀ ਨਬੀ ਸੀ, ਤੁਸੀਂ ਆਖੋ ਜੀ ਉਹ ਕੀ ਨਾ ਗੀਤਾ ਨੂੰ ਵੀ ਬਣਾਈ ਜਾਓ, ਜੋ ਮਰਜ਼ੀ ਮੰਨੀ ਜਾਓ, ਸਾਡੇ ਨੂੰ ਤੁਸੀਂ ਜਾਣੋ ਤੇ ਤੁਹਾਡੀ ਕੌਮ ਜਾਣੇ। ਲੇਕਿਨ ਜਦੋਂ ਸਾਡੇ ਨਬੀ ਦਾ ਨਾਂ ਲੈ ਕੇ ਤੁਸੀਂ ਝੂਠ ਦੁਨੀਆ ਦੇ ਉੱਤੇ ਫੈਲਾਓ, ਯਾਰ ਸਾਡਾ ਹੱਕ ਹੈ ਪੁੱਛਣਾ ਕਿ ਸਾਡੇ ਨਬੀ ਤੇ ਤੁਸੀਂ ਕਿਉਂ ਝੂਠ ਬੰਨਣ ਲੱਗੇ ਹੋ। ਇਹ ਨਬੀ ਪਾਕ ਨੇ ਗੱਲ ਨਹੀਂ ਆਖੀ, ਤੁਸੀਂ ਤੋਹੀਨ ਕਰਨ ਲੱਗੇ ਹੋ ਸਾਡੇ ਨਬੀ ਦੇ। ਸਬੂਤ ਦਿਓ ਕਿ ਨਬੀ ਪਾਕ ਨੇ ਗੱਲ ਆਖੀ ਹੋਵੇ। ਇਹ ਚੰਗਾ ਕੁਲੀਆ ਹੈ ਅਨਸਰ रज़ा ਦਾ, क्योंकि वो नबी हैं, उनसे हवाला नहीं तलब किया जाएगा। भाई ਤੁਹਾਡਾ नबी होएगा, ਤੁਸੀਂ ना तलब करो हवाला। अच्छा ਇਹ ਜਿਹੜੀ ਬਰਾਡ ਹੁੰਦੀ ਹੈ ਇਹਦੇ ਉੱਤੇ ਉਹ ਸਕੈਨ ਵੀ ਨਹੀਂ ਲੱਗ ਸਕਦਾ ਹੈ ਨਾ, ਇਹ ਆਡੀਓ ਵਾਲੀ ਹੈ ਨਾ ਸਿਰਫ। ਇਹ ਆਡੀਓ ਬਰਾਡ ਲਾਈਏ, ਮੈਂ ਆਖਿਆ ਵੀ ਸੀ ਯਾਰ ਤੇ ਵੀਡੀਓ ਚਲਾ। ਕੋਈ ਨਹੀਂ ਗੱਲ ਉਹ ਤੇ ਰੈਫਰੈਂਸ ਜਦੋਂ ਮੌਜੂਦ ਹੋਵੇ ਤੇ ਹਰ ਬੰਦਾ ਚੈੱਕ ਕਰ ਸਕਦਾ। थल्ले और अकबर आया तो सूरह तहरीम का नाम ही काफ़ी है। तो यार छड़ दे थल्ले जो मर्जी नजफ जो मर्जी लिखी जान दे, वो काम ते उन्हें मुखातब कर दो ਜਿਹੜਾ ਨਬੀ ਪਾਕ ਨੂੰ ਗਾਲਾਂ ਕੱਢਣ ਵਾਲਾ ਤੇ ਨਬੀ ਪਾਕ ਦੀ ਘਰਾਣੇ ਨੂੰ ਗਾਲਾਂ ਕੱਢਣ ਵਾਲੇ ਨੇ, ਉਹਨਾਂ ਦਾ ਨਾਂ ਹੀ ਨਾ ਲਓ। ਖਾਮ ਖਾ ਤੁਸੀਂ ਇਹਨਾਂ ਨੂੰ ਮੂੰਹ ਲਾਉਂਦੇ ਹੋ ਜੀ। ਠੀਕ ਹੋ ਗਿਆ। ਤੁਸੀਂ ਜਿਹੜੀ ਮੈਂ ਗੱਲ ਕੀਤੀ ਹੈ ਇਹਦਾ ਜਵਾਬ ਲੈ ਕੇ ਦਿਓ ਮੈਨੂੰ। ਅੱਜ ਜਿਹੜੀ ਬਰਾਡ ਲੱਗਦੀ ਹੈ ਨਾ, ਅਸਦ ਸਾਹਿਬ ਨੂੰ ਵੀ ਕਿਹਾ, ਤੁਹਾਨੂੰ ਵੀ ਕਹਿ ਰਿਹਾ, ਸ਼ਾਰਪ ਸ਼ੂਟਰ ਇਹ 21ਵੀਂ ਜਿਲਦ 'ਚ ਸਕੈਨ ਹੈ, ਮੈਂ ਘੱਲਣਾ ਵਾ। ਇਹ ਲੈ ਕੇ ਇਹਨਾਂ ਨੂੰ ਕਹੋ ਵੀ ਇਹ ਸਾਡੇ ਨਬੀ ਦੇ ਉੱਤੇ ਤੋਹਮਤ ਲਾਈ ਗਈ ਹੈ, ਜਾਂ ਇਹਦਾ ਸਬੂਤ ਦੇ ਦਿਓ। ਕਮਜ਼ੋਰ ਜਾਂ ਇਹਦਾ ਸਬੂਤ ਦੇ ਦਿਓ ਤੇ ਜਾਂ ਇਕਰਾਰ ਕਰ ਲਓ ਕਿ ਸਾਡੇ ਨਬੀ ਦਾ ਨਾਂ ਲੈ ਕੇ ਝੂਠ ਬੋਲ ਕੇ ਧੋਖਾ ਦੇ ਕੇ ਤੇ ਆਪਣੀਆਂ ਜਿਹੜੀਆਂ ਨੇ ਉਹ ਕਮਜ਼ੋਰੀਆਂ ਉਹਨਾਂ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਵੀ ਜਿਸ ਤਰ੍ਹਾਂ ਮੈਨੂੰ ਨਹੀਂ ਪਤਾ ਮੇਰੇ ਤੇ ਉਹਨਾਂ ਨੇ ਗੱਲ ਝੂਠੀ ਪੈਣ ਦੇਣੀ ਨਹੀਂ, ਠੀਕ ਹੈ, ਇਸ ਜ਼ਿਹਨ 'ਚ ਰੱਖ ਲਓ। ਉਹਨਾਂ ਕੋਈ ਨਾ ਕੋਈ ਸ਼ੈ ਲੈ ਹੀ ਆਉਣੀ ਹੈ, ਪਾਰਟੀ ਪੁਰਾਣੀ ਤਫਸੀਰ ਲੈ ਹੀ ਆਣੀ, ਲੈ ਆਵਣ ਨਾ ਪਾਰਟੀ ਪੁਰਾਣੀ ਤਫਸੀਰ ਲੈ ਆਵਣ। ਜਿਹੜੇ ਮੁਫੱਸਰ ਨੇ ਇਹੋ ਜਿਹੀ ਗੱਲ ਲਿਖੀ ਹੋਏਗੀ ਫਿਰ ਅਸੀਂ ਜਾਣੀ ਹੈ ਤੇ ਉਹ ਜਾਣੇ। ਲਿਆਵਣ ਤਾਂ ਸਹੀ ਨਾ ਪਹਿਲੇ, ਪਾਣੀ ਪਹਿਲਾਂ ਹੀ ਨਾ ਅਸੀਂ ਜੁੱਤੀਆਂ ਲਾ ਕੇ ਬਹਿ ਜਾਈਏ। ਜਦੋਂ ਲੈ ਆਵਣਗੇ ਅਸੀਂ ਦੇਖ ਲਾਂਗੇ। अच्छा मिर्जा साहब ने यह गल भी कि जी दीगर कुतब के अंदर पुरानी किताबों के अंदर याजूज माजूज का जिक्र आता है कि इंजील के अंदर ना लैके फरमाया कि ईसाई कौमां सन। यह हवाला पढ़ा तुसीं? दोबारा बोलना, याजूज माजूज के बारे की आख्या कि ना लैके आया है कि याजूज माजूज ईसाइयां हकीकत
एशियन कौमां सन की कहते यूरोपियन कौमां सन। यानी नबी पाक ने फरमाया नाम लेके किन्ने यूरोपियन नबी कौमां नबी ने नहीं फरमाया। हाँ दीगर कुतुब दे अंदर पुरानी कुतुबा दे अंदर इंजील दे अंदर बाइबल दे अंदर ना लेके आए। इंजील ਦੇ ਹੁੰਦਿਆਂ ਤੇ ਯੂਰਪ ਹੈ ਹੀ ਨਹੀਂ ਸੀ, ਇਹਦਾ ਨਾਂ ਹੀ ਯੂਰਪ ਨਹੀਂ ਸੀ ਹੈ। हाँ उत्थे हवाला दिता उन्होंने लिखा गोग मगोग, ठीक है ना। मैंने कहा देखो जी ना आ गया ना तो बस देखो गूगल ते सर्च करो तो गोग मगोग या याजूज माजूज जेड़ा देखो कोई नक्शा बन जाए। ਨਜਫ ਦੀ ਮੈਂ ਡਰਾਪ ਹੋ ਗਈ ਸੀ ਕਾਲ, ਤੇ ਕਹਿੰਦੇ ਕਾਲ ਚੁੱਕੀ। आमिर भाई ये वो जड़ी मिर्जा साहब ने लिखा है कि हदीस सैया में खुले और सरीन अल्फाज में अंग्रेज सुल्तनत की तारीफ बयान की गई है। वो अंग्रेज सुल्तनत उस टाइम है ही नहीं सी, सुल्तनत बरतानिया का तो सी उस टाइम। हदीस सैया का हवाला दे के कसरियन और खुले अल्फाज में सुल्तान बरतानिया की तारीफ बयान की गई है। ਝੂਠੋ ਝੂਠ ਤਾੜੀਆ ਭਾਈ, ਝੂਠੋ ਝੂਠ ਤਾੜੀਆ। ਅਮਰ ਭਾਈ ਜਿਹੜਾ ਹਵਾਲਾ ਦਿੱਤਾ ਜੋ ਜੰਗੇ ਬਦਰ ਦੇ ਰਿਲੇਟਡ ਹੈ ਨਾ, ਕਿ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ नजफ गजवा जेड़ी इस जंग दे अंदर नबी शरीक उन्होंने गजवा कहीदा। ਹਾਂ ਸੌਰੀ ਗਜ਼ਵਾ ਬਦਰ ਉਸ ਦੇ ਰਿਲੇਟ ਹੈ ਨਾ। ਅਗਰ ਅਸਦ ये इन्ने अहमदी थल्ले बैठे ने, मैं शेयर भी कीती है उत्ते कोई आके ਲੈ ਅਮਰ ਨਜ਼ੀਰ ਸਾਹਿਬ ਥੱਲੇ ਉਤਰਨ ਜੇ ਇੱਥੇ ਰਸ਼ ਨਾ ਪਵੇ ਤਾਂ ਗੱਲ ਕਰੀ। ਅਮਰ ਨਜ਼ੀਰ ਮੈਂ ਉਤਰਨ ਲਗਾ, ਮੈਂ ਉਤਰ ਜਾਣਾ, ਮੇਰੇ ਨੇ ਇੱਥੇ ਸਿਗਨਲ ਘੱਟ ਨੇ। ਜਿਸ ਵੇਲੇ ਕੋਈ ਬੰਦਾ ਆ ਗਿਆ ਨਾ, ਬਸ਼ੱਕ ਦੂਜੀ ਬਰਾਡ ਚੇਂਜ ਕਰਕੇ ਲਾ ਲਓ, ਜਿਹਦੇ ਉੱਤੇ ਸਕੈਨ ਲਾਓ ਰੂਹਾਨੀ ਖਜ਼ਾਇਨ ਜਿਲਦ 21 ਸਫਾ 249 ਹੈ, 250 ਤੋਂ ਇੱਕ ਘੱਟ। ਉਹਦੇ ਉੱਤੇ ਮਿਰਜ਼ਾ ਸਾਹਿਬ ਨੇ ਇਹ ਜਿਹੜੀ ਗੱਲ ਲਿਖੀ ਹੈ ਸੂਰਾ ਕਮਰ ਦੀ, ਇਸ ਆਇਤ ਦੇ ਬਾਰੇ ਨਬੀ ਪਾਕ ਨੇ ਫਰਮਾਇਆ ਕਿ ਮੈਨੂੰ ਆਪ ਨਹੀਂ ਪਤਾ ਕਿ ਇਹ ਪੇਸ਼ਗੋਈ ਜਿਹੜੀ ਹੈ ਇਹ ਕਿਸ ਮੌਕੇ ਦੇ ਬਾਰੇ, ਇਹ ਕਿੱਥੇ ਲਿਖੀ ਗੱਲ। ਇਹ ਸਬੂਤ ਲੈ ਦਿਓ ਤੇ ਮੈਂ ਠਹਿਰ ਕੇ ਆ ਜਾਵਾਂਗਾ। ਹਵਾਲਾ ਯਾਦ ਕਰ अहमदी ਲਓ, है नहीं ना ਨੋਟ ਕਰ पहले ਲਓ। वो वाले सुते ने पूरी रात मुनाजरे कर देने को सुते ने, वो उठन दवो तो जोहर के बाद उठते ने, ਸੁੱਤੇ ਨਹੀਂ ਬਨੇਰਿਆਂ ਦੇ ਬੈਠੇ ਨੇ। नेरे ते नहीं। तुसी क्यों ऐसी जी गल करते हो कि फिर वो ਬਨੇਰਿਆਂ ਦੇ ਬਹਿ ਕੇ ਸੁਣਦੇ ਨੇ, ਅੱਲਾ ਦੀ ਕਸਮ ਹੈ ਬਨੇਰਿਆਂ ਦੇ ਬਹਿ ਕੇ ਸੁਣਦੇ ਨੇ। ਬਸ ਜਾਂ ਨਾਸਰ ਬੱਟ ਪੂਰੀ ਗੱਲ ਨਾ ਦੱਸੇ ਤੈਨੂੰ ਆ ਜਿਹੜੀ ਇੱਥੇ ਹੋਈ ਹੈ। ਮੈਂ ਜਿਹੜੇ ਜੁਰਮ ਦਾ ਸੁਣਦੇ ਨੇ ਪਏ, ਜਿਹੜੇ ਨਹੀਂ ਸੁਣਦੇ ਨੇ ਸੁਣਦੇ ਉਹਨਾਂ ਨੂੰ ਪਤਾ ਮੈਂ ਹੋਣਗੇ, ਕਸਮ ਸੁਣਦੇ ਸੱਚੀ ਨੇ। ਚੁੱਕੀ ਹੈ। नहीं वो सुनते होंगे लेकिन जब गाना छोड़ने वो उसमें निकल जाएंगे, वो नहीं कर देते। ਨਹੀਂ ਨਹੀਂ ਗਾਲ ਅਸੀਂ ਇਹ ਕੋਸ਼ਿਸ਼ ਇਹ ਕਰਾਂਗੇ ਕਿ ਅੱਛੇ ਮਾਹੌਲ ਦੇ ਨਾਲ ਗੁਫ਼ਤਗੂ ਹੋ ਸਕੇ, ਅਹਿਮਦੀਜ਼ ਵੀ ਆ ਕੇ ਗੁਫ਼ਤਗੂ ਕਰ ਸਕਣ, ਆਪਣਾ ਮੌਕਾ ਰੱਖ ਅੱਛਾ ਜਿਲਦ 21 ਦੀ ਕਿਤਾਬ ਕੀ ਹੈ, ਨਾਂ ਕੀ ਉਹਦਾ? ਇੱਕ ਜੇਲ੍ਹ ਕਿਤਾਬ ਦੇਖੀਏ 249, ਮੈਂ 249 ਜ਼ਮੀਮਾ ਬਰਾਏ 249 ਲਿਖਤਾ ਹੈ। ਹਿੱਸਾ 249 ਜ਼ਮੀਮਾ ਜ਼ਮੀਮਾ ਬਰਾਏ ਅਹਿਮਦੀਆ ਹਿੱਸਾ ਪੰਜਮ। ਜ਼ਮੀਮਾ ਬਰਨ ਅਹਿਮਦੀਆ ਹਿੱਸਾ ਪੰਜਮ 249 ਸਫਾ। ਨਹੀਂ ਨਜਫ ਇਹ ਗੱਲ ਆਉਂਦੀ ਹੈ ਜ਼ਿਹਨ ਦੇ ਅੰਦਰ, ਜਿਹੜਾ ਕਹਿੰਦੇ ਨੇ ਜੀ ਅਸੀਂ ਨਬੀ ਨੂੰ ਆਕਾ ਮੰਨਦੇ ਹਾਂ ਤੇ ਆਕਾ ਨੂੰ ਆਪ ਹੀ ਨਹੀਂ ਪਤਾ ਕਿ ਤੋਬਾ ਇਸਤਗਫਾਰ ਕਿਹੜੀ ਵਹੀ ਨਾਜ਼ਿਲ ਹੋਣ ਲੱਗੀ ਹੈ, ਕਿ ਇਹ ਸਾਬਿਤ ਹੋ ਜੇ ਕਿ ਮਿਰਜ਼ਾ ਸਾਹਿਬ ਨੇ ਜਿੱਥੇ ਕਿਹਾ ਕਿ ਜੀ ਮੇਰੇ ਉੱਤੇ ਵਹੀ ਨਾਜ਼ਿਲ ਹੋਈ ਤੇ ਮੈਨੂੰ ਸਮਝ ਨਹੀਂ ਆਈ। ਅੱਛਾ ਇਹ ਗੱਲ ਪਤਾ ਕੀ ਹੈ, ਮੈਂ ਤੈਨੂੰ ਇੱਕ ਚੀਜ਼ ਦੱਸਾਂ, ਇਹਦਾ ਪਿੱਛੇ ਪਸੇ ਮੰਦਰ ਕੀ ਹੈ। ਮਿਰਜ਼ਾ ਕਾਦੀਆਨੀ ਇਨਾਮ ਕਰ ਲੈਂਦਾ ਸੀ, ਉਹਨੂੰ ਪੂਰਾ ਕਰਨ ਦੇ ਚੱਕਰਾਂ ਦੇ ਵਿੱਚ ਜਦੋਂ ਪੂਰਾ ਨਹੀਂ ਸੀ ਨਾ ਹੁੰਦਾ ਉਸੇ ਤਰ੍ਹਾਂ, ਠੀਕ ਹੈ, ਤੇ ਮਿਰਜ਼ਾ ਕਾਦੀਆਨੀ ਨੇ ਫਿਰ ਇਹ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਅਕਦਸ ਦੇ ਉੱਤੇ ਬਹੁਤਾਨ ਤਰਾਸ਼ੀ ਕਰਨਾ ਸ਼ੁਰੂ ਕਰ ਦਿੱਤਾ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਤੇ ਨਹੀਂ ਬਲਕਿ तमाम ਅੰਬੀਆ ਦੇ ਉੱਤੇ ਉਹਦੇ ਜਿਹੜੇ ਉਹ ਲਾਂਤੀ, ਉਹ ਹਰਾਮਜ਼ਾਦਾ ਸੈਫੀ। ਹੁਣ ਬੰਦਾ ਕੀ ਆਖੇ, मैं फिर अपनी इमाम की तालीम के मुताबिक रुक जाना। ऐसा को किसी इबन बगाया था बच्चा है, किसी ज़रूरत बगाया था बच्चा है, कह रहे जी अगर नबी अगर मिर्ज़ा साहब कितने तो सारे नबी चुके हैं। मैं कहना इबन बगाया है, ठीक है ना, और इबन बगाया का तर्जमा वही जो शिया कहते हैं हरामज़ादा है। साढ़े इमाम ने हदीस की कि जो नहीं मनता वो है ही इबन बगाया, ठीक है। तो वो एहो जी बगैरत ने कि कहते ने जी मिर्ज़ा साहब गुलाम ने तो और नबी आका ने, तो गुलाम को बचाने से तुसी एहो जी बगैरत हो कि तुसी बकवास एहो जी गंद करन लगे कि जी मिर्ज़ा साहब झूठे ते तौबा नाउज़ुबिल्लाह सारे नबी झूठे। अच्छा मैं तेन दसा बगा दा लफ्ज़ कुरान करीम च भी इस्तेमाल होया, मैं वो पढ़िया कहने ओ लोंडी मरज़िया नु आंदा है। मैं कहना बगा दा मतलब एक और एक ही हरामज़ादा है। हां ओदे च हरामज़ादा ओदे च ए तवीला पांदे ने
ਇਹ ਕਹਿੰਦੇ ਨੇ ਜੀ ਨਹੀਂ इब्ने बगा ਦਾ मतलब वो हरामजादा नहीं है सरकश औरत के बेटे ਤੇ ਮੇਰੇ ਸਾਹਮਣੇ ਆਪ ਕੀ ਬਦਕਾਰ औरत के थे अगले दिन खालिद ने पूछा यार ये बदकार कीता तो कहना नहीं उनका किरदार बदकार नहीं है वो दीनी बदकार है यानी तो वास्ते फर्क किसी ने कह सकता बंदा कि दीनी बदकार ने ਜਿਹੜੇ ਨੇ ਉਹ ਰਿਕੁਐਸਟ ਹੈ ਆਮਦ ਗੁੱਜਰ ਸਾਹਿਬ ਆਏ ਨੇ ਆਪਣੇ ਦੋਸਤ ਨੇ ਭਰਾ ਨੇ ਉਹ ਨਾ ਬਗਾ ਦਾ ਮੈਂ ਸਰਚ ਮਾਰਿਆ ਨਾ ਤੇ ਉਹ ਕੁਰਾਨ ਕਰੀਮ ਚ ਵੀ ਤੇ ਹਾਂ ਗੂਗਲ ਤੇ ਲਿਖ ਕੇ ਵੇਖ ਲੈ ਹਰਾਮਜ਼ਾਦਾ ਹੀ ਆਏਗਾ ਨਹੀਂ ਮੈਂ ਬਕਾਇਦਾ ਫਲਸਤੀਨੀ ਕੋਲੋਂ ਪੁੱਛਿਆ ਆਪਣਾ ਕੀ ਨਾਮ ਹੈ ਅਸਦ ਉਹ ਫਲਸਤੀਨੀ ਆਪਣਾ ਇੱਕ ਦੋਸਤ ਤੇ ਉਹਦੇ ਕੋਲ ਮੈਂ ਪੁੱਛਿਆ ਸੀ ਵਾਟ ਇਜ਼ ਦ ਮੀਨਿੰਗ ਆਫ ਇਬਨ ਬਗਾ ਤੇ ਉਹਨੇ ਮੈਨੂੰ ਇਹ ਉਹਨੇ ਸਰਕਸ਼ ਕੀਤਾ ਨਹੀਂ ਉਹਨੇ ਕਿਹਾ ਕਿ ਇਹਦਾ ਮਤਲਬ ਹੈ ਸਾਨਾ ਪ੍ਰੋਸਟੀਟਿਊਟ हाँ तो अच्छा तो वही कह रहे हैं ना कंजरी की औलाद तो मेरे साथ कह रहे हैं अच्छा जिथे उस अगले दिन उस्ताद ने स्कैन लाया ना उत्थे मेरे साहब ने तर्जमा नहीं किया उस्ताद ने तर्जमा लिखा कि तू अद्देतनी खबीथन या इब्ने बगा थले तर्जमा नहीं है कि और ये भी लिखा कि तू जिल्लत दी मौत मरेगा ਤੇ ਮੈਂ ਪੁੱਛਿਆ ਕਿ ਭਈ ਥੱਲੇ ਤਰਜਮਾ ਕਿਉਂ ਨਹੀਂ ਹੈ ਤਾਂ ਸਾਰੇ ਸਭ ਕਹਿੰਦੇ ਨੇ ਭਈ ਜ਼ਲੀਲ ਦਾ ਵੀ ਮਤਲਬ ਜਿਹੜਾ ਉਹ ਬਗਾ ਹੀ ਹੁੰਦਾ ਮੈਂ ਕਿਹਾ ਠੀਕ ਹੋ ਗਿਆ ਤੇ ਫਿਰ ਤਰਜਮਾ ਇਹ ਹੋਣਾ ਚਾਹੀਦਾ ਤੂੰ ਜ਼ਿਲਤ ਦੀ ਮੌਤ ਮਰੇਗਾ ਇਹ ਜ਼ਲੀਲ ਇਨਸਾਨ ਅੱਛਾ ਇਹਦੇ ਉੱਤੇ ਨਾ ਪਤਾ ਕੀ ਹੋਇਆ ਸੀ ਮੌਲਾਨਾ ਸਨਾਮ ਇੱਕ ਮਿੰਟ ਤਰਜਮਾ ਨਾ ਕਰਨ ਦੀ ਕੀ ਵਜ੍ਹਾ ਦੱਸੀ ਹੈ ਉਹ ਕਹਿੰਦੇ ਨੇ ਕਿਉਂਕਿ ਜੀ ਮੁਤਰਜਮ ਦੇ ਕਰੀਬ ਜਿਹੜਾ ਹੈ ਜ਼ਲੀਲ ਹੀ ਹੈ ਕਿਉਂਕਿ ਉੱਥੇ ਲਿਖਿਆ ਨਾ ਤੂੰ ਜ਼ਿਲਤ ਦੀ ਮੌਤ ਮਰੇਗਾ ਤੇ ਜ਼ਲੀਲ ਮੈਂ ਕਿਹਾ ਫਿਰ ਤਰਜਮਾ ਇਹ ਹੋਣਾ ਚਾਹੀਦਾ ਕਿ ਤੂੰ ਜ਼ਲੀਲ ਸ਼ਖਸ ਜ਼ਿਲਤ ਦੀ ਮੌਤ ਮਰੇਗਾ ਤੇ ਉੱਥੇ ਤੇ ਖਾਲੀ ਇਹ ਲਿਖਿਆ ਤੂੰ ਜ਼ਿਲਤ ਦੀ ਮੌਤ ਮਰੇਗਾ ਤੇ ਇਬਨ ਬਗਾ ਦਾ ਤਰਜਮਾ ਹੀ ਕੋਈ ਨਹੀਂ ਕਹਿੰਦਾ ਕਿਉਂਕਿ ਮੁਤਰਜਮ ਦੇ ਕਰੀਬ ਇੱਕ ਹੀ ਲਫ਼ਜ਼ ਨੇ ਤੇ ਉਹ ਐਡਾ ਕੋ ਜ਼ਿਆਦਾ ਵੱਡਾ ਜਿਹੜਾ ਡਿਫਰੈਂਸ ਨਹੀਂ ਆਉਂਦਾ ਨਹੀਂ ਉੱਥੇ ਲਫ਼ਜ਼ ਇਹ ਨੇ ਆ ਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਮ ਤਮੁਤ ਬਿਲ ਖਿਜ਼ਯੇ ਇਹ ਬਿਲ ਖਿਜ਼ਯੇ ਦਾ ਤਰਜਮਾ ਹੈ ਜ਼ਿਲਤ ਦੀ ਮੌਤ ਹੈ ਨਾ ਜਿਹੜੀ ਹਾਂ ਇਲਮ ਤਮੁਤ ਬਿਲ ਖਿਜ਼ਯੇ ਇਹਦਾ ਮੈਨੂੰ ਹੋ ਗਿਆ ਜ਼ਿਲਤ ਦੀ ਮੌਤ ਹਾਂਜੀ या इब्न बगा ਦਾ ਤਰਜਮਾ ਕਿੱਥੇ ਵੇ ਉਹ ਨਹੀਂ ਹੈ ਨਾ ਉਹ ਕਹਿ ਰਹੇ ਨੇ ਕਿਉਂਕਿ ਮੁਤਰਜਮ ਦੇ ਕਰੀਬ ਜਿਹੜਾ ਜ਼ਲੀਲ ਤੇ ਇਬਨ ਬਗਾ ਇੱਕ ਹੀ ਹੈ ਤੇ ਤਾਂ ਸੋ ਇੱਕ ਹੀ ਦਫਾ ਕੀਤਾ ਮੈਂ ਕਿਹਾ ਯਾਰ ਅਸਤਾ ਤੇ ਨਹੀਂ ਮੁਮਕਿਨ ਨਹੀਂ ਜ਼ਿਲਤ ਦੀ ਮੌਤ ਤੂੰ ਜ਼ਿਲਤ ਦੀ ਮੌਤ ਮਰੇਗਾ ਜ਼ਲੀਲ ਇਨਸਾਨ ਠੀਕ ਹੈ ਨਾ ਉਹ ਤੇ ਤਰਜਮਾ ਨਹੀਂ ਹੈ ਹਰ ਜਗ੍ਹਾ ਦਾ ਉਹ ਕੀ ਦਾ ਉਹ ਬਾਰੀ ਬਣਾਈ ਹੈ ਜਿੱਥੋਂ ਚਾਂਸ ਮਿਲਦਾ ਨਿਕਲ ਜਾਂਦੇ ਨੇ ਬਸ ਇਹਦਾ ਹੀ ਨਾਂ ਕਾਦੀਆਨੀਅਤ ਮਿਰਜ਼ਾ ਸਾਹਿਬ ਨੇ ਬਦਕਾਰ ਔਰਤਾਂ ਕੀਤਾ ਤੇ ਕਹਿੰਦੇ ਨਹੀਂ ਉਹ ਦੀਨੀ ਬਦਕਾਰ ਨੇ ਉਹ ਦੁਨਿਆਵੀ ਬਦਕਾਰ ਨਹੀਂ ਹੈ ਐਸਾ ਨਾ ਕਿਹੜੀ ਬਦਕਾਰ ਹੋ ਸਕਦੀ ਕਿ ਜੀ ਉਹ ਦੀਨੀ ਬਦਕਾਰ ਹੋਵੇ ਤੇ ਕਰਦਾਰ ਬਦਕਾਰ ਦੁਨਿਆਵੀ ਬਦਕਾਰ ਇਹ ਵੀ ਅੱਛਾ ਪੰਚਰ ਹੈ ਦੀਨੀ इससे मुराद दीनी बदकार है दुनिया एक ने आख्या दीनी बदकार ते दुनियावी बदकार दीनी बदकार वो की कहता है खालिद साहब ने आने का है खालिद साहब ने गाली होंगी ज्यादा हां भैया तो मुराद दीनी बदकार ने दुनियावी बदकार हां जी जिस लिखे ना कि बदकार औरत है उन्होंने कहा कि जी इथों दीनी बदकार है कि दीनी जेड़ा वो सही नहीं है उन्हां दा किरदार दुनियावी सही हो सकदा ते किसी ने तुसी जिंदगी च सुनिया कि तू दीनी बदकार औरत दा बच्चा औरत ने दीनी बदकारी की करनी है औरत ने कोई तफसीर च हेराफेरी करनी है कोई हदीसां च हेराफेरी करनी है केड़ी दीनी बदकारी ओदे दीन च केड़ा बद काम है ला महला जेड़ा ओ अपना करैक्टर वाइज दुनियावी लिहाज नाल अपने किरदार नूं मजरू करी ओदा ही नाम बदकारी है अगर बदकार लफज एक पे आखे बदकार दा मतलब बदकार नहीं है मैं क्या की मतलब है ਇਹ ਬਦਕਾਰ ਦਾ ਮਤਲਬ ਪਤਾ ਕੀ ਹੈ ਬਦਕਾਰ ਬੁਰਾ ਕੰਮ ਕਰਨ ਵਾਲਾ ਤੇ ਮੈਂ ਕਿਹਾ ਜੇ ਇੰਜ ਹੀ ਕਹਿ ਲੋ ਤੇ ਮੈਂ ਕਹਿ ਲਵਾਂ ਤੁਹਾਡੀ ਅੰਮਾ ਨੂੰ ਤੁਹਾਡੀ ਅੰਮਾ ਬਦਕਾਰ ਹੈ ਗਾਲਾਂ ਤੇ ਆ ਗਿਆ ਹੁਣ ਹੈ ਗਾਲਾਂ ਤੇ ਆ ਗਿਆ ਹੁਣ ਜੀ ਆ ਫਿਰ ਅੱਗੋਂ ਨੇ ਕਿਹਾ ਹੈ ਤੇਰੀ ਭੈਣ ਦੀ ਤੇਰੀ ਮਾਂ ਦੀ ਅਮਰ ਖੰਜ਼ੀਰਾ ਯਾਰ ਇਹੋ ਜਿਹੇ ਪੰਚਰ ਲਾਉਂਦੇ ਆ ਵੀ ਬੰਦੇ ਨੂੰ ਖਿਆਲ ਆਉਂਦਾ ਹੈ ਕਿ ਇਹ ਪੰਚਰ ਕਿੰਨੀ ਕੁ ਦੇਰ ਚੱਲੇਗਾ ਇਹ ਤੇ ਕੁਝ ਵੀ ਨਹੀਂ ਹੈ ਮਤਲਬ 2 ਮੀਟਰ ਵੀ ਗੱਡੀ ਨਹੀਂ ਚੱਲ ਸਕਦੀ ਇਸ ਪੰਚਰ ਨਾਲ ਜਿਹੜਾ ਰਿਮ ਹੀ ਵਿੱਚੋਂ ਲੈਦਾ ਹੋ ਜਾਣਾ ਟਾਇਰ ਹੀ ਨਿਕਲ ਜਾਣਾ ਰਿਮ ਚ ਤੋਬਾ ਅਸਤਗਫਰ ਅੱਲਾ ਦੀ ਕਸਮ ਹੈ ਜਿੰਨਾ ਕੋ ਇੰਨਾ ਕੋ ਸਾਬਣ ਲਾਉਂਦੇ ਨੇ ਸਲਿੱਪ ਵੀ ਤੁਹਾਡੇ ਹੱਥੋਂ ਨਹੀਂ ਸਲਿੱਪ ਹੁੰਦੇ ਸਲਿੱਪ ਕਿਉਂ ਹੋਣਾ ਕਿਉਂਕਿ ਉਹ ਸਲਿੱਪ ਉਦੋਂ ਹੁੰਦਾ ਹੈ ਬੰਦਾ ਯਾਦ ਰੱਖਿਓ ਮੇਰਾ ਰਸੂਲ ਸਲਿੱਪ ਉਦੋਂ ਹੁੰਦਾ ਜਿਸ ਵੇਲੇ ਉਹ ਸਜੀਆਂ ਖੱਬੀਆਂ ਕਰਦਾ ਤੇ ਤੁਸੀਂ ਉਹਨਾਂ ਦੀਆਂ ਸਜੀਆਂ ਖੱਬੀਆਂ ਸੁਣਦੇ ਹੋ
ਮੈਂ ਜਿਹੜੇ ਮੌਜੂ ਤੇ ਕਿਸੇ ਬੰਦੇ ਨੂੰ ਸਵਾਲ ਕਰਾਂ, ਮੈਂ ਉਹਦੀ ਸੱਜੀ ਖੱਬੀ ਗੱਲ ਸੁਣ ਲੱਗਿਆ ਕੰਨ ਹੀ ਬੰਦ ਕਰ ਛੱਡਣਾ। ਮੈਨੂੰ ਉਹ ਖੰਜ਼ੀਰ ਪਿਆਂਦਾ ਹੈ, ਮੈਨੂੰ ਫਲਾਣਾ ਢੀਂਗਾ ਪਿਆਂਦਾ ਹੈ, ਆਂਦਾ ਫਲਾਣਾ ਕੰਮ ਤੇ ਰਾਇਆ, ਉਹ ਮੈਂ ਸੁਣਦਾ ਹੀ ਨਹੀਂ ਹੈ। ਮੈਂ ਨਾ ਜਿਹੜਾ ਮੈਂ ਸਵਾਲ ਕੀਤਾ ਮੈਂ ਉਹਦਾ ਜਵਾਬ ਸਿਰਫ ਲੈਣਾ, ਉਹਦਾ ਜੋ ਜਵਾਬ ਦਿੰਦਾ ਮੈਂ ਉਹਦੇ ਤੇ ਪਿਨ ਪੁਆਇੰਟ ਕਰਨਾ। ਮਿਰਜ਼ਾਈ ਦੀ ਜਿਹੜੀ ਹੈ ਨਾ ਇਹ ਖੂਬੀ ਹੈ ਕਿ ਜਿਹੜਾ ਉਹਨੂੰ ਸਵਾਲ ਕਰੋਗੇ, ਸਵਾਲ ਦਾ ਜਵਾਬ ਦੇਣ ਦੀ ਬਜਾਏ ਜਿੱਥੇ ਲਾਸ਼ ਪਈ ਉੱਥੇ ਕਈ ਮਾਰਨ ਦੀ ਬਜਾਏ ਸੱਜੇ ਖੱਬੇ ਕਮਾਦ ਗੁੱਡ ਸੜੇਗਾ। ਉਸ ਬੜੀ ਦਿਲਚਸਪ ਗੁਫ਼ਤਗੂ ਸੀ ਕਿ ਤੁਸੀਂ ਜਦੋਂ ਜ਼ਹੀਰ ਨੂੰ ਪੁੱਛ ਰਹੇ ਸੋ ਮਿੱਟੀ ਦੀ ਚਿੜੀਆਂ ਉੱਡੀਆਂ ਨੇ, ਉਸੇ ਤਰ੍ਹਾਂ ਉੱਡੀਆਂ ਨੇ ਜਿਸ ਤਰ੍ਹਾਂ ਇਬਰਾਹੀਮ ਦੀ, ਉਸੇ ਤਰ੍ਹਾਂ ਉੱਡੀਆਂ ਨੇ। ਗਲਾ ਬਾਹਰ ਛੜਿਆ ਉਹਨੇ। ਲੇਕਿਨ ਇਹ ਗਲਤੀ ਵੇਖੋ ਕਿੱਥੇ ਹੋਈ, ਜਿੱਥੇ ਉਹ ਕੀ ਕਹਿੰਦਾ ਮੌਲਵੀ ਨੇ ਗੱਲ ਕੱਢੀ ਉਹ ਨਿਕਲ ਗਿਆ। ਇੱਥੋਂ ਪਰਹੇਜ਼ ਕਰਨਾ ਚਾਹੀਦਾ, ਉਹਨੂੰ ਉੱਥੇ ਹੀ ਬਾਤ ਰੱਖੋ ਜਿੱਥੇ ਉਹ ਗੱਲ ਹੋ ਰਹੀ ਹੈ। ਲੇਕਿਨ ਸਮਝ ਆ ਰਿਹਾ ਉੱਥੇ ਲਿਖਿਆ ਯਾਰ ਉਹ ਕਹਦਾ ਯਾਰ ਇੱਥੇ ਹਾਂ ਮਿੱਟੀ ਦੀ ਚਿੜੀਆਂ ਉੱਡੀਆਂ ਨੇ, ਬਾਅਦ ਚ ਫਿਰ ਮਿੱਟੀ ਬਣ ਗਈ। ਉਹ ਇੰਨੀ ਗੱਲ ਵੀ ਨਹੀਂ ਕਹਿ ਸਕਦੇ, ਜਿਹੜਾ ਇਕਤਬਾਸ ਲਿਖਿਆ ਹੈ ਉਹਨੂੰ ਵੀ ਨਹੀਂ ਕਹਿ ਸਕਦੇ, ਉਹਨੂੰ ਵੀ ਨਹੀਂ ਮੰਨ ਸਕਦੇ। ਜੋ ਲਿਖਿਆ ਹੈ ਨਾ ਇਹੋ ਹੀ ਤਾਂ ਮੁਸੀਬਤ ਹੈ। ਜੋ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਮੈਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਚੈਲੰਜ ਦੇਣਾ, ਪੂਰੇ ਗੈਰ ਅਹਿਮਦੀ ਨੂੰ ਚੈਲੰਜ ਹੈ ਕਿ ਤੁਸੀਂ ਸਾਨੂੰ ਕਿੱਥੇ ਵੀ ਮਤਵਫੀ ਦਾ ਮਾਇਨੀ ਜ਼ਿੰਦਾ ਸਮਾਨ ਤੇ ਜਾਣਾ ਵਿਖਾ ਦਿਓ, ਅਸੀਂ ਤੁਹਾਡੇ ਪੈਰੀ ਪੈ ਜਾਵਾਂਗੇ। ਮੈਂ ਕਿਹਾ ਯਾਰ ਗੱਲ ਤੇ ਕਰਨ ਦੇ, ਉਹਨੇ ਗੱਲ ਨਹੀਂ ਕਰਨ ਦੀ, ਠੀਕ ਹੈ ਨਾ। ਮੈਂ ਕਿਹਾ ਤੁਸੀਂ ਸਵਾਲ ਕਰ ਦਿਓ, ਜਵਾਬ ਵੀ ਲੈ ਲਓ। ਉਹਨੂੰ ਪਤਾ ਹੈ ਕਿ ਮਿਰਜ਼ਾ ਸਾਹਿਬ ਨੇ ਆਪ ਕੀਤਾ ਹੈ, ਤੂੰ ਮਿਰਜ਼ਾ ਸਾਹਿਬ ਦਾ ਨਾਂ ਵੀ ਨਹੀਂ ਲੈਣਾ, ਤੂੰ ਖਾਲੀ ਕੁਰਾਨ ਹਦੀਸ ਤੋਂ ਗੱਲ ਕਰ। ਮੈਂ ਕਿਹਾ 23 ਜਿਲਦਾਂ ਲਿਖੇ ਨੇ, ਇਹਨਾਂ ਨੂੰ ਫਿਰ ਕੀ ਪਾਣੀ ਚ ਪਾ ਛੜੀਏ? ਉਹ ਉੱਥੋਂ ਚੀਕਾ ਮਾਰਦੇ ਨੇ। ਸਾਡੇ ਨਬੀ ਨੇ ਕੋਈ ਹਦੀਸ ਆਪ ਨਹੀਂ ਲਿਖੀ, ਲੇਕਿਨ ਫਿਰ ਵੀ ਜਿਹੜੀ ਹਦੀਸ ਪਹੁੰਚਦੀ ਅਸੀਂ ਚੁੰਮ ਕੇ ਅੱਖਾਂ ਨੂੰ ਲਾਉਂਦੇ ਹਾਂ। ਕਿਉਂ? ਇਸ ਤੋਂ ਇਲਾਵਾ ਸਾਡੇ ਕੋਲ ਕੋਈ ਮਸਦਰ ਨਹੀਂ ਹੈ। ਕੁਤਬ ਅਰਬਾ ਹੋ ਗਈਆਂ, ਸਾਹ ਸਿੱਤਾ ਹੋ ਗਈ। ਮਿਰਜ਼ਾ ਸਾਹਿਬ ਨੇ ਆਪਣੇ ਕਲਮ ਦੇ ਨਾਲ ਲਿਖੀਆਂ ਸ਼ਾਮਤ ਤੋਂ ਉੱਥੋਂ ਨਸ ਜਾਂਦੇ ਨੇ। ਅਸਲ ਸਾਰਾ ਦਿਨ ਸਾਡਾ ਤੇ ਇਹਨਾਂ ਦਾ ਝਗੜਾ, ਤੁਸੀਂ ਅਗਰ ਦੇਖੋਗੇ ਨਾ ਟਿਕਟਾਕ ਦੀ ਐਕਟੀਵਿਟੀ ਤੇ 24 ਘੰਟੇ ਚੋਂ 20 ਘੰਟੇ ਮੁਸਲਮਾਨ ਦਾ ਮੌਕਫ ਹੈ ਹੀ ਹੁੰਦਾ ਇਹਨਾਂ ਦੇ ਪਿੱਛੇ ਕਿ ਇਹ ਲਿਖਿਆ ਇਹਨੂੰ ਮੰਨੋ, ਇਹ ਮਿਰਜ਼ਾ ਸਾਹਿਬ ਇਹ ਲਿਖਿਆ ਇਹਨੂੰ ਆਨ ਕਰੋ। ਉਹਦੇ ਤੋਂ ਦੌੜਦੇ ਪਏ ਹੁੰਦੇ ਨੇ। ਜੋ ਕੁਝ ਲਿਖਿਆ ਹੁੰਦਾ ਨਾ, ਜਾਂ ਉਹਦਾ ਪੰਚਰ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਉਹਨੂੰ ਡਿਸਆਨ ਕਰਨ ਦੀ ਕੋਸ਼ਿਸ਼ ਕਰਕੇ ਸੱਜੇ ਖੱਬੇ ਜਿਹੜੀਆਂ ਦੂਜੀਆਂ ਗੱਲਾਂ ਨੇ ਇੱਧਰ ਉੱਧਰ ਦੀਆਂ ਉਹ ਕਰਕੇ ਤੇ ਜਾਨ ਛਡਾਉਣ ਦੀ ਕੋਸ਼ਿਸ਼ ਕਰਦੇ। ਹੁਣ ਕਈ ਦਿਨ ਤੋਂ ਉਹ ਜਿਹੜਾ ਸਵਾਲ ਨੰਬਰ 6 ਵੇ, ਉਹ ਰਾਤੀ ਵੀ ਸੈਣੀ ਸਾਹਿਬ ਆਖਣ ਲੱਗੇ ਸੀ, ਉਹ ਸਵਾਲ ਨੰਬਰ 6 ਇਹਨਾਂ ਦੇ ਅੱਗੇ ਰੱਖ ਕੇ ਤੇ ਸੈਣੀ ਸਾਹਿਬਾਂ ਨੇ ਉਹ ਸਵਾਲ ਲਾਮਾ ਸਾਹਿਬ ਦਾ ਜ਼ਿੰਦਾ ਔਰ ਤਬਿੰਦਾ ਹੈ। ਕੋਈ ਬੰਦਾ ਉਹਦਾ ਜਵਾਬ ਨਹੀਂ ਦੇ ਸਕਦਾ ਕਿ ਉਹਦੇ ਜਵਾਬ 'ਚ ਮਿਰਜ਼ਾ ਸਾਹਿਬ ਕੀ ਲਿਖਿਆ, ਉਹਨੂੰ ਆਪਣੇ ਲਫ਼ਜ਼ਾਂ 'ਚ ਬਿਆਨ ਕਰਨਾ। ਹਾਲਾਂਕਿ ਐਮਜ਼ੀ ਤੋਂ ਲੈ ਕੇ ਤੇ ਆਮ ਮਿਰਜ਼ਾਈ ਤੱਕ ਮੈਂ ਸਭ ਨੂੰ ਦੇਖਿਆ, ਉਸ ਸਵਾਲ ਨੂੰ ਟਰੁੱਥ ਸੀਕਰ ਕਿਹਾ, ਦੂਜਾ ਕਿਹਾ, ਤੀਜਾ ਕਿਹਾ, ਮਨਸੂਰ ਮਲੰਗੀ ਕਿਹਾ, ਸਭ ਬਾਰ-ਬਾਰ ਉਹਨੂੰ ਪੜਨਗੇ। ਇਹ ਦੇਖੋ मिर्जा साहब ने वजाहत कर दी, पूरी बात की वजाहत कर दी है, खोल कर बयान कर दिया। भाई की बयान किया, इन पंजाबी च बयान करो वाला, अपने लफ्ज़ों च बयान करो, की बयान किया? 2 सफ़े काले किए, लेकिन सवाल का जवाब तो थे है ही नहीं। ये चैलेंज है कि उस जवाब नूं तुसीं अपने लफ्ज़ों च बयान कर दो और दस दो कि सवाल का जवाब कित्थे है। सवाल ये वे कि तुहाडीआं दोवां गल्लां च तजाद पाया जाता है। एक पासे तुसीं आंदे हो कि मेरे ना मनण वाले बंदे काफर नहीं हुंदे, क्योंकि ना मनण वालिआं नूं काफर कहना उन्हां नबियां दी शान है जिहड़े शरई नबी हुंदे ने, ते मेरे ना मनण नाल कोई बंदा, मेरे दावे दे ना मनण नाल कोई बंदा काफर नहीं हुंदा। दूजे पासे तुसीं आखिआ कि जिन्हें मेरी दावत कबूल नहीं की वो मुसलमान नहीं रहा। हुण की करना, इन्हां दोवां दे विच ततबीक किस तरह पैदा हो सकदी? ਉਹਨੂੰ ਟੱਚ ਹੀ ਨਹੀਂ ਕੀਤਾ। ਉਸ ਸਵਾਲ ਨੂੰ ਨਹੀਂ ਤੇ ਜਿਹੜੇ ਸਾਇਲ ਦਾ ਸਵਾਲ ਸੀ ਉਹਨੂੰ ਜਵਾਬ ਲੱਭਾ, ਉਹਨੂੰ ਸਮਝ ਆਇਆ ਜਿਹਨੂੰ ਖਤ ਲਿਖਿਆ ਸੀ। ਅਸਲ ਦੇ ਵਿੱਚ ਨਾ ਉਹ ਆਪਣੀ ਕਿਤਾਬ ਹਕੀਕਤੁਲ ਵਹੀ ਦੇ ਵਿੱਚ ਕਿਸੇ ਬੰਦੇ ਦਾ ਸਵਾਲ ਵੀ ਆਪੂ ਹੀ ਕੋਡ ਕੀਤਾ। ਪਤਾ ਨਹੀਂ ਉਹ ਸਵਾਲ ਕਿਸੇ ਕੱਲਿਆ ਵੀ ਹੈ ਕਿ ਨਹੀਂ ਕੱਲਿਆ, ਆਪੂ ਬਣਾ ਲਿਆ ਜਾਂ ਕਿਸੇ ਨੇ ਖਤ ਲਿਖ ਕੇ ਕੱਲਿਆ ਜਾਂ ਕਿਸੇ ਨੇ ਸੁਨੇਹਾ ਕੀਤਾ, ਮੈਨੂੰ ਨਹੀਂ ਪਤਾ ਕਿ ਉਹ ਸਵਾਲ, ਕਿਉਂਕਿ ਇੰਨਾ ਹੀ ਲਿਖਿਆ ਸਾਇਲ ਦਾ ਇਹ ਸਵਾਲ ਹੈ। ਸਾਇਲ ਕੌਣ ਹੈ ਕੋਈ ਪਤਾ ਨਹੀਂ, ਉਹਨੂੰ ਜਵਾਬ ਪਹੁੰਚਿਆ ਨਹੀਂ ਪਹੁੰਚਿਆ, ਉਹ ਮੁਤਮਿਨ ਹੋਇਆ ਨਹੀਂ ਹੋਇਆ, ਆਈ ਡੋਂਟ ਨੋ। ਉੱਥੇ ਸਿਰਫ ਇੰਨਾ ਹੀ ਲਿਖਿਆ ਕਿ ਸਾਇਲ ਦਾ ਸਵਾਲ, ਕਿਉਂਕਿ ਉਹ ਸਵਾਲ ਤੇ ਹੁੰਦੇ ਸੀ। ਮੈਂ ਅੱਛਾ ਉੱਥੇ ਬਤੌਰ ਦਲੀਲ ਇਹ ਕੁਰਾਨ ਦੀ ਆਇਤ ਕੋਟ ਕੀਤੀ ਹੈ ਕਿ ਅਰਾਬੀ ਕਹਿੰਦੇ ਨੇ ਕਿ ਅਸੀਂ ਈਮਾਨ ਲੈ ਆਏ ਹਾਂ, ਤਾਂ ਅੱਲਾ ਨੇ ਫਰਮਾਇਆ ਕੁਲ ਅਸਲਮ ਨਾ, ਲੇਕਿਨ ਈਮਾਨ ਹਲੇ ਤੁਹਾਡੇ ਦਿਲ ਦੇ ਅੰਦਰ ਦਾਖਲ ਨਹੀਂ ਹੋਇਆ। ਲੇਕਿਨ ਘੱਟ ਅੱਲਾ ਤਾਲਾ ਮੁਸਲਮਾਨ ਤੇ ਮੰਨ ਰਿਹਾ, ਤੇ ਉਹ ਕਹਿ ਰਹੇ ਨੇ ਕਿ ਜੀ ਮੁਸਲਮਾਨ ਹੀ ਨਹੀਂ। तो भाई पूछो भाई है किस तरह मुमकिन है? तो कहते भाई आप हकीकी मुसलमान नहीं, हकीकी मुसलमान हम है। उथे तो हकीकी कह रहा कि लफज ही कोई नहीं है, कोलों या तो बंदा मुसलमान है या उस कैटेगरी तो बाहर है। जी जी जी।
मैं आप 6-7 दफ़ा कोशिश की थी, लेकिन मैं फिर की कहता है मैं उस मौजू ਨੂੰ ਮੰਨ ਕਰ ਛੜਿਆ। ਹੋ ਸਕਦਾ ਜਦੋਂ ਕਿਆਮਤ ਵਾਲੇ ਦਿਨ ਮਿਰਜ਼ਾ ਸਾਹਿਬ ਨਾਲ ਮੁਲਾਕਾਤ ਹੋਏ ਤੇ ਬੰਦਾ ਪੁੱਛ ਹੀ ਲਵੇ ਕੀ ਲਿਖਿਆ ਸੀ ਤੁਸੀਂ। ਤੁਸੀਂ ਵੀ ਦੋਜ਼ਖ 'ਚ ਜਾਣਾ ਹੈ। भाईजान हर जन्नती दोज़ख दे करीब दोज़ख दे करीब गुजरेगा, पुलिस रात दे थल्ले ਉਹ ਨਜ਼ਰ ਆਏਗਾ ਕਿ ਜਹੰਨਮੀ ਦਾ ਕੀ ਹਾਲ ਹੈ। ਜन्नती ਸ਼ੁਕਰ ਕਰਨਗੇ ਅੱਲਾਹ ਤਾਲਾ ਨੇ ਸਾਨੂੰ ਜੰਨਤ 'ਚ ਕਰ ਲਿਆ। ਇੱਥੇ ਹੁਣ ਤੇ ਜੀਬ ਖੁੱਲ ਜਾਂਦੀ ਨਾ, ਉੱਥੇ ਖਾਲੀ ਅੱਲਾਹ ਔਰ ਅੱਲਾਹ ਜਿਹਨੂੰ ਇਜ਼ਲ ਦੇਵੇ ਉਹੀ ਬੋਲੇਗਾ। ਇਹ ਜ਼ਰੇ ਤਸ਼ਤ ਸਾਹਿਬ ਆਏ ਨੇ, ਇਹਨਾਂ ਨੂੰ ਬੁਲਾ ਕੇ ਪੁੱਛ ਲਓ ਬਈ ਮਿਰਜ਼ਾ ਸਾਹਿਬ ਨੇ ਇਹ ਗੱਲ ਲਿਖੀ ਤੇ ਕੋਈ ਦੱਸੋ ਕੋਈ ਦਾ। ਜੇ ਮੈਨੂੰ ਵੇਖ ਕੇ ਉਹਨਾਂ ਨੂੰ ਗੁੱਸਾ ਚੜਦਾ ਹੋਵੇ ਤੇ ਮੈਨੂੰ ਥੱਲੇ ਲਾ ਦਿਓ, ਮੈਂ ਥੱਲੇ ਉਤਰ ਜਾਣਾ। ਤਿੱਤਰ ਹੋ ਗਏ ਨੇ ਉਹਨਾਂ ਨੂੰ ਉੱਤੇ ਬਿਠਾ ਕੇ, ਤਿੱਤਰ ਹੋ ਗਏ ਨੇ, ਤਿੱਤਰ ਹੋ ਗਏ ਨੇ। ਬੇਸ਼ੱਕ ਉਹਨਾਂ ਨੂੰ ਉੱਤੇ ਬਿਠਾ ਕੇ ਪੁੱਛ ਲਓ। रिक्वेस्ट पाई है वो अहमदी ने, शायद वो भी आ जाए, बल्कि बहुत अहमदी है लेकिन उत्ते कोई नहीं। ਜਿੰਨੀ ਦੇਰ ਤੱਕ ਬੈਠੇ ਆ ਨਾ ਉਹਨੇ ਦੇਰ ਤੱਕ ਆਮਰ ਭਾਈ ਕੋਈ ਆ ਗਿਆ ਤਾਂ ਮੈਨੂੰ ਫੜ ਲਵੇ। ਯਾਰ ਮੈਨੂੰ ਬਾਅਦ ਚ ਲੈ ਲੈਣਾ ਤੁਸੀਂ, ਉਹਨਾਂ ਕੋਲ ਸਵਾਲ ਦਾ ਜਵਾਬ ਲੈ ਕੇ ਮੈਨੂੰ ਬਾਅਦ ਚ ਚੁੱਕ ਲੈਣਾ, ਮੈਨੂੰ ਕੋਈ ਮਸਲਾ ਨਹੀਂ ਹੈ। ਬੇਸ਼ੱਕ ਮੈਨੂੰ ਥੱਲੇ ਲਾ ਕੇ ਉਹਨਾਂ ਨੂੰ ਆਖੋ ਆਪਣਾ ਰਾਂਝਾ ਰਾਜ਼ੀ ਕਰ ਲਓ, ਗਾਲਾਂ ਵੀ ਨਾਲ 2-4 ਕੱਢ ਲਓ, ਇਹ ਸਵਾਲ ਦਾ ਜਵਾਬ ਦੇ ਦੇ ਬਸ। ਦੇਖੋ ਨਾ ਉਹ ਸਵਾਲ ਮੈਂ ਪਿਆ ਕਹਿੰਦਾ ਸੀ ਕਿ ਲੋਕੀ ਕਰਦੇ ਸਨ ਉਦੋਂ ਸਾਇਲ ਜਿਹੜਾ ਸੀ ਨਾ, ਜਿਸ ਤਰ੍ਹਾਂ ਮਿਰਜ਼ਾ ਸਾਹਿਬ ਨੇ ਤਾਉਨ ਨੂੰ ਅਜ਼ਾਬ ਕਰਾਰ ਦੇ ਦਿੱਤਾ, ਇਹ ਤਾਉਨ ਜਿਹੜੀ ਆ ਗਈ ਹੈ ਜ਼ਾਬੇ ਲਾਈਏ, ਜ਼ਾਬ ਆ ਗਿਆ, ਜ਼ਾਬ ਆ ਗਿਆ। ਲੋਕੀ ਸਵਾਲ ਕਰਦੇ ਸਨ। ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਹਦੀਸ ਕੱਢ ਕੇ ਪੇਸ਼ ਕੀਤੀ ਕਿ ਨਬੀ अलैहिस्सलातु वस्सलाम ਨੇ ਫਰਮਾਇਆ ਕਿ ਤਾਉਨ ਨਾਲ ਮਰਨ ਵਾਲਾ ਜਿਹੜਾ ਬੰਦਾ ਹੈ ਉਹ ਸ਼ਹੀਦ ਹੈ, ਤੇ ਤੁਸੀਂ ਇਹਨੂੰ ਜ਼ਾਬ ਕਰਾਰ ਦਿੰਦੇ ਪਏ ਹੋ। ਮਿਰਜ਼ਾ ਸਾਹਿਬ ਅਤੇ ਮਸਲੇ ਖੜੇ ਹੋ ਗਏ ਤੇ ਮੈਂ ਤੇ ਉਸ ਬੰਦੇ ਵਿੱਚ ਹੁੰਦਾ ਇਨਕੇ ਹੋ ਗਿਆ ਜ਼ਿੰਦਗੀ ਅਫਰੇ में तेरी आवाज कट रही है, आवाज नहीं सही आ रही। जिन्नत की उम्मीद ही नहीं है। बस थोड़ी देर 10-15 मिनट बाद और मैं तो निकलना, इंशाल्लाह सही हो जाएगी बात। ਤੇ ਹੁਣ ਮਿਰਜ਼ਾ ਸਾਹਿਬ ਨੇ ਉਹਦੇ ਉੱਤੇ ਐਨੀ ਕੁ ਵਜ਼ਾਹਤ ਕੀਤੀ ਹੈ ਕਿ ਮੁੱਛਾਂ ਦਾੜੀ ਨਾਲ ਲੰਮੀਆਂ ਹੋ ਗਈਆਂ ਨੇ। ਬਈ ਜਿਹੜਾ ਤਾਉਨ ਹੈ ਉਹ ਉਹਦੇ ਵਿੱਚ अच्छा है, सदाकत भी पेश होती है कि जी मिर्जा साहब ने क्या सी कि मेरे मुरीदा ਨੂੰ ਨਹੀਂ ਮਾਰੇਗਾ, ਪਰ ਵੇਖੋ ਇੱਕ ਬੰਦਾ ਵੀ ਨਹੀਂ ਮਰਿਆ। ਉਹ ਤੇ ਜਦੋਂ ਪੇਸ਼ ਕਰ ਕਹਦੇ ਤੇ ਮੁਨਾਫਿਕ ਸਨ, ਇਹਨਾਂ ਦੇ ਹਕੀਕੀ ਮੁਸਲਮਾਨ ਨਹੀਂ ਸਨ। ਨਫਾਕ ਇਹਨਾਂ ਦੇ ਅੰਦਰ ਪਾਇਆ ਜਾਂਦਾ ਹੈ। ਇਹਨਾਂ ਦੇ ਨਫਾਕ ਦਾ ਪਤਾ ਹੀ ਤਾਂ ਲੱਗਾ ਜਦੋਂ ਮਰੇ ਨੇ। ਹਾਂ, ਇਹਨਾਂ ਦੇ ਨਫਾਕ ਦਾ ਪਤਾ ਹੀ ਤਾਂ ਲੱਗਾ ਜਦੋਂ ਮਰੇ ਨੇ। ਇਹੋ ਜੀ ਜਲੇਬੀ ਬਣੀ ਹੈ, ਸਮਝੋ। ਆਮਰ ਭਾਈ ਥੱਲੇ ਹੋ ਜਾਓ। ਅਸਾਏ ਮੂਸਾ ਅਲੀ ਅਕਬਰ ਕਾਲ ਪਾ ਰਿਹਾ, ਮੂਸਾ ਵੀ ਫੌਤ ਹੋ ਗਿਆ, ਮਰਨ ਲੱਗਿਆ ਤੇ ਉਹਨਾਂ ਨੇ ਆਖਿਆ ਜੀ ਇਹ ਇਹਨੂੰ ਮਰਨ ਦੇ, ਖੁਦਾਈ ਕਲਾਮ ਦੀ ਤਵੀਲ ਹੋ ਸਕਦੀ। ਤੇ ਇਹ ਵੀ ਪੁੱਛਿਆ ਜਾਣਾ ਵਾ ਤਵੀਲ ਕੀਤੀ ਕੀ ਤਵੀਲ ਹੋਈ ਹੈ, ਤਾਂ ਕਹਿੰਦੇ ਨੇ ਮੇਰੇ ਸਾਹਮਣੇ ਕੀਤੀ ਨਹੀਂ, ਅਸੀਂ ਨਹੀਂ ਕਰ ਸਕਦੇ। ਅਲੀ ਅਕਬਰ ਸਾਹਿਬ ਨੇ ਚੁੱਕਣਾ ਤੁਸੀਂ ਅਗਰ ਗੁਫ਼ਤਗੂ ਕਰਨੀ ਹੈ ਜਾਂ ਨਹੀਂ। ਇਹਨੂੰ ਰਹਿਣ ਦਿਓ, ਇਹ ਆਸ਼ਿਆਰਾਈ ਕਰਦਾ ਹੈ। ਮਸਲਾ ਹੈ ਇਹ ਆਸ਼ਿਆਰਾਈ ਕੋਈ ਲਫ਼ਜ਼ ਐਸਾ ਬੋਲੇਗਾ ਫਿਰ ਦਿਲ ਨੂੰ ਤਕਲੀਫ ਹੋਵੇਗੀ, ਕਿਉਂਕਿ ਇਹ ਸ਼ਾਤਮੀਅਤ ਤੋਂ ਇਲਾਵਾ ਠੀਕ ਹੋ ਨਹੀਂ ਹੈ। ਅਗਰ ਕੋਈ ਬੰਦਾ ਦਲੀਲ ਨਾਲ ਗੱਲ ਕਰਨਾ ਚਾਹੁੰਦਾ ਉਹਨੂੰ ਲਾਓ, ਇਹ ਜੋ ਦੇਣਾ ਹੀ ਨਹੀਂ ਹੈ। ਇਹਨੇ ਤਾਂ ਨਬੀ ਪਾਕ ਦੇ ਉੱਤੇ ਜ਼ਬਾਨ ਦਰਾਜ਼ੀ ਕਰਨੀ ਹੈ ਨਾ। ਜਿਹੜਾ ਸਵਾਲ ਕਰ ਰਹੇ हैं उस सवाल का जवाब तो देना ही नहीं है। सवाल का जवाब ठीक हो गया। अगर चलो ठीक है, नबी पाक के बारे में एक भी लफ्ज बोले तो जानने की कोशिश की थी, ठीक है, ड्रॉप कर लेंगे। अस्सलाम वालेकुम अली अकबर साहब, घट तो घट ना दे पास रख लेना ਜਿਹੜਾ सवाल है, अगर ਉਹਦਾ ਜਵਾਬ ਦੇਣਾ ਚਾਹੋ ਬਿਸਮਿल्लाह। ਵਾਲੇਕੁਮ ਸਲਾਮ। ਮਿਰਜ਼ਾ ਸਾਹਿਬ ਮੈਂ ਤਾਂ ਸਰ ਤੁਹਾਨੂੰ ਮੁਬਾਰਕ ਦੇਣ ਆਇਆ ਸੀ, ਮਾਸ਼ਾਅੱਲਾ ਸੀ ਬਰੋਡ ਲਾਈ, ਮੈਂ ਕੀ ਕਰਨਾ, ਹਾਸ਼ੀਆ ਲਾਣਾ। ठीक है जनाब, दुआ करो इंशाल्लाह ताला अच्छे माहौल के अंदर लग सके और गुफ्तगू हो सके इंशाल्लाह सर। अच्छे अंदाज में बंदे गल करेंगे तो ਅਸੀਂ अच्छे अंदाज में कर ਲਾਂਗੇ इंशाल्लाह ताला। जी सवाल चल रहे, ਤੁਸੀਂ ਉਹਦੇ ਮੁਤਾबिक कुछ कहना चाहोगे? ਮੈਂ ਤਾਂ ਸਰ ਜਸਟ ਪਹਿਲਾਂ ਚੱਲਾ ਗਿਆ ਸੀ, ਵਿੱਚੋਂ ਦੁਬਾਰਾ ਆਇਆ ਜੀ, ਮੈਨੂੰ ਪਤਾ ਕੀ ਸਵਾਲ ਚੱਲ ਰਿਹਾ। ਆਵਾਜ਼ ਕੱਟ ਰਹੀ ਤੁਹਾਡੀ। ਮੈਂ ਤੇ ਮੇਰੀ ਆਵਾਜ਼ ਨਹੀਂ ਆ ਰਹੀ? हाँ जी थोड़ी हल्की आ रही शायद, मनु आ रही। जी बोलो। सवाल चल रहे मिर्जा साहब दे। हाँ जी
ਸਵਾਲਾਂ ਦੇ ਜਵਾਬ ਸਰ ਦੇਣ ਵਾਸਤੇ ਫਿਰ ਬੰਦੇ ਥੱਲੇ ਕੋਈ ਹੋਣਗੇ। ਮੈਂ ਤਾਂ ਸਵਾਲ ਕਰਦਾ ਹੁੰਦਾ ਤੇ ਜਵਾਬ ਮੈਂ ਕੋਈ ਨਹੀਂ ਦਿੰਦਾ, ਮੈਂ ਤਾਂ ਸਵਾਲ ਲੈ ਕੇ ਫਿਰਦਾ ਹੁੰਦਾ ਵਾਂ। ਇਹ ਤੇ ਫਿਰ ਗਲਤ ਕੰਮ ਹੋ ਗਿਆ ਨਾ। ਤੁਸੀਂ ਸਵਾਲ ਕਰੋ, ਜਵਾਬ ਲੈ ਲਓ, ਸਵਾਲ ਦਾ ਜਵਾਬ ਦੇ ਦਿਓ। ਫਿਰ ਜਾਂ ਸਾਡਾ ਸਵਾਲ ਲੈ ਲਓ, ਜਵਾਬ ਦੇ ਦਿਓ। ਮੈਂ ਸਵਾਲ ਰੱਖ ਲਓ। ਮੈਂ ਸਵਾਲ ਕਰਦਾ ਵਾਂ, ਤੁਸੀਂ 2 ਮਿੰਟ ਕਰੋ ਗੱਲ। ਮੈਂ ਸਿਰ ਇੱਕ ਬੈਠਾ 1 ਮਿੰਟ ਦੇ ਦਿਓ ਬਸ, ਸਵਾਲ ਕਰਦਾ। ਠੀਕ ਹੋ ਗਿਆ, ਸਵਾਲ ਤੁਸੀਂ ਪਹਿਲਾਂ ਕਰ ਲਓ, ਫਿਰ ਅਸੀਂ ਆਪਣਾ ਸਵਾਲ ਰੱਖ ਲੈਂਗੇ। ਨਹੀਂ ਤੁਸੀਂ ਕਰੋ ਹਲੇ ਗੱਲ। ਮੈਂ ਕਿ ਮੈਨੂੰ 1 ਮਿੰਟ ਦਿਓ ਜ਼ਰਾ। ठीक हो गया। ओपन आई साहब आए हैं। ओपन आई साहब आप जवाब देना चाहेंगे जिस मौजूद में हम फंसे हैं? अस्सलाम वालेकुम यार, मैं ना असल में अभी ड्राइव कर रहा हूँ, ऑफिस पहुँचने वाला हूँ। मैं थोड़ा, मुझे भी टाइम दे, मैं अभी गाड़ी में हूँ। तो ठीक हो गया। सुन तो रहे हैं ना कि मेरे साहब ने फरमाया कि नबी करीम सल्लल्लाहु अलैहि वसल्लम पे एक वही नाजिल हुई है और नबी ने मुख्तबर तफासिर के अंदर मौजूद है कि नबी ने फरमाया कि मुझे समझ नहीं आई इसकी। तो ये मुमकिन है कि जो बशीर भी हो, नज़ीर भी हो, बशीर तो कहते हैं उसे जो मुस्तकबिल की खबरें दें, अगर उनको खुद कुछ नहीं समझ आई तो फिर वो उम्मत के लिए कैसे हादी हो सकते हैं? حوالہ زمیمہ برینیم دیا، پیج 249، جلد والیوم 21۔ अली अकबर साहब तुसी मौजूद हो लेकिन सुन रहे हो ना? गल ਉਹ ਨਹੀਂ ਕਰਨਾ ਜਿੰਨੀ ਰਿਵਾਇਤ ਅੰਦਰ ਲਿਖੀ, ਹਾਸ਼ੀਆ ਰਾਈ ਨਹੀਂ ਕਰਨੀ, ਠੀਕ ਹੈ? ਨਹੀਂ ਹਾਸ਼ੀਆ ਨਹੀਂ ਸਰ, ਬਿਲਕੁਲ ਹਾਸ਼ੀਆ ਨਹੀਂ ਲਾਵਾਂਗਾ ਜਿੰਨੀ ਦੇਰ ਤੱਕ ਅੱਗੋਂ ਹਾਸ਼ੀਆ ਨਹੀਂ ਲੱਗੇਗਾ ਨਾ। ਆਈ ਆਵਾਜ਼ मैं नहीं चाहता जितने जी दूसरी जगह पे ये काम होता है, काम खराब होता है, फायदा नहीं आना, मजा नहीं आता गुफ्तगू का। ਹਾਸ਼ੀਆ ਮੈਂ ਬਿਲਕੁਲ ਨਹੀਂ ਲਾਵਾਂਗਾ ਜਿੰਨੀ ਦੇਰ ਤੱਕ ਅੱਗੋਂ ਹਾਸ਼ੀਆ ਨਹੀਂ ਲੱਗੇਗਾ। अगर पहले हाशिया किधरों लग गया तो अगर मैं कि पहले किधरों हाशिया लग गया तो फिर मैं डबल हाशिया ला सकदा इन्ना दस दो सिर्फ। कुरान ਤੁਹਾਨੂੰ ਉਨੀ ਇਜਾਜ਼ਤ ਦਿੰਦਾ ਜਿੰਨਾ ਜ਼ੁਲਮ ਤੁਹਾਡੇ ਤੇ ਹੈ। ਹਾਂ ਉਹਦੇ ਤੋਂ ਤਜਾਵੁਜ਼ ਨਹੀਂ ਤੁਸੀਂ ਕਰਨਾ, ਤੁਸੀਂ ਆਪਸੇ ਕੁਰਾਨ ਹੋ ਨਾ। ਉਹ ਤਾਂ ਮੈਨੂੰ ਪਤਾ ਹੈ ਸਾਰੇ ਕੁਰਾਨ ਦੇ। ਮੈਂ ਮੈਸੇਜ ਤੁਹਾਡੇ ਕੋਲ ਜਸ ਪੁੱਛਦੇ ਹਾਂ ਸਰ ਕਿ ਤੁਸੀਂ ਕੀ ਕਹਿੰਦੇ ਹੋ ਕਿ ਅਗਰ ਕੋਈ ਹਾਸ਼ੀਆ ਲਾਵੇ ਤੇ ਵਾਪਸੀ ਡਬਲ ਹਾਸ਼ੀ ਦੀ ਜਿੰਨਾ ਇਜਾਜ਼ਤ ਜ਼ੁਲਮ ਤੁਹਾਡੇ ਉੱਤੇ ਹੋਵੇ ਤੁਹਾਨੂੰ ਉਹਨਾਂ ਬਦਲਾ ਲੈਣ ਦੀ ਇਜਾਜ਼ਤ ਹੈ, ਉਸ ਤੋਂ ਤਜਾਵੁਜ਼ ਕਰਨ ਦੀ ਇਜਾਜ਼ਤ ਨਹੀਂ ਹੈ। लेकिन तुसी जदों भी गुफ्तगू कर रहे हो घट तो घट इतना भी सोच के रखो साडे मेरे सब काबिर नहीं है, ठीक है? लेकिन नबी करीम सल्लल्लाहु अलैहि वसल्लम तुसी किसी फटे वाले बंदे की गल नहीं कर रहे, रहमतुल आलमीन की गल कर रहे हो, उम्महातुल मोमिनीन की गल कर रहे हो, असहाबा की गल कर रहे हो। वो कोई आम बंदे नहीं है, ठीक है? बाकी अगे तुहाडी मर्जी। मैं तुहानू फिर भी की कहदा है इंशाअल्लाह ताला उम्मीद ते मुस्बत सोचिए तुहाडे से। जी पूछो की पूछना चाह रहे थे? मैं पूछना ना 2 मिनट दे तो जल्दी कर दिए थानू बैठ दगे तो जल्दी ला दो थल्ले। नहीं जल्दी क्यों है? बार सवाल होती है ना, तुसी भी बिजी होगे तो मैं छोटा जी 2 मिनट काम कर रहा। मैं चलो मैं नाल बैठ जावां तुहाडे सलाम ही कर लवां, बाकी बंदे भी ते बैठे ने, अगर जगह मर्जी तो थल्ले जॉब कर दे दोबारा ले जाना। नहीं जनाब अगे 4 सीटां खाली ने, क्यों टेंशन लैंदे हो? गड्डी चल रही है, अदे ते केड़ा कराया? ओपन आई भाई भी ड्राइव ते ने, मैं भी तुसी अपने मेहमाना मोअज़्ज़ज़ मेहमाना नाल गलबात जारी रखो। मैं बस 2 मिनट चाहिए ने सिर्फ। मैं नाल रस्ता मैं बैठा घर सी तैयारी करने भी जॉब आ गई, मैं कि यार मैं टाइम होगा मेरे ठीक हो गया, सारे काम ते ने ताउन करके चलेंगे तो आसानी होगी साडे। हां जी बल्कि ਅਸੀਂ खोल के पढ़ ही लेंगे। फिर बाद इसके ये दूसरी वही कि इफ़त दियार अल वल मकाम इस ज़लज़ले की सिफ़ात बयान करती है कि जिसका पहले इसी अखबार में जिक्र हो चुका है, और ये पेशनगोई ताउन पर किसी तरह सादिक नहीं आ सकती। और ये दोनों वही एक ही अखबार में सिर्फ 5 माह के फासले के साथ मौजूद हैं, यानी अल हकम में। अब बतलाओ कि क्या ये हट धर्मी है या नहीं कि ऐसी अजीम और निशान पेशनगोई को जो 2 मरतबा एक ही अखबार में सरी ज़लज़ला के नाम और इसके सिफात बयान करके इस अजीम शान हादसे की खबर देती है। नकवी और
लघु करार दी जाए। और अगर ये बात है तो फिर आपका इस्लाम पर कायम रहना मुश्किल है। मुख्तबर तस्वीरों में लिखा है कि जब ये आयत नाजिल हुई है तो हज़रत सल्लल्लाहु अलैहि वसल्लम ने फरमाया है कि मुझको मालूम नहीं कि ये पेशन गोई इस मौके के मुतालिक है। सवाल ही चल रहा है अली अकबर साहब, अल्लाह के रसूल केड़ी मुतबर तफसीर है अहले सुन्नत वल जमात दी? शिया दी कर हो सकता किसी शिया दी होए। का साहब ने की कहते शिया दा लिटरेचर ज़्यादा नहीं पढ़िया, तफसीर बुरहान तफसीर कुम्मी किसी के अंदर तो लिखी होगी कि अल्लाह के रसूल ने फरमाया कि पेशन को किस मौके के मुतालिक है, मनो नहीं पता। तो बल्कि तो मौला अली का भी कौल है सलूनी क़ब्ल तक़दून, पूछ लो मनो इस तो पहले कि मनो अपने दरम्यान ना पाओ। इत्तेहादी तो होंदा ही ओनू जड़ा पूछो वो जवाब देवे, वो नहीं हादी हो सकता जिन्होंने मसला पूछे तो घर धी को पुछन टुर जाए। असद साहब फुल हैंड दो ने जितों मर्जी बयान करन, फुल हैंड दो ना। जी जी सुन रहे हैं। अच्छा एखो जी शाह पता क्यों निकली ने लगे? एक हदीस आंदी जी नबी करीम सल्लल्लाहु अलैहि वसल्लम दे कोल सहाबा है तो उन्होंने कहा जी खजूरा बोतियां किस तरह होंगी जी, ते नबी ने क्या क्या मुकलमा लाओ ते वो घट गईयां। नहीं इस तरह नहीं इंज नहीं सी ओ बाग कोलो गुजरे लान लगे हो, बाग कोलो गुजरे सर उन्हां गुच्छे बन्ने होए सन, ठीक है गुच्छे बन्ने सन ते आप सल्लल्लाहु अलैहि वसल्लम ने तजवीज़ पेश कीती सी ना कि उन्होंने हुक्म दिता। यार तुसी दो चीज़ां मिक्स कब कर रहे हो? अल्लाह दा रसूल तजवीज़ भी पेश करे ना वमा जदों भी अल्लाह दा रसूल गल करदा है वही इलाही तो गल करदा है, मुमकिन ही नहीं कि तजवीज़ भी लफ्ज़ नहीं आया, तजवीज़ भी लफ्ज़ नहीं आया। ਇਹੋ ਜੀ ਮੈਂ ਤਾਂ ਹੀ ਨਾ ਕਿ ਹਦੀਸ ਦੇ ਉੱਤੇ ਜਿਹੜੇ ਬੰਦੇ ਗੱਲ ਕਰਨੀ ਹੋਵੇ ਹਦੀਸ ਦੀ ਇਬਾਰਤ ਸਾਹਮਣੇ ਰੱਖ ਕੇ ਸਿਰਫ ਮਤਨ ਜੋ ਲਫ਼ਜ਼ ਨੇ ਉਹ ਹੀ ਕੋਡ ਕਰੋ। ਆਪਣੇ ਕੋਲੋਂ ਇੱਕ ਲਫ਼ਜ਼ ਵੀ ਤੁਸੀਂ ਪਾਓ ਤੇ ਗਲਤ ਹੋ ਜਾਏਗਾ, ਮੈਂ ਨਾ ਕੋਈ ਦਾ ਕੁਝ ਹੋ ਜਾਵੇ। ਤਜਵੀਜ਼ ਕਿੱਡਾ ਗਲਤ ਲਫ਼ਜ਼। ਨਬੀ ਅਲੈਹਿਸ ਸਲਾਮ ਸਾਹਬਾ ਦੇ ਨਾਲ ਉੱਥੋਂ ਗੁਜ਼ਰ ਰਹੇ ਸਨ ਤੇ ਉਹ ਜਿਹੜਾ ਬੂਰ ਹੈ ਨਾ ਨਰ ਔਰ ਮਾਦਾ ਦਾ ਖਜੂਰਾਂ ਦਾ, ਉਹਨਾਂ ਨੂੰ ਨਰ ਵਾਲੇ ਨੂੰ ਮਾਦੇ 'ਚ ਪਾ ਰਹੇ ਸਨ ਤਾਂ ਕਿ ਖਜੂਰਾਂ ਜਿਹੜੀਆਂ ਨੇ ਉਹ ਜ਼ਿਆਦਾ ਹੋ ਜਾਣ ਔਰ ਮਿੱਠੀਆਂ ਹੋ ਜਾਣ। ਤੇ ਨਬੀ ਪਾਕ ਨੇ ਪੁੱਛਿਆ ਕਿ ਇਹ ਲੋਕ ਕੀ ਕਰ ਰਹੇ ਨੇ ਜਿਹੜੇ ਖਜੂਰਾਂ ਦੇ ਬਾਗ ਦੇ ਵਿੱਚ ਖਜੂਰਾਂ ਦੇ ਉੱਤੇ ਚੜੇ ਨੇ, ਕੀ ਪੇ ਕਰਦੇ ਨੇ? ਤੇ ਸਾਹਬਾ ਨੇ ਕਿਹਾ ਕਿ ਯਾ ਰਸੂਲल्लाह ਇਹ ਉਹ ਜਿਹੜਾ ਬੂਰ ਹੈ ਨਰ ਖਜੂਰ ਤੇ ਮਾਦਾ ਖਜੂਰ ਦਾ ਜਿਹੜਾ ਬੂਰ ਹੈ ਉਹਨੂੰ ਮਿਕਸ ਪੇ ਕਰਦੇ ਨੇ ਤਾਂ ਕਿ ਖਜੂਰਾਂ ਦਾ ਜਿਹੜਾ ਫਲ ਹੈ ਇਹਦੇ ਨਾਲ ਫਿਰ ਜ਼ਿਆਦਾ ਹੁੰਦਾ ਹੈ। बस नबी पाक ने इन्ना फरमाया कि मेरा ये जन नहीं, मेरा ये ख्याल नहीं कि इस तरह होंदा, मेरा नहीं ख्याल कि इहदे नाल कोई फर्क पैंदा है, यानी नार नूं मादा विच मिक्स करन नाल मेरा नहीं ख्याल कि खजूरां दा फल जिहड़ा है वो ज़्यादा हो जाता है। पर इन्नी गल आपने फरमाई, ना तजवीज़ आखी है ना हुक्म दिता है ना वही आखी है ना कोई, सिर्फ इन्ना आख्या कि मेरा नहीं ख्याल कि इहदे नाल कोई फर्क पैंदा है। अगले साल नबी पाक फिर उतों गुजरे ने या वो साहबा ने दस्सिया कि फल जिहड़ा है वो खराब हो गया, जिहड़ा तुसीं आख्या सी और लोकां छोड़ दिता सी ते ओहदे नाल ते फायदा नहीं होया, यानी कि खजूरां दा फल उस तरह नहीं होया। नबी पाक ने फरमाया कि मैं अपना एक जन बयान किया, एक ख्याल बयान किया, ये दुनिया के काम तुसीं मेरे नालों बेहतर जानदे हो, मैं दीन की गल दसां ते ओह तुसीं ओहनूं फॉलो करो। दुनिया के काम हदीस दे लफज है ने कि दुनियावी काम जिहड़े ने ओह तुसीं मेरे नालों बेहतर जानदे हो। काश्तकारी हो गया, ज़राअत दा कोई काम, अल्लाह ते अल्लाह दा रसूल वो जानदा है जेड़ा इंसान दी पैदा मखलूक होने तो पहले देने, ठीक है। मुमकिन ही नहीं कि कोई इंसान अल्लाह ते अल्लाह दे रसूल तो ज़्यादा इल्म रखदा होए, भावें वो खजूरा होण, भावें दीनी इल्म होवे या भावें दुनियावी इल्म होवे। मुमकिन ही नहीं कि कोई शख्स अल्लाह दा रसूल अपना ख्याल भी पेश करे तो वो गलत साबित कर हो सके, मुमकिन ही नहीं। हाँ से तुसी अगर मंदे से देखो मनो सानू कोई एतराज़ नहीं है, लेकिन असी नहीं मनते। अल्लाह ने अपने रसूल नूं मुबशर ते नज़ीर बना के पहले, ठीक है। वो मुबशर नूं आप नहीं पता कि जिहड़ा मुबशर क़यामत दे और क़यामत दे बाद आने वाले वाक़ियात भी दसदा, तो उन्होंने नहीं पता कि खजूरा दे चलो एक मिनट इहनूं क्लोज करो, बाद च करांगे। ਇਹਦੇ ਤੇ ਬਹਿਸ ਦੀ ਕੋਈ ਜ਼ਰੂਰਤ ਨਹੀਂ ਹੈ। ਅਸੀਂ ਤੇ ਉਹਨੂੰ ਸਹੀ ਹਦੀਸ ਨੂੰ ਇੰਜ ਹੀ ਮੰਨਨੇ ਆ ਕਿ ਦੁਨਿਆਵੀ ਕੰਮ ਨਬੀ ਪਾਕ ਨੇ ਫਰਮਾਇਆ ਕਿ ਤੁਸੀਂ ਮੇਰੇ ਨਾਲੋਂ ਬਿਹਤਰ ਸਮਝਦੇ ਹੋ। ਇਹਦੇ ਹੋਰ ਵੀ ਬਹੁਤ ਸਾਰੀਆਂ ਦਲੀਲਾਂ ਨੇ
ਕਿ ਜ਼ਿੰਦਗੀ ਦੇ ਵਿੱਚ ਕਈ ਮਾਮਲਾਤ ਜਿਹੜੇ ਆਪ ਨੇ ਜੰਗ ਦੇ ਵਿੱਚ ਮਸਲਨ ਫੈਸਲਾ ਕੀਤਾ, ਸਾਹਬਾ ਨੇ ਕੁਝ ਨੇ ਕਿਹਾ ਅੰਦਰ ਰਹਿ ਕੇ ਲੜੀਏ ਉਹ ਦੀ ਲੜਾਈ, ਕੁਝ ਨੇ ਕਿਹਾ ਬਾਹਰ, ਨੌਜਵਾਨਾਂ ਨੇ ਕਿਹਾ ਬਾਹਰ ਜਾ ਕੇ ਜੰਗ ਲੜੀਏ। ਆਪ ਦੁਨਿਆਵੀ ਕੰਮ ਮਸ਼ਵਰੇ ਨਾਲ ਕਰਦੇ ਸਨ ਕਿ ਦੁਨਿਆਵੀ ਕੰਮ ਨੇ ਇਹਦੇ ਜਿਹਦਾ ਮਸ਼ਵਰਾ ਬਿਹਤਰ ਹੋਏਗਾ ਉਹਦੇ ਤੇ ਅਸੀਂ ਅਮਲ ਕਰ ਲਾਂਗੇ। ਉਹਦੇ ਵਾਸਤੇ ਸਿਰਫ ਦੀਨ ਦੀ ਗੱਲ, ਅੱਲਾਹ ਦੇ ਨਬੀ ਨੇ ਫਰਮਾਇਆ ਕਿ ਦੀਨ ਦੀ ਗੱਲ ਜਿਹੜੀ ਮੈਂ ਆਖਾਂ ਉਹ ਨਹੀਂ, ਉਹਦੇ ਬਾਰੇ ਕੋਈ ਇਨਕਾਰ ਨਾ ਕਰ। मैं थोड़ा जा होने लगा, वापस आना। वापस छेती मतलब आए, छेती आए। हाँ हाँ मैं लेकिन यार मेरे को अथॉरिटी को नहीं, बंदा थले लाने दी अथॉरिटी को नहीं है, लेकिन कोशिश करनी जल्दी। यार दे ते सड़ी और कितनी को अथॉरिटी तो नहीं है। नहीं बंदा थले लाने दी अथॉरिटी नहीं है, सारियां ते हैं यार। मैं मेरी तो मॉडरेट। अच्छा यार थले ਨੂੰ ਦੱਸ ਕੇ ਸਾਹਿਬ ਨੂੰ ਜਹਾਦ ਦੁਨਿਆਵੀ ਨਹੀਂ, ਜਹਾਦ ਅੱਲਾ ਦੀ ਜ਼ਾਤ ਵਾਸਤੇ ਹੁੰਦਾ ਹੈ। ਤੇ ਜਿਹੜਾ ਚੀਜ਼ ਅੱਲਾ ਦੀ ਜ਼ਾਤ ਵਾਸਤੇ मैंने गेस्ट एंड मोर ऐड एंड रिमूव ऑल गेस्ट अलाउ है यार। नजर क्यों करने लगा? चल ठीक है, मैं आना 5 मिनट। आ जाओ छेती आ जाओ। ਹਰ ਗੱਲ ਦਾ ਜਵਾਬ ਦੇਣਾ ਨਜ਼ਰ ਜ਼ਰੂਰੀ ਨਹੀਂ ਹੁੰਦਾ। ਜਿਹੜਾ ਅਸੀਂ ਸਵਾਲ ਰੱਖਿਆ ਉਹਦਾ ਜਵਾਬ ਅਦਨਾਨ ਮਤਲੂਬ ਸਾਹਿਬ ਨੂੰ ਕਾਲ ਪਾਓ, ਉਹਨਾਂ ਨੂੰ ਆਖੋ ਵੀ ਇਹ ਸਵਾਲ ਇੱਕ ਇਹਦਾ ਜਵਾਬ ਦੇ ਦਿਓ, ਕਿਉਂਕਿ ਸਾਡੇ ਨਬੀ ਦਾ ਨਾਂ ਲੈ ਕੇ ਤੇ ਇੱਕ ਗੱਲ ਗਲਤ ਉਹਨਾਂ ਨਾਲ ਮਨਸੂਬ ਕੀਤੀ ਜਾ ਰਹੀ ਹੈ। ਅੱਗੇ ਤੁਸੀਂ ਸਵਾਲ ਵੀ ਨਹੀਂ ਸੁਣਿਆ ਹੋਣਾ, ਜਿਹੜੀ ਤੁਹਾਡੀ ਆਦਤ ਹੈ ਕਿ ਬਈ ਇਹ ਉਹ ਸਵਾਲ ਨੇ ਜਿਨ੍ਹਾਂ ਦੇ ਅਸੀਂ ਕਈ ਵਾਰੀ ਜਵਾਬ ਦੇ ਚੁੱਕੇ ਹਾਂ, ਇਹ ਵੀ ਨਹੀਂ ਹੋਣਾ। ਸਵਾਲ ਵੀ ਪਹਿਲੀ ਵਾਰੀ ਕੀਤਾ ਹੈ। ਰੂਹਾਨੀ ਖਜ਼ਾਇਨ ਜਿਲਦ 21 ਸਫਾ 249 ਅਦਨਾਨ ਮਤਲੂਬ ਸਾਹਿਬ ਛੱਡ ਦੋ ਜਹਾਦ ਨੂੰ, ਤੁਸੀਂ ਅਸੀਂ ਜਾਣੀਏ ਜਹਾਦ ਜਾਣਾ ਹੈ। ਰੂਹਾਨੀ ਖਜ਼ਾਇਨ ਜਿਲਦ 21 ਸਫਾ 249 ਹੈ। ਉਹਦੇ ਤੇ ਮਿਰਜ਼ਾ ਸਾਹਿਬ ਨੇ ਜਿਹੜੀ ਗੱਲ ਆਖੀ ਕਿ ਮੋਤਬਰ ਤਫਸੀਰਾਂ 'ਚ ਲਿਖਿਆ ਹੈ ਕਿ ਨਬੀ ਪਾਕ ਨੇ ਫਰਮਾਇਆ ਮੈਨੂੰ ਆਪ ਨਹੀਂ ਪਤਾ ਸਯੁਹਜ਼ਮੁਲ ਜਮਉ व युवल्लून अद्दुबुर, ਇਹ ਪੇਸ਼ਗੋਈ ਕਿਹੜੇ ਵਕਤ ਵਾਸਤੇ ਹੈ, ਇਹ ਕਿੱਥੇ ਲਿਖਿਆ ਹੈ? ਕਿ ਨਬੀ ਪਾਕ ਨੇ ਇਸ ਤਰ੍ਹਾਂ ਦੀ ਗੱਲ ਆਖੀ ਹੈ ਜਾਂ ਆਖ ਸਕਦੇ ਨੇ? ਕੁਰਾਨ ਦੀ ਆਇਤ ਨਾਜ਼ਲ ਹੋਵੇ ਤੇ ਆਖਣ ਮੈਨੂੰ ਨਹੀਂ ਪਤਾ ਇਹਦੇ 'ਚ ਕੀ ਆਖਿਆ ਅੱਲਾਹ ਤਾਲਾ ਨੇ? ਇਹ ਦੱਸੋ, ਇਹਦਾ ਸਬੂਤ ਦੇ ਦਿਓ। ਪਹਿਲੀ ਵਾਰੀ ਤੁਸੀਂ ਸੁਣਿਆ ਹੋਏਗਾ, ਮੈਂ ਯਕੀਨ ਨਾਲ ਕਹਿੰਦਾ ਅੱਗੇ ਤੁਸੀਂ ਨਹੀਂ ਸੁਣਿਆ ਹੋਏਗਾ। मैं काल उन्होंने पाई है लेकिन काल ते आ नहीं रहे। मसला नहीं, मसला की है सिंपल जी गल है वे या नहीं है, या तो सबूत पेश करेंगे या फिर आखने कि नहीं है। आ गए ने जी, आ गए। वेलकम हो गया अदनान साहब, कैसे हैं आप? तबीयत से ठीक है? जी जनाब ठीक ठाक, सुनाओ क्या हाल चाल है? अल्हम्दुलिल्लाह, बेशक उसका करम है जी, माल के कुल कायनात दा। अच्छा सवाल सी अमर भाई, दोबारा तुसी दोहराओगे कि मैं दोहरा दे? नहीं मैं सुनिया ਜਿਹੜਾ ਉਹਨਾਂ ਨੇ ਕਿਹਾ, ਜਿਹੜੇ ਅਲਫਾਜ਼ ਜਿਸ ਤਰ੍ਹਾਂ ਜਿਹੜਾ ਸਵਾਲ ਉਹਨੇ ਕੀਤਾ ਮੈਂ ਸੁਣਿਆ ਥੱਲੇ ਬੈਠ ਕੇ। ਤੇ ਦੇਖੋ ਕੋਈ ਵੀ ਜਗ੍ਹਾ ਤੁਸੀਂ ਇਤਰਾਜ਼ ਕਰਨਾ ਹੋਏ ਨਾ, ਤੇ ਇਤਰਾਜ਼ ਉਸ ਗੱਲ ਤੇ ਕੀਤਾ ਜਾਂਦਾ ਜਿਹਦੀ ਉਹ ਸ਼ਖਸ ਜਿਹੜੇ ਨੇ ਤਸ਼ਹੀਰ ਕਰਨੇ ਹੋਣ ਜਾਂ ਇਸ਼ਤਿਹਾਰ ਅੰਗੇਜ਼ੀ ਦੇ ਪਹਿਲੋਂ ਨਾਲ ਲੋਕਾਂ 'ਚ ਇਸ ਗੱਲ ਨੂੰ ਆਮ ਕਰ ਰਹੇ ਹੋ। ਠੀਕ ਹੈ, ਕੋਈ ਗੱਲ ਕਿਸੇ ਕਿਤਾਬ 'ਚ ਲਿਖੀ ਹੈ, ਕਿਸੇ ਸਿਨੈਰੀਓ 'ਚ ਲਿਖੀ ਹੈ, ਉਹਨੂੰ ਆਪੇ ਹੀ ਪੜ੍ਹ ਕੇ ਰਾਤਾਂ ਲਾ ਕੇ ਉਹਨੂੰ ਹਾਈਲਾਈਟ ਕਰਕੇ ਉਹਦੇ 'ਚ ਇਤਰਾਜ਼ ਬਣਾ ਕੇ ਦੁਨੀਆ 'ਚ ਤਸ਼ਹੀਰ ਕਰਨਾ ਹੈ। ਤਾਂ ਤੁਸੀਂ ਆਪ ਨਬੀ ਪਾਕ 'ਤੇ ਕੋਈ ਅਗਰ ਤੁਸੀਂ ਇਹਨੂੰ ਇਲਜ਼ਾਮ ਸਮਝਦੇ ਹੋ, ਅਵਲ ਗੱਲ ਤਾਂ ਨਹੀਂ ਹੈ। ਜੇਕਰ ਸਮਝਦੇ ਤਸ਼ਹੀਰ ਕੌਣ ਕਰਨ ਡਿਆ? ਅਮਰ ਨਜ਼ੀਰ ਸਾਹਿਬ ਆਪ ਕਰਨ ਡਏ ਨੇ। ਠੀਕ ਹੈ, ਤੇ ਇਹ ਤੇ ਫਜ਼ੂਲੀਆਂ ਗੱਲਾਂ ਨੇ, ਸਾਡਾ ਇਲਮ ਮਹਿਦੂਦ ਹੁੰਦਾ। ਆਮ ਬੰਦਿਆਂ ਕੋਲੋਂ ਫਿਰ ਪੁੱਛਣਾ, ਉਹ ਮਿਰਜ਼ਾ ਸਾਹਿਬ ਨੇ ਜੇਕਰ ਤਫਸੀਰਾਂ ਦਾ ਜ਼ਿਕਰ ਕੀਤਾ, ਕਿੰਨੇ ਇੱਕ ਤਫਸੀਰ ਵੀ ਨਹੀਂ ਪੜ੍ਹੀ ਹੁੰਦੀ ਆਮ ਬੰਦੇ ਨੇ। ਕੁਰਾਨ ਮਸਾਂ ਪੜ੍ਹਿਆ ਹੁੰਦਾ, ਤਰਜਮਾ ਤੇ ਮੌਕਾ ਹੀ ਨਹੀਂ ਪੜ੍ਹਿਆ ਹੁੰਦਾ, ਉਤੋਂ ਫਿਰ ਤਫਸੀਰਾਂ ਕਿੰਨੀਆਂ ਕਿਹੜੀ ਪੜ੍ਹੀ ਹੁੰਦੀ ਹੈ, ਕਿੰਨੀਆਂ ਤਫਸੀਰਾਂ ਲੋਕਾਂ ਦੀਆਂ ਆ ਗਈਆਂ ਹੋਈਆਂ ਨੇ ਹਜ਼ਾਰਾਂ ਤਾਦਾਦ 'ਚ। ਕਿਹਦੀ ਗੱਲ ਹੋ ਰਹੀ ਹੈ? ਤੇ ਉਹ ਵੇਖਣਾ ਬੰਦੇ ਨੇ ਸਾਰੇ ਪਹਿਲੂ ਨਾਲ, ਇਹਨੂੰ ਹਾਈਲਾਈਟ ਕਰਕੇ ਉਹਦੇ 'ਚ ਹਾਸ਼ੀਆ ਰਾਈ ਕਰਕੇ ਪੇਸ਼ ਕਰਨਾ। ਅਦਨਾਨ ਸਾਹਿਬ ਅਗਰ ਸਾਡਾ ਪਹਿਲੂ ਗਲਤ ਹੈ, ਤੁਸੀਂ ਆਪਣਾ ਪਹਿਲੂ ਪੇਸ਼ ਕਰ ਦਿਓ ਨਾ। मतलब मैं तो ये कह रहा हूँ ना भाई, इल्जाम वाली बात नहीं है। अगर ये आए तो उस वक्त गल मुकम्मल कर लेंगे, नजफ गल मुकम्मल कर लेंगे। जब मुसलमानों के हालात अच्छे नहीं थे, बहुत ही कमज़ोर हालात थे, और हर किस्म की जो मुहासरा में लिया हुआ था कुफार ने, और एक ऐसी हालत थी जिसमें ऐसा नज़र नहीं आता था कि क्या इसका सलूशन या हल निकलना है। ठीक है,
अगर उस सिनेरियो में उस वक्त जो आयत आई है तो ये तो नहीं कह सकते एक बैन ही किस वक्त का जिक्र हो रहा है ना। नबी पाक सल्लल्लाहु अलैहि वसल्लम ने अगर उस वक्त फरमाया है कि क्या इसका मतलब है और ये कब ये वाक़या होगा, ऐसी कोई आपको भी फिर दिखानी पड़ेगी। ऐसी कोई रवायत के वाक़यातन उन्होंने उसी वक्त बता दिया कि इसकी ये पेशगोई है, ये कब पूरी होगी या किस सूरत में पूरी होगी, ठीक है ना। हालांकि जब ये नाजिल हुई है उस वक्त तो हालात बहुत ही कमज़ोर थे मुसलमानों के। ये तो बाद में जब हालात बदले हुए हैं और बदर का जब मौका आया है उस वक्त नबी पाक सल्लल्लाहु अलैहि वसल्लम ने इसकी वजाहत फरमाई है। उससे पहले अगर आपकी पास वजाहत मौजूद है तो वो बता दें, ठीक है। अदरवाइज़ तफसीरें मैं ढूंढने बैठ जाता हूँ। पहले हमने किसने आम बंदे से आप पूछना शुरू कर दें तफसीरें आप ढूंढने लग जाओ। हज़ारों तफसीरें किस किस को हम ढूंढते फिरे। वो हो सकता है कोई नायाब भी हो गई हो, ख़त्म भी हो गई हो, कहाँ से आपको ला के दें, ठीक है। अदरवाइज कोई इल्ज़ामी बात नहीं है। कोई भी शख्स, अल्लाह ताला ने नबी को शख्सी इंसान के तौर पर ही पेश किया, ठीक है ना। उनको इंसान से बढ़कर तो कहीं भी अल्लाह ताला ने पेश नहीं किया। तो बशरी लिहाज से जितना इल्म अल्लाह ताला जिस वक्त खोलता है उस पर नबी पर ज़ाहिर हो जाता है। लाजमी नहीं कि फ़ौरन ही जैसे ही कोई चीज़ अल्लाह ताला ने फरमाई है उसी वक्त उसके तमाम पहलू रोशन हो गए, खुल गए नबी के ऊपर भी, ठीक है। वो तो वक्त और हालात साबित करते हैं ना ये कभी जो चीज़ें हैं ये वाज़ेह होंगी। तो इसको आप अगर इसको समझते हैं गुस्ताखी है तो फिर तो बेशुमार जो हदीसें जो इसको आप इतने नरम अंदाज में पेश कर रहे हैं वो सब गुस्ताखियों के ज़मरे में चली जाएंगी। आपके मतलब आपने सिर्फ इल्ज़ाम लगाने का अगर बात करनी है तो आपकी मर्ज़ी है भाई, इसमें कोई हम क्या कह सकते हैं। आपको करें आप बात। अच्छा, पहली तो बात यह है कि अब कोई और बंदा बीच में ना बोले। आपने जो बात की है मैंने पूरी तहम्मुल से सुनी है, आप भी समाअत फरमाएं। पहली बात यह है कि ये तौहीन भी है और बिल्कुल इसकी तशहीर भी इसलिए कर रहे हैं कि जिन्होंने तौहीन की है उनका इसके पीछे एक एजेंडा है। और बिल्कुल नबी अलैहिस्सलातु वस्सलाम की ज़ात को मसख करने के लिए ये तहरीक उठी थी। नबी पाक को ऐसा साबित करने के लिए कि नबी पाक पर कलाम उतरता था लेकिन ख़ुद नबी पाक को भी पता नहीं होता था। ये क्यों बातें कही गई हैं? इसलिए कि ख़ुद मिर्ज़ा साहब के साथ ये मामला थे कि वो बात करते थे, लोगों को इल्हाम सुना देते थे और पता उनको नहीं होता था। इसमें तो आपको इख्तलाफ ही नहीं होगा क्योंकि मिर्ज़ा साहब ने कई इल्हामात ऐसे भी लिखे हैं जिनके बारे में उनको ये भी नहीं पता कि ये किस ज़बान के अल्फाज हैं। मानी और तर्जमा तो बड़ी दूर की बात है, उनको ये भी नहीं पता था कि ये किस ज़ुबान के अल्फाज हैं। तो अब क्योंकि लोग ये इतराज़ करते थे कि भाई आप मिर्ज़ा साहब एक कलाम पेश करते हैं और आपको उसका मानी नहीं पता, तो मिर्ज़ा साहब ने अपने जैसा पिछले अंबिया को बनाने के लिए ये काम किया है और आमदन किया है कि नबी पाक को भी नहीं पता होता था। इसकी और भी बहुत सारी मिसालें हैं कि नबी पाक से पूछा अज़वाज ने कि हम में से कौन पहले फ़ौत होगी, तो आपने कहा भाई वो जिसका हाथ लंबा है। तो कहते हैं कि नबी पाक को पता ही नहीं था, उनके सामने अज़वाज ने हाथ नापे और नबी पाक को पता ही नहीं था कि इससे मुराद ज़ाहिरी हाथ नहीं है। ये नबी अलैहिस्सलातु वस्सलाम की शख्सियत को मजरू करने के लिए और उनको उस जैसा बनाने के लिए जिस तरह के ये खुद थे, ये आमदन काम किया गया है। बिल्कुल तौहीन अमेज़ ये जो काम किया गया है, आमदन किया गया है। ये नहीं है कि ये ऐसे ही कोई सरेराह बात कह दी है और कोई इसकी अहमियत नहीं है। इसकी बड़ी अहमियत है। जिस मुसलमान के सुनने वाले के ज़हन में एक सेकंड ज़रा होल्ड रखिए। नजफ की मौजूद चल रहा है नवेश साहब। सेम सवाल ਦੇ ਉੱਤੇ ਤਜਜ਼ੀਆ ਕੀਤਾ ਅਦਨਾਨ ਸਾਹਿਬ ने, तो ਉਹਦਾ जवाब दे रहे हैं आमर भाई। मैं ये कह रहा हूँ कि जिस मुसलमान बच्चे को ये पता चल जाए या ये बता दिया जाए कि तुम्हारे नबी पर वही नाजल होती थी और वो ना सिर्फ ये कि जानते नहीं थे कि इस वही का मतलब क्या है, बल्कि महाज़ल्ला ये भी कह देते थे कि ये नाजल तो हो गई है पर मुझे पता नहीं है कि इसका मतलब क्या है, ये पेश गोई किस वक्त के लिए है। उसके दिल से नबी पाक की इज़्ज़त कितनी कोई रह जाएगी, ख़त्म हो जाएगी। वो कहेंगे भाई नबी पाक भी ऐसे ही थे माज़अल्लाह, जिस तरह आम बंदा होता है। किसी ने खबर दे दी है
वो उन्होंने आगे सुना दी, कन्वे कर दी, लेकिन ना नबी पाक को पता है ना सुनने वाले को पता है। तो नबी पाक का मकाम ख़त्म करने के लिए मुसलमानों के दिलों से ये सारी बातें इसीलिए घड़ी गई हैं भाई। हमारा ये एतराज़ है कि लेकिन अगर आपके पास कोई किसी बात का सबूत नहीं है, आप वो बात कर देते हैं, वो आपके फॉलोअर्स के लिए तो ठीक है, वो आपके फॉलोअर हैं। जिस तरह अंसर रज़ा साहब कहते हैं भाई देखो भी हमारे तो वो नबी हैं, तो नबी से हवाला नहीं मांगा जाता, दलील नहीं मांगी जाती। ठीक है, आप उनको नबी मानते हैं, हमारी तरफ से खुदा मानते रहें, उनसे हवाला ना तलब करें। लेकिन अगर उन्होंने हमारे नबी के बारे में कोई बात कही है और बात भी इस तरह की है जो मैंने पेश की है, तो हमारा हक है पूछना कि भाई ये बात बताएं कि नबी अलैहिस्सलातु वस्सलाम ने ये बात कब कही, क्योंकि इससे नबी पाक की शख्सियत मजरूह हो रही है, आपकी इज्जत ख़त्म करने की कोशिश की जा रही है, आपका मकाम लोगों के दिलों से निकालने के लिए कोशिश की जा रही है। इसलिए हमारा हक है कि हम पूछें। अब आपके पास दो ही रास्ते हैं, या तो आप हवाला ला के दे दें कि किस तफसीर में, उन्होंने तो लिखा है मोतबर तफसीरों में, तो मोतबर तफसीरें तो आपको पता ही है कौन सी हैं। मैं कहता हूँ गैर मोतबर तफसीर से ला के दिखा दें, मोतबर को छोड़ें, किसी गैर मोतबर तफसीर से ला कर दिखा दें कि नबी पाक ने ये बात कही हो कि मैं नहीं जानता सयुहज़मुल जम व युवल्लून दुबुर। ये आयत, इसके अंदर जो पेशगोई है ये किस वक्त के लिए है, लाएं सबूत पेश करें, क्योंकि हमारे नबी की इस्मत का सवाल है। माजरत के साथ आपको ये सारी बातें अगर ना भी अच्छी लगें, लेकिन आपका अपना अकीदा, हमारा अपना अकीदा, हमें तकलीफ हुई है ये बात पढ़ के कि ये बात क्यों उन्होंने हमारे नबी के बारे में लिखी, जबकि इस तरह से है नहीं, मामला इस तरह से है नहीं कि नबी पाक पर कुरान की आयत नाजल हो और नबी पाक कहें कि मुझे तो पता ही नहीं है कि इस आयत का मतलब क्या है, मीनिंग क्या है। तो इसलिए ये ज़रूरी है और है भी ये तकलीफ। तफसीर कबीर है, तफसीर सगीर पढ़ी हो सकता है गल, क्योंकि वो भी साढ़े नज़दीक गैर मोतबरी है जी मिर्ज़ा बशीरुद्दीन अहमद साहब ने की है। तफसीर मसीह मौद के अंदर गल निकल है नहीं, वो तो उन्होंने अपनी तफसीरां ने ना, और बाद च लिखियां गई तफसीर कबीर सगीर तो बाद च लिखियां गई ना। असीं तो गल मिर्ज़ा साहब की पेश कर रहे हैं कि मिर्ज़ा साहब ने कहा कि मोतबर तफसीरां च लिखिया, वो मोतबर तफसीरां किहड़ियां ने। जाहिर है मिर्ज़ा साहब तो पहले तो जिन्ने भी मुसलमान सन उन्हां दी तफसीरां च किसी तफसीर च होनी चाहिए ना गल। तफसीर कबीर सगीर तो इन्हां दे बेटे ने बाद च लिखी, या तुसीं इमाम फखरुद्दीन राजी की तफसीर वाल इशारा कर रहे हो। अदनान साहब, अपना आबद साहब जरा म्यूट रखें, उनको अदनान साहब को जवाब दे लेने जी। अदनान साहब दें जवाब। नहीं, आपकी इतनी नाजुक बातों से आपके मुताबिक नबी पाक सल्लल्लाहु अलैहि वसल्लम की ज़ात में कुछ हरफ आता है, तो इससे तो बहुत बहुत बड़ी बातें हदीस में लिखी हुई हैं, तफासीर में लिखी हुई हैं, जिस पे आपने पस मंज़र में डाला हुआ है या उनसे अपनी नज़रें चुराई हुई हैं, उससे आपको कोई तकलीफ़ नहीं होती। अभी भी जो आपने बातें पेश की वो अहले तशरीह के नज़दीक गुस्ताखाना है, चाहे वो खजूरों वाला मामला हो, चाहे वो मशवरे मांगने वाला जंगों के मामले में वो मामला, या कोई और बातें हो। अहले तशरीह के नज़दीक वो तमाम की तमाम जो बुखारी और जो मुस्लिम है वो तो नाउज़ुबिल्लाह गुस्ताखी से भरी पड़ी है। ये तो अपनी सोच का अंदाज़ा है, अपनी नज़र का अंदाज़ा है। हमारे नज़दीक तो नबी पाक सल्लल्लाहु अलैहि वसल्लम का वही मुकाम है जो खुदा ताला ने पेश किया है, तमाम अंबिया से बढ़कर है, ठीक है। वो खातमुन नबीयीन है, उनकी शरीयत क़यामत तक है, ठीक है। और उन्हीं के अतात से अगर कोई इंसान को कुछ रूहानी दर्जा मिल सकता है तो मिल सकता है। हमारी नज़र में तो कुछ फ़र्क नहीं पड़ा। आपने क्योंकि सिर्फ हमें मुल्ज़िम ठहराने की कोशिश करनी है, तो इस वजह से आप ये इल्ज़ाम लगाना चाहते हैं, वगरना इस बात में कोई ऐसी ख़ास बात नहीं है जो उन बातों से मुख्तलिफ हो जो कि हदीस में लिखी हुई हैं। और बेशुमार ऐसी बातें हैं जिस पे हज़रत साई की जा सकती है, ठीक है। उनसे जो नतीजे निकाले जा सकते हैं, जिसको आप हाशिया या राय कहते हैं, जो भी कहते हैं, वो नतीजे निकाले जा सकते हैं, वो बहुत ही ख़तरनाक और घिनौने हो सकते हैं, ठीक है। उनसे आपको कोई तकलीफ़ नहीं होती है, ठीक है। ये जो बातें रेफरेंस आप देना होता है, अब मिर्ज़ा साहब ने दिया हुआ है तो यकीनन मौजूद होगा कहीं ना कहीं, तो उन्होंने पढ़ी हुई बात की है ना।
आपके नज़दीक नहीं मिला तो ना भी मिले तो इतनी ऐसी कोई बड़ी बात नहीं है। ये नामुमकिन था कि वो उस वक्त जब हालात मुसलमानों के इंतहाई कमज़ोर थे, मासरे में लिया हुआ था, खाना पीना बंद किया हुआ था, हर किस्म के बुरे हालात थे, उस वक्त इसका नज़ूल होना बैन ही बता देना कि भाई किस वक्त की बात हो रही है, उसका भी सबूत आपको दिखाना पड़ेगा कि वाकई उन्होंने दिखा दिया था कि भाई हाँ ये इस वक्त की बात हो रही है कि बदर में ऐसी लड़ाई होगी और ऐसा जहाद होगा और ये उस वक्त की बात हो रही है। ऐसा तो आपके पास भी हवाला मौजूद नहीं है, ठीक है। अब फ़ौरन से किसी को ऊपर बुला के कहना, इसमें तहकीक वाली बात है, इसमें तो हो सकते हैं वो हफ्तों लगे अगर इसी आपकी बात को लेके जाकर इंसान तहकीक शुरू कर दे कि भाई कौन सी तफसीर में ये लिखी है। तमाम तफसीर ऑनलाइन भी मौजूद नहीं है, बात तो कुतुब खानों में होंगी, वैसी बातें होंगी, ओरिजिनल फार्म कौन सा है, कौन सा उनका नुस्खा है, ये चीज़ें देखनी पड़ती हैं। बेशुमार इसमें बातें होती हैं, उसमें जाके फिर दिनों लगते हैं और आप कहते हैं कि अभी जाके मुझे जवाब दे दो, तो ऐसा मुमकिन नहीं है मोहतरम, ठीक है। तो आपको ऐसी फरमाइश करनी चाहिए जो कि अकल के मुताबिक हो। और दूसरी पहली बात यह है कि ऐसी कोई माइक म्यूट हो गया अदनान साहब। नहीं, बाकी मैं वही बात कह रहा हूँ, फजूल में एतराज़ करने वाली बात होती है, इससे निकलना कुछ नहीं। आपको निकाल भी देंगे उस तहरीर पे से, फिर आप डंडियाँ मारनी शुरू कर दें कि इस तहरीर में फलानी चीज़ें कोई ऐसी, अरबी में जाके देखो जी अरबी में तो ये मतलब बनता है, ये उर्दू का तर्जुमा गलत लिखा हुआ है, उससे कोई फ़र्क नहीं पड़ना। ये सिर्फ टाइम का ज़्यादा दूसरे लोगों को करने वाली बात है। आप जब तक बुनियादी अकायद को सेटल नहीं करेंगे, ये छोटी छोटी बातें मामले हल नहीं होते कभी भी, ठीक है। अभी मुझे इजाज़त दें, मैं थोड़ा सा बिजी हूँ, तो इंशाल्लाह बात होती है आपसे। ये जवाब ले जाए ना अमर भाई की, सुन ले शायद जवाब देते हैं सवाल से होगा। हाँ जी, नहीं वो उसको तो टच भी नहीं करेंगे। मैं आपको लिख कर देता हूँ कि मेरा मुंह काला किया जावे, मेरे गले में रस्सा डालकर खींचा जावे, अगर ये सवाल का जवाब दे दें तो मुझे जलील किया जावे, मुझे रुसवा किया जावे, अगर ये सवाल का जवाब दे। शर्तां ते खाली अशरफ अली थानवी दी मामले नहीं रहेगी ना उस्ताद का सदर। यार मैं अपनी शर्तां अपनी मर्जी ना रखनी है ना, मौलाना अशरफ अली थानवी जानन ते उन्हां दी शर्तां जानन, मैं अपनी पे दसना। अगर ये जवाब दे जाने सवाल दा, मेरा मुंह काला किया जावे, मुझे जलील किया जावे, मुझे रुसवा किया जावे, मेरे गले में रस्सा डालकर खींचा जावे, अगर ये इस सवाल का जवाब दे। इधर उधर की बातें करेंगे, कहेंगे शिया की किताबों में सुन्नियों के लिए तौहीन अमेज बातें हैं, सुन्नियों की किताबों में शियों के लिए तौहीन अमेज बातें। भाई वो तो हम भी कह सकते हैं, लाहौरियों के नज़दीक आपकी किताबों में तौहीन अमेज बातें लिखी हुई हैं, आपके नज़दीक उनकी किताबों में तौहीन अमेज बातें लिखी हुई हैं। क्या ये हमारे मौजू से कोई लेना देना है? हम दो ग्रोह आपस में बात कर रहे हैं और इसमें एक सवाल रखा गया है आपकी तरफ, उसके लिए आप कहते हैं कि तहकीक तलब है। तो बेहतरीन जवाब तो ये है कि भाई इस वक्त ऐसे सरे दस्त हम इसका जवाब नहीं दे सकते, हम तहकीक करके 24 घंटे में, 48 घंटे में, 72 घंटे में, 3 दिन में, 4 दिन में इसका जवाब ला के दे देंगे, किसी तफसीर से निकाल के दे देंगे। या फिर अगर दुनिया की किसी तफसीर ने, किसी मुफस्सर ने ये अल्फाज ना लिखे हुए होंगे तो हम मान लेंगे कि ये नबी पाक पर तोहमत लगाई गई है, नबी अलैहिस्सलातु वस्सलाम की तौहीन की गई है और उनकी तरफ ये बात इसलिए उछाली गई है, आमदन उछाली गई है ताकि अपनी गलतियों पर पर्दा डाला जा सके, क्योंकि खुद अपने मौसूफ के ये हालात थे कि वही पेश करते थे। ये भी नहीं पता होता था किस ज़ुबान की वही है, चलो तर्जमा तो नहीं पता होता था, ये भी नहीं पता होता था। मीर अब्बास अली लुधियानवी को खत लिखा कि ये पलातूस पड़ातूस, ये भी नहीं पता लफ्ज़ क्या है, ये भी नहीं पता इसका ये प्रोनाउंसिएशन पलातूस है या पड़ातूस है, और ये भी नहीं पता कि ये किस जुबान का, इब्रानी का है, अरबी का, अरबी में तो डे होती नहीं, तो कहते ये भी नहीं पता कि किस जुबान का है, मानी तो है ही नहीं पता, मानी का तो पता ही नहीं कि इसका मानी क्या है, जुबान का भी नहीं पता। तो क्योंकि अपने इस तरह के हालात है, इसलिए नबी पाक की तरफ ये बातें आमदन मंसूब की गई हैं कि नबी अलैहिस्सलाम पर कुरान की ये आयत नाजिल हुई, सयुहज़मुल जम्अ व युवल्लून अद-दुबर, लेकिन नबी पाक ने फरमाया माज़अल्लाह अस्तगफिरुल्लाह, इस इजज का इजहार किया। ये सीधा सीधा इजज है, ये आजिज़ी है कि बंदा किसी बात से लाइल्मी का इजहार करे कि ये चीज़ आई है, मुझे नहीं पता कि इसका मानी क्या है, मैं नहीं जानता। आयत है कुरान की, आयत है उस शरीयत की जिसके बारे में आपको अल्लाह ताला ने हुक्म दिया, ले तुबय्यिन लिन्नास,
लोगों को खोल खोल कर बयान कर दें। जो कुछ आप पर नाजिल किया है हबीब, इसको लोगों तक खोल खोल कर बयान कर दें और इसे लोगों तक पहुंचा दें। और माज़अल्लाह नबी पाक कह रहे हैं कि आयत नाजिल हुई है, मुझे नहीं पता इसका मतलब की है। तो ये सारी बातें उनकी तरफ सिर्फ इसी नीयत से मंसूब की गई हैं ताकि उनकी शख्सियत को भी ऐसा ही ढाला जाए, बनाया जाए जिस तरह की अपनी शख्सियत। या ये मान लेंगे या इसका हवाला दे देंगे, 2-3 दिन 4 दिन हफ्ते का टाइम ले लें, ला के दिखा दें, कोई मसला नहीं है। इतनी सी बात है जी, इतना मतलब साहब। देखें, किसी को शख्सियत को अपने ऊपर ढाला तो जा ही नहीं सकता, ये तो गैर मुमकिन सी बात है और नामुमकिन सी बात है। जब तक उस शख्सियत में ख़ुद इतनी काबिलियत या सलाहियत ना हो कि वो अपना कंपैरिजन किसी ऐसी शख्सियत से कर सके, ठीक है, उस शख्सियत को उसी वक्त कबूल किया जाता है जब वो अपने निशानात का इजहार इतना कर चुका होता है, अपने इल्म का इजहार इतना कर चुका होता है कि लोग सैकड़ों की तादाद में, हज़ारों की तादाद में, लोग लाखों की तादाद में उसके करीब आते हैं, उससे कुर्बत इख्तियार करते हैं, बल्कि और उस पर ईमान भी लेकर आते हैं। सिर्फ मुँह ज़बानी बातें कर देने से या कोई ऐसी बातें जिनका सबूत नहीं मिलता ऐसी बयान करने से तो कोई किसी को कबूल नहीं करता। ऐसा नामुमकिन सी बात है। इंसान में, किसी भी नबी में वो निशानात ज़ाहिर करता है, तब जाके वो लोग ईमान लेकर आते हैं। हज़ारों नहीं, लाखों में, और हर किस्म की कुर्बानी भी करते हैं, माली और जानी और फेली और जो भी हो, हर किस्म की कुर्बानी उसी वक्त देने के लिए तैयार होते हैं जो शख्स, जो नबी है, अपने आप की तमाम वो काबिलियत शो कर चुका होता है जो दीगर अंबिया में पाई जाती है। ये तो आप इल्ज़ामी सी बात पेश कर रहे हैं कि तमाम हुज्जत के लिए बातें पेश की जाती हैं। मुतरज़ीन के जवाब में इतराज़ करने वालों को बताया जाता है कि ऐसे वाक़यात मिलते हैं तारीख़ में भी, हदीस में भी। इसमें गुस्ताखी करने का कोई मानी मतलब नहीं हुआ करता। ये आपकी सोच है। जैसे अहले तशरीह के नज़दीक तमाम बुखारी और जो है ये मुस्लिम गुस्ताखी पे मबनी है, वो उस चीज़ को मानता ही नहीं है सच्चा, तो दफा करते रहे उनके सामने बैठ के, हवाले ढूंढते रहे उनके सामने। इस तरह से आपको फ़र्क नहीं पड़ता, इसी तरह हमें फ़र्क नहीं पड़ता। मिर्ज़ा साहब हमारे नज़दीक उन्होंने जो भी बात की है ठीक है, और वो किसी भी तौर पर नबी पाक सल्लल्लाहु अलैहि वसल्लम की गुस्ताखी नहीं है। ये जी मुझे इजाज़त है। अल्लाह हाफ़िज़। ठीक हो गया, बस इसमें उन्होंने कोई नई बात नहीं की। अदनान मतलूब साहब ने वो वही बात पीछे वाली दोहरा के चले गए हैं, लेकिन उन्होंने साफ कह दिया कि इसका हमारे पास अगर जवाब ना भी हो तो हम तो इसको ऐसे ही मानेंगे। क्यों? क्योंकि इनके मिर्ज़ा साहब ने कह दिया। लेकिन मुसलमान इसको सख्त तौहीन समझते हैं। किसी मुसलमान के सामने ये रख कर देख लें, वो कहेगा कि ये सख्त तौहीन है कि नबी पाक खुद कुरान की आयत पेश करके कहेंगे कि मुझे नहीं पता ये आयत इसका क्या मानी है, किस लिए ये नाजिल हुई है। तो इसलिए उनके नज़दीक मायार और है, हमारे नज़दीक मायार और है। हम यही कहते हैं कि इन्होंने नबी पाक की ज़ात को मजरू करने के लिए, नबी पाक की ज़ात को मसख करने के लिए ये एक कोशिश की है। अब वो कहते हैं कि इस तरह हो नहीं सकता, कोई बंदा कोशिश करे तो भी उसमें कामयाब नहीं हो सकता। वो तो हमारा ईमान है कि अल्लाह ताला ने कहा कि हमने आपके ज़िक्र को बुलंद कर दिया है। ये सारी दुनिया जितना मर्जी जोर लगा ले, किसी भी तरीके से आए, वो सीधा दुश्मन ऊपर से हमला करे, सामने से हमला करे, या आस्तीन का सांप बनकर डसने की कोशिश करे, नबी पाक के जिक्र को अल्लाह ताला ने बुलंद कर दिया है। तो उसके लिए तो हमें किसी के डर खौफ की ज़रूरत तो नहीं है। लेकिन हमें यहाँ ब्राड लगा के जो बैठे हुए हैं या आके बात कर रहे हैं, यही बयान करना है कि ये देखें, ये नबी पाक की ज़ात को मजरू करने की कैसी घनौनी कोशिश है, कैसी घनौनी साजिश है। बस इतनी बात है। लोग देख लें, सुन लें, लोग फैसला कर लें, और कोई गालियां देना तो मकसूद ही नहीं है। तारिक चौहान साहब सुनाओ की हाल चाल? मैं 1-2 मिनट ठीक ठाक है। हाँ, मैं 2 मिनट बाद आया, मैं जरा नीचे जाना। ठीक। ਚਾਨ ਸਾਹਿਬ ਕੀ ਹਾਲ ਹੈ? ਸਿਹਤ ਵੀ ਠੀਕ ਹੈ? ਅਕਬਰ ਖਾਨ ਸਾਹਿਬ ਦਾ ਠੀਕ ਨੇ ਹਾਲ? ਇਨਸਾਫ ਹੋ ਰਿਹਾ ਸੀ ਉਹਨਾਂ ਦਾ, ਤੇ ਅੱਲਾਹ ਪਾਕ ਸਿਹਤ ਤੰਦਰੁਸਤੀ ਦੇ ਹਦਾਇਤਾਂ ਲਈ ਜ਼ਿੰਦਗੀ ਦੇ। डायलिसिस वाला ਉਹਨਾਂ ਦੇ ਜੀ ਤੇ ਡਾਇਲਿਸਿਸ ਬੜਾ ਕੀ ਕਹਿੰਦਾ, ਬੜੀ ਗਲਤ ਕਲਾਮੀ ਕੀਤੀ ਉਸਤਾਦ ਦੇ ਉੱਤੇ, ਤੇ ਉਹ ਸਮਝੋ ਨੇ ਬਾਰੇ ਕਿ ਉਹ ਇੰਨੇ ਸਾਲਾਂ ਬਾਅਦ ਉਹਨਾਂ ਨੂੰ ਯਾਦ ਹੈ। ਚਲੋ ਠੀਕ ਹੈ, ਅੱਲਾਹ ਤਾਲਾ ਹਿਦਾਇਤ ਦੇਵੇ। ਉਸਤਾਦ ਨਾਲ ਅਸੀਂ ਮੁਹੱਬਤ ਵੀ ਕਰਨੇ ਆ ਤੇ ਅਸੀਂ ਜੋ ਮਰਜ਼ੀ ਉਹਨੂੰ ਕਹਿ ਦਈਏ, ਕੋਈ ਫਰਕ ਨਹੀਂ ਪੈਂਦਾ। ਹਾਂ, ਉਸਤਾਦ ਦੇ ਗੱਲ 'ਚ ਹੁਣ ਮੈਂ ਕੀ ਕਹਾਂ, ਆਹ ਉਸਤਾਦ ਨੂੰ ਧਰੋਣ ਲੱਗੇ ਹੋ ਤੇ ਕਿਹਦੀ ਮੁਹੱਬਤ ਕਰਦੇ ਕੀ ਯਾਰ। अंदरों उधर तेरा जागता है ना, तल्लक होता है, तल्लक जिसके साथ होता है उसी से लड़ाई होती है। ठीक हो गया।
ਅੱਛਾ ਤਾਰਿਕ ਸਾਹਿਬ ਜ਼ੁਹਰਨ ਦਾ ਟਾਈਮ ਕਰੀਬ ਹੈ, ਤੇ ਤੁਸੀਂ ਅਗਰ ਮਸਲਾ ਹੱਲ ਕਰ ਸਕੋ, ਜਵਾਬ ਦੇਣਾ ਹਾਂਜੀ। ਪਸੰਦ ਕਰੋ ਕਿ ਕੀ ਮਸਲਾ ਹੈ? ਉਹ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਜਿਹੜੀ ਆਇਤ ਨਾਜ਼ਿਲ ਹੋਈ ਹੈ ਸੂਰਤ ਕਮਰ ਦੇ 1 ਮਿੰਟ ਲੋ ਜਾਓ, ਰੂਹਾਨੀ ਖਜ਼ਾਨ ਜਲਦ 21 صفحہ 249, ٹھیک ہے؟ تو 204 علیہ وسلم نے فرمایا 249 249 اچھا ٹھیک کھول لو ٹھیک ہے میں کھول رہا تسی بیان کرو 21 تے نے 249 فرمایا کہ ہاں جی کہ مجھ کو معلوم نہیں کہ یہ پیشن گوئی کس موقع کے متعلق ہے، تو کیڑی معتبر تفسیر دا حوالہ انہوں نے دیتا ہے وہ نہیں پتہ چلیا. اگر تھوڑے کول کوئی معتبر یا غیر معتبر موجود ہے تے استاد جی کہہ دیں مل جاوے تے استاد میرا منہ کالا کرو تے منو ترو پڑھ کے پتہ نہیں وہ اشرف علی تھانوی تے امام معیار دی کوک شرطاں ہن رکھنا چاہ رہے ہیں. پڑھ کے دیکھنا کی کہہ رہے. ٹھیک ہو گیا، ٹائم لے لو. اچھا علی اکبر صاحب واپس بھی نہیں آئے. علی اکبر صاحب تسی بھی کوئی مل جل کرو، بلکہ تسی تے خلافت جماعت دے نال ہو. کوئی خلیفہ مسیح دا کوئی کول موجود ہوئے تھوڑا. واپس آ گیا بھائی جان، آ گیا ਹੁਣੇ ਪਹੁੰਚੇ ਸੀ ਘਰ. ਮੈਂ ਥੋੜਾ ਸੁਣ ਰਿਹਾ ਸੀ ਅਦਨਾਨ ਮਤਲੂਬ ਸਾਹਿਬ ਨੂੰ, ਮੈਨੂੰ ਸਮਝ ਆ ਰਹੀ ਸੀ. ਜੀ ਅਦਨਾਨ ਮਤਲੂਬ ਸਾਹਿਬ ਨੇ ਸਾਡੀ ਵਿਥ ਦੀ ਗੱਲ ਹੀ ਕੀਤੀ, ਸ਼ੀਆ ਸੁਨੀ ਦੇ ਉਹਨਾਂ ਨੇ ਕੋਈ ਜਵਾਬ ਵੀ ਦੇਣ ਦੀ ਕੋਸ਼ਿਸ਼ ਕੀਤੀ. ਤੁਹਾਨੂੰ ਕੋਈ ਸਮਝ ਆਈ ਉਹਨਾਂ ਦੇ ਜਵਾਬ? ਮੇਰਾ ਖਿਆਲ ਜਿੰਨਾ ਕੋਈ ਮੈਂ ਰਾਤ ਸੁਣਿਆ ਅੱਧੀ ਜਗ੍ਹਾ ਸੁਣਿਆ ਸੀ, ਉਹ ਕਹਿ ਰਹੇ ਸੀ ਕਿ ਕੋਈ ਹੋ ਸਕਦਾ ਕਿ ਤਫਸੀਰਾਂ ਵਿੱਚ ਸਾਰੇ ਤਫਸੀਰਾਂ ਬੰਦਾ ਖੋਲ ਕੇ ਪੜ੍ਹੇਗਾ ਨਾ, ਕਿਉਂਕਿ ਅਗਰ ਮਿਰਜ਼ਾ ਸਾਹਿਬ ਨੇ ਫਰਮਾਇਆ وہی کہہ رہے ہیں کہ وہ کیڑی تفسیر ہے جہدے اندر مرزا صاحب نے عرض کیتا ہے یا طرف اشارہ کیتا کہ یہ معتبر تفسیر کے اندر موجود ہے. ہاں جی وہ لب گئی نا تو استاد کا چیلنج پتہ کی، اگر لب گئی کہ میرا منہ کالا کر کے میرے گل چ رسا پا کے منو ترو، اس میں ہی موقع ہے تواڈے کول. ہاں معتبر تفسیروں میں لکھا ہے کہ جب یہ آیت نازل ہوئی سیہزم الجمع ویولون الدبر، تو حضرت صلی اللہ علیہ وسلم نے فرمایا مجھ کو معلوم نہیں یہ پیش گوئی کس موقع کا متعلق ہے. پھر جب بدر کی لڑائی میں فتح عظیم ہوئی تو آپ نے فرمایا کہ اب معلوم ہوا کہ اس فتح عظیم کی پیش گوئی خبر دیتی تھی. کتنے لکھی ہے گل کیڑی تفسیر دی کتاب کی طرف اشارہ؟ نہیں سانو دیکھنے کی ضرورت نہیں، جدوں مسیح موعود نے کہہ دیتا ہے کہ لکھی ہوئی تو بس گل ختم. ٹھیک تو تانوں تو پھر کھولنا بھی نہیں چاہیے سی، تسی تے یہی جواب دے سکتے بھائی جب میرے سامنے فرما سکتے تے ساڈا ایمان ہو جاتے. تانوں بھی نہیں بولنا مخالف چاہیے نو کس کیونکہ تانوں پتہ ہے کہ مسیح موعود تے اسی ایمان رکھنے ہیں، جڑی گل انہوں نے کہی ہے وہ درست ہے تے تسی اپنے جڑے معلومات نے نا او دے مطابق ٹھیک کر لو. وہی ٹھیک کرنا چاہ رہے ہیں کہ اگر وہ گل نکل گئی تو پھر مرزا صاحب نہیں بھئی حسید کی ساریاں تفسیراں سی پڑھی ہیں یا مولانا نے پڑھی ہیں یا عامر نذیر صاحب نے پڑھی ہیں، تسی پڑھی ہیں؟ اے تو یہی گل ہے کہ جی یہ حدیث کی کون سی کتاب میں لکھا ہے بھئی 70 ساریاں پڑھ لی ہیں، تمام احادیث دیاں کتب پڑھ لی ہیں ساریاں. یہ فضول گل ہے کہ ایک شخص اٹھ کے کل دا لونڈا لپاڑا کہے مینوں دکھاؤ جی کتنے لکھے بھئی تینوں کیوں دکھائیے بھئی تو جا کے پڑھی ہیں ساری حدیثاں، قرآن دا تینوں سارا علم ہے، سارے مفسرین دا ساری تفسیریں پڑھ لی ہیں. میں بھی نہیں پڑھی ہیں تو میں کتوں لبدا پھر انہوں. ہم یہ مانتے ہیں کہ مسیح موعود نے جو بات لکھی وہ درست لکھی ہے، آپ کو نہیں منظور تو قسمانو کھاؤ. ویسے تو کوئی ڈسکشن ہی نہیں جواب میں مخالفت سے ہے جواب ہے کہ اگر تسی ہے، مخالفت سے ہے جواب ہے. ٹھیک ہو گیا جناب. کیونکہ مسیح موعود دی تحریرات اور جس طریقے انہوں نے لکھی ہیں وہ تو انہاں لوکاں واسطے لکھی ہیں جڑے تقوی شار لوگ نے، مومنین طبیعت نے. جڑے مخالف نہیں انہوں تو تسی ٹھنڈ کدی پا ہی نہیں سکتے، وہ سڑدے سڑدے ہی رہنے. یعنی کہ تانوں سمجھ آ گئی کہ اگر تسی انہوں نے کسی تفسیر کی طرف اشارہ دیتا ہے پاویں تفسیر نہ بھی ملے لیکن مرزا صاحب دی صداقت نہیں تانوں نہیں ملی تو تہاڈا کمزوری ہے، تانوں نہیں ملی، ورنہ مرزا صاحب نے جو لکھا ہے کمزوری سمجھ لو. اگر تانوں مل گئی تہاڈی لا علمی ہے تفسیر جناب. ٹھیک ہو گیا. میں لا علم یا ناقص علم یا بالکل لا علم. تسی پڑھی ہیں ساری تفسیراں؟ نہیں پڑھی تھے. نہیں پڑھی ہیں. ہاں تمام احادیث کی کتاباں پڑھ لی ہیں؟ نہیں پڑھی ہیں. ہاں تو پھر کیویں اعتراض کر سکتے ہو؟ یا تو ہوئے کہ تسی کو میں ساری تفسیراں اج تک جنیاں لکھیاں پڑھ لی ہیں اوتھے ہے موجود نہیں ہے، پھر تسی کہہ سکتے ہو. اج تک تسی تو قرآن دی تفسیر بھی نہیں پڑھی ہوگی کوئی، لیکن اے اعتراض کرنا کتنے لکھے ہیں؟ پڑھی ہے
ठीक हो गया, लेकिन ਸਾਰੀਆਂ ਤਫਸੀਰਾਂ ਪੜ੍ਹ ਲਈਆਂ ਕੁਰਾਨ ਦੀਆਂ ਜਿਤਨੀਆਂ ਲਿਖੀਆਂ सारी 1400 ਸਾਲ ਦੇ ਅੰਦਰ ਜਿਹੜੀਆਂ जिन्नियां ਤਫਸੀਰਾਂ पढ़ियां ਉਹਦੇ ਲਿਖੀਆਂ ਤਾਂ ਮੈਂ ਵੀ ਨਹੀਂ ਕਦੀ ਗੱਲ ਪੜ੍ਹੀ, ਕਿਸੇ ਨੇ ਫਰਮਾਇਆ ਤਾਂ ਹੋਵੇ ਠੀਕ ਹੈ ਕਿ ਜਨਾਬ 14 ਤੁਹਾਡੀ ਤੁਸੀਂ ਤਫਸੀਰਾਂ ਪੜ੍ਹੀਆਂ, ਮੈਨੂੰ ਕੀ ਪਤਾ ਕਿ ਤੁਸੀਂ ਪੜ੍ਹੀਆਂ ਕਿ ਨਹੀਂ, ਤੁਸੀਂ ਝੂਠ ਬੋਲ ਰਹੇ ਹੋ ਕਿ ਤੁਸੀਂ ਪੜ੍ਹੀਆਂ। ਚੌਹਾਨ ठीक ਸਾਹਿਬ हो गया। ਲੜਾਈ ਦਾ वो ਕੋਈ कह रहे ਫਾਇਦਾ हैं ਨਹੀਂ। मुखालफा से एक नहीं जवाब एतराज ही मुसलमान फजूल है। सुनो ना, आमिर नदीर साहब ने पहले भी सवाल किया, ये हदीस में कहाँ लिखा है, ये कौन सी हदीस की किताब में लिखा है? भी तुसी हदीस ये किताबां सारियां पढ़ ली। इतराज तो वो करे कि जेड़ा कि जी मैं सारी तफसीरां 1400 साल जिन्नियां लिखी है सारियां मैं पढ़ ली हैं, ਉਹਦੀ ਨਜ਼ਰ ਨਹੀਂ ਆਈ। ਚੌਹਾਨ ਸਾਹਿਬ ਦਾ ਇਹਦੇ ਜਿਹੜਾ ਤੁਸੀਂ ਪਹਿਲਾਂ ਜਵਾਬ ਦਿੱਤਾ ਨਾ ਉਹ ਸਭ ਤੋਂ ਮੋਤਬਰ ਹੈ ਕਿ ਤੁਸੀਂ ਮਿਰਜ਼ਾ ਸਾਹਿਬ ਨੂੰ ਮੰਨਦੇ ਹੋ ਕਿ ਜੋ ਮਿਰਜ਼ਾ ਸਾਹਿਬ ਨੇ ਲਿਖਿਆ ਹੈ ਤੁਸੀਂ ਹਵਾਲਾ ਤਲਾਸ਼ ਹੀ ਨਹੀਂ ਕਰਦੇ, ਤੁਸੀਂ ਦੇਖਦੇ ਹੀ ਨਹੀਂ, ਜੋ ਉਹਨਾਂ ਲਿਖਿਆ ਹੈ ਉਹ ਸਹੀ ਹੈ ਲਿਖਿਆ ਹੈ, ਬਸ ਹੋਵੇਗਾ ਨਾ ਹੋਵੇਗਾ ਤਾਂ लेकिन मैं ਉਹਦੀ ਦਲੀਲ ਦੇ ਰਿਹਾ ਨਾ ਕਿਸ ਵਜ੍ਹਾ ਤੋਂ, ਇਸ ਵਜ੍ਹਾ ਨਾਲ ਕਿ ਇਤਰਾਜ਼ ਕਰਨ ਵਾਲੇ ਨੇ ਵੀ ਤਫਸੀਰਾਂ ਸਾਰੀਆਂ ਨੇ ਪੜ੍ਹੀਆਂ, ਲੇਕਿਨ ਇਤਰਾਜ਼ ਕਰਨੇ ਵਾਸਤੇ ਬੜਾ ਆਸਾਨ ਹੈ। ਇਹ ਦੱਸੋ ਜੀ ਕਿੱਥੇ ਲਿਖਿਆ ਹੋਇਆ ਹੈ, ਯਾਨੀ ਮੈਂ ਉਹ ਚਾਹੁੰਦਾ ਕਿ ਮੈਂ ਸਾਰੀਆਂ ਤਫਸੀਰਾਂ ਪੜ੍ਹਾਂ। ਮੇਰੀ ਗੱਲ ਸੁਣ, ਇਹ ਅਜੀਬ ਗੱਲ ਹੈ। ਮੈਂ ਤਾਂ ਕਹਿਣਾ ਕਿ ਇਹ ਜਿਹੜੀ ਨਕਲੀ ਦਲੀਲ ਦੇਣੀ ਹੈ ਨਾ ਕਿ ਬਈ ਉੱਥੇ ਨਕਲ ਫਲਾਣੀ ਜਗ੍ਹਾ ਹੈ ਨਹੀਂ ਹੈ, ਇਹਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹਦਾ ਜਵਾਬ ਜਿਹੜਾ ਤੁਸੀਂ ਸਵਾਲ ਪੇ ਕਰਦੇ ਇਹਦਾ ਜਵਾਬ ਇਹ ਹੈ ਕਿ ਹੁਣ ਸਾਰੀਆਂ ਤਫਸੀਰਾਂ ਸਾਰੀਆਂ ਹਦੀਸਾਂ ਦੀਆਂ ਕਿਤਾਬਾਂ ਫਿੰਗਰ ਟਿਪਸ ਤੇ ਪਈਆਂ ਨੇ, ਹੁਣ ਤੇ ਲਫ਼ਜ਼ ਲਿਖੀਏ ਨਾ ਸਰਚ ਕਰੀਏ ਨਾ ਤੇ ਸਾਰਾ ਡਾਟਾ ਨਿਕਲ ਆਉਂਦਾ ਵੀ ਇਹ ਆਇਤ ਦਾ ਸ਼ਾਨ ਨਜ਼ੂਲ ਕੀ ਹੈ, ਕਦੋਂ ਨਾਜ਼ਲ ਹੋਈ ਸੀ, ਇਹਦੇ ਬਾਰੇ ਨਬੀ ਪਾਕ ਦੀ ਕੋਈ ਹਦੀਸ ਹੈ ਨਹੀਂ ਹੈ, ਕੀ ਕੌਲ ਹੈ, ਕੀ ਫਰਮਾਇਆ, ਸਾਰੀ ਗੱਲ ਸਾਹਮਣੇ ਆ ਜਾਂਦੀ ਹੈ। ਹੁਣ ਨਹੀਂ ਜਿਹੜੀਆਂ ਮੁਫੱਸਰੀਨ ਦੀਆਂ ਤਫਸੀਰਾਂ ਨੇ ਜਿਹੜੀਆਂ ਡੇਟਾ ਦੇ ਵਿੱਚ ਨਹੀਂ ਨੇ ਉਹ ਤੇ ਨਹੀਂ ਨਾ ਸਾਹਮਣੇ ਆਉਣਗੀਆਂ, ਡੇਟਾ ਦੇ ਵਿੱਚ ਤੇ ਉਹੀ ਆਉਣਗੀਆਂ ਜਿਹੜੀਆਂ ਤੁਸੀਂ ਪਾਈਆਂ ਨੇ ਡੇਟਾ 'ਚ, ਜਿਹੜੀਆਂ ਅਪਲੋਡ ਕੀਤੀਆਂ ਹਾਂਜੀ, ਜਿਹੜੀਆਂ ਬਿਲਕੁਲ ਜਿਹੜੀਆਂ ਤੁਸੀਂ ਅਪਲੋਡ ਕੀਤੀਆਂ, ਜਿਹੜੀਆਂ ਅਪਲੋਡ ਨਹੀਂ ਕੀਤੀਆਂ ਉੱਥੇ ਕਿਵੇਂ ਤੁਸੀਂ ਦੇਖ ਲਓਗੇ ਜਾ ਕੇ। ਬਿਲਕੁਲ ਠੀਕ ਗੱਲ ਹੈ, ਲੇਕਿਨ ਮੈਂ ਇਹ ਕਹਿਣਾ ਕਿ ਇਹਦਾ ਨਕਲੀ ਜਵਾਬ ਦੇਣ ਦੀ ਜਾਂ ਤੇ ਤੁਹਾਨੂੰ ਹਾਜਤ ਹੀ ਨਹੀਂ ਤੇ ਜਾਂ ਹਾਜਤ ਹੈ, ਜੇ ਹਾਜਤ ਹੈ ਤੇ ਫਿਰ ਤੇ ਬੰਦਾ ਆਂਦਾ ਵੀ ਠੀਕ ਹੈ, ਕੋਈ ਕੰਪਿਊਟਰ ਤੇ ਹੁੰਦੀਆਂ ਨੇ, ਕੋਈ ਹਾਰਡ ਕਾਪੀਆਂ ਹੁੰਦੀਆਂ ਨੇ, ਲਾਇਬ੍ਰੇਰੀ ਚੈੱਕ ਕਰਾਂਦੇ, ਹਫਤਾ ਵੇਖਾਂ ਦੇ, ਮਹੀਨਾ ਵੇਖਾਂ ਦੇ, ਫਿਰ ਤੁਹਾਨੂੰ ਲਿਆ ਕੇ ਜਵਾਬ ਦੇ ਦੇਣਗੇ, ਲਿਖਿਆ ਹੋਏਗਾ। ਮਿਰਜ਼ਾ ਸਾਹਿਬ ਝੂਠ ਨਹੀਂ ਬੋਲਦੇ, ਲਿਖਿਆ ਹੋਏਗਾ, ਜੇ ਉਹਨਾਂ ਨੇ ਆਖਿਆ ਤੇ ਮੈਂ ਤੁਹਾਨੂੰ ਕਿਸੇ ਨਾ ਕਿਸੇ ਤਫਸੀਰ ਚੋਂ ਕੱਢ ਕੇ ਦੇ ਦਿਆਂਗੇ। ਨਹੀਂ ਮੈਂ ਕਿਉਂ ਕੱਢ ਕੇ ਦਾਂ, ਮੈਂ ਤਫਸੀਰਾਂ ਲੱਭਣੀਆਂ ਸ਼ੁਰੂ ਕਰਦਾ ਜਦੋਂ ਮੇਰੇ ਲਈ ਆਸਾਨ ਹੈ ਕਿ ਮੈਂ ਕਹਾਂ ਮਿਰਜ਼ਾ ਸਾਹਿਬ ਨੇ ਸਹੀ ਲਿਖਿਆ। ਇਹ ਬਿਹਤਰ, ਮੈਂ ਤੁਹਾਨੂੰ ਪਹਿਲੇ ਆਖਿਆ ਤੁਸੀਂ ਜਿਹੜਾ ਜਵਾਬ ਪਹਿਲੇ ਦਿੱਤਾ ਨਾ ਉਹ ਲੋਹੇ ਤੋੜ, ਉਹਦੇ ਦੇਣ ਤੋਂ ਬਾਅਦ ਕਿਸੇ ਹੋਰ ਦੂਜੇ ਜਵਾਬ ਦੀ ਜ਼ਰੂਰਤ ਹੀ ਨਹੀਂ ਸਰ। ਤੁਸੀਂ ਇਹ ਜਵਾਬ ਦਿਓ ਕਿ ਜੋ ਮਿਰਜ਼ਾ ਸਾਹਿਬ ਨੇ ਲਿਖਿਆ ਹੈ ਅਸੀਂ ਉਹਦੇ ਤੇ ਈਮਾਨ ਰੱਖਣੇ ਆ, ਯਕੀਨ ਰੱਖਣੇ ਆ, ਬਸ ਸਾਨੂੰ ਕੋਈ ਹਾਜਤ ਨਹੀਂ ਵੇਖਣ ਦੀ ਕਿੱਥੇ ਲਿਖਿਆ ਕਿੱਥੇ ਨਹੀਂ ਲਿਖਿਆ। लेकिन मुखालिफिन से भी बड़ा बेहतरीन जवाब देते हैं ना, तो कहते हैं मैं क्या मुखालिफिन खसमा नु खान बेहतरीन हो गया। हाँ बिल्कुल, क्योंकि वो मैं नहीं किया, वो अल्लाह ताला ने किया है कि जहन्नम से जाओ, और मोहम्मद सल्लल्लाहु अलैहि वसल्लम ने किया है जेड़े अपने वक्त दी इमाम दी शनाख्त नहीं करेगा जाहलियत दी मौत मरेगा। मैं कहा ठीक है, जाहली मौत, जाहलियत दी मौत मरो। नहीं ठीक हो गया। हाँ ਅਸੀਂ ਤੇ ਜਿਹੜਾ ਉਹ ਬਿਲ ਚ ਗਾਂਗ ਵੱਜੀ ਉਹ ਲਾ ਸਾਬ ਨਹੀਂ, ਅਸੀਂ ਇਮਾਮ ਜ਼ਮਾਨਾ ਨੂੰ ਮੰਨਦੇ ਆ, ਇਮਾਮ ਮਹਿਦੀ ਨੂੰ ਮੰਨਦੇ ਆ, ਠੀਕ ਹੈ, लेकिन ਜਿਹੜਾ ਨਹੀਂ ਮੰਨਦਾ ਇਮਾਮ ਨੂੰ ਉਹ ਖੁਦ ਜਵਾਬ ਦੇਵੇ। ਅਮਰ ਭਾਈ ਤਾਲ ਕਬੀਰ ਸਾਹਿਬ ਥੱਲੇ ਬੈਠੇ ਨੇ, ਉਹਨਾਂ ਨੂੰ ਕਹੋ ਉੱਤੇ ਆ ਜਾਣ। ਇਜਾਜ਼ਤ ਦਿਓ, ਕੋਈ ਵੀ ਆਇਆ ਉਹਨਾਂ ਨੂੰ ਬੁਲਾ ਕੇ ਸਵਾਲ ਦਾ ਜਵਾਬ ਲੈ ਦਿਓ, ਕੋਈ ਮਸਲਾ ਨਹੀਂ। ਤੇ ਜੇ ਤੁਸੀਂ ਜਾਣਾ ਇਜਾਜ਼ਤ ਦਿਓਗੇ ਜ਼ੋਹਰਨ ਦਾ ਵਕਤ ਠੀਕ ਹੈ, ਬੰਦ ਕਰਨਾ, ਬੰਦ ਕਰ ਦਿਓ, बंद करना है, फिर मुलाकात होगी। सल्लल्लाहु अलैहि वसल्लम। छाल मार जाओ नहीं तो फिर मानती है कि नबी और रसूल में कोई फर्क नहीं है। हम ये मानते हैं कि नबी और रसूल में फर्क ये है कि